हाँ जी, वाहिगुरू जी का खालसा वाहिगुरू जी की फतेह। ਇਹ ਜਿਹੜੀਆਂ ਕੋਰਸ ਆਫ ਇਵੈਂਟਸ ਹੋਈਆਂ ਮੈਂ ਉਹਨਾਂ ਬਾਰੇ ਆਪ ਨੂੰ ਥੋੜਾ ਜਿਹਾ ਆਗਾਹ ਕਰਾ ਦੇਵਾਂ ਕਿ ਜਪਜੀ ਦੀ ਪੌੜੀ ਕਰ ਰਹੇ ਸੀ। ਪਹਿਲਾਂ 22 ਨੰਬਰ ਕੀਤੀ ਸੀ ਤੇ ਫਿਰ ਆਪਣਾ ਜਿਹੜੀ 22 ਨੰਬਰ ਪੌੜੀ ਹੈਗੀ ਹੈ ਉਹਦੇ ਵਿੱਚ ਵਰਡ ਆਇਆ ਸੀਗਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਕਾਸ ਓੜ ਕੋੜ ਗੋਪਾਲ ਥਕੇ ਵੇਦ ਕਹਿਣਿਕ ਬਾਤ। ਇਹਦਾ ਪਹਿਲਾ ਰਿਲੇਸ਼ਨਸ਼ਿਪ ਆਪਾਂ ਲੱਖ ਤੋਂ ਸ਼ੁਰੂ ਕੀਤਾ ਕਿ ਜਿਹੜਾ ਲੱਖ ਹੈ ਇੱਕ ਗੁਰਬਾਣੀ 'ਚ ਅਸੀਂ ਟਰਮ ਵਰਤਦੇ ਦੇਹੁਲੀ ਦੀਪਕ ਕਹਿੰਦੇ ਉਹਨੂੰ ਕਿ ਉਹ ਜਿਹੜਾ ਸੈਂਟਰ ਵਾਲਾ ਵਰਡ ਹੈ ਉਹ ਦੋਹੇ ਪਾਸੇ ਲੱਗ ਜਾਂਦਾ। ਸੋ ਕਿਸੇ ਨੇ ਹੋਰ ਨਹੀਂ, ਮੈਂ ਕਾਫੀ ਟੀਕੇ ਪੜ੍ਹੇ ਪਿਕ ਨਹੀਂ ਕੀਤਾ ਇਹ, ਪਰ ਜੋ ਫਰੀਦਕੋਟ ਦੀ ਟੀਕਾ ਉਹਨਾਂ ਨੇ ਪਿਕ ਕੀਤਾ ਹੋਇਆ ਵੀ ਇਹ ਲੱਖ ਜਿਹੜਾ ਹੈ ਦੇਹੁਲੀ ਦੀਪਕ ਹੈ। ਤੇ ਓੜਕ ਦਾ ਮਤਲਬ ਹੁੰਦਾ ਅੰਤ, ਅੰਤ ਪਾਉਣ ਲਈ ਬਹੁਤ ਮੱਤਾਂ ਸ਼ੁਰੂ ਤੋਂ ਚੱਲਦੀਆਂ ਰਹੀਆਂ, ਪਰ ਫਿਰ ਵੇਦ ਮਤ ਨੇ ਦੱਸਿਆ ਇਹ ਵੇਦ ਕਹਿਣ। ਹੁਣ ਕਹਿਣ ਦੀ ਗੱਲ ਇਹ ਹੈ ਵੀ ਕੋਈ ਚੇਤਨ ਬੋਲ ਰਿਹਾ। ਜਿੰਨੇ ਵੇਦ ਹੋਏ ਨੇ 4 ਵੇਦ ਨਹੀਂ ਹੋਏ ਹੈ, 4 ਵੇਦ ਦੀ ਤਾਂ ਕਲਾਸੀਫਿਕੇਸ਼ਨ ਹੈ, ਉਹਨਾਂ ਵਿੱਚ ਇੱਕ ਥੀਮ ਹੈ, ਪਰ ਜਿਹੜਿਆਂ ਨੇ ਉਹ ਗੱਲ ਦੱਸੀ ਹੈ ਸਾਨੂੰ ਉਹ ਸਾਰੇ ਹੀ ਵੇਦ ਹੈ। ਉਹਨਾਂ ਨੂੰ ਅਸਲ ਵੇਦਾ ਵੀ ਕਿਹਾ ਜਾਂਦਾ। ਉਹ ਚੇਤਨ ਹੁੰਦੇ ਆ, ਉਹ ਭਗਤ ਹੁੰਦੇ ਆ। ਉਹਨਾਂ ਨੇ ਇੱਕੇ ਥੀਮ ਦਿੱਤਾ ਕਿ ਮਾਇਆ ਦੀ ਖੋਜ ਬੇਕਾਰ ਹੈ, ਇਹ ਤੁਸੀਂ ਭਾਲ ਕੇ ਥੱਕ ਜਾਓਗੇ। ਜੇ ਮਾਇਆ ਨੂੰ ਝੂਠੀ ਸਮਝਾਂਗੇ ਤਾਂ ਤੁਹਾਡੀ ਫਿਰ ਬ੍ਰਹਮ ਦੀ ਖੋਜ ਸ਼ੁਰੂ ਹੋਏਗੀ। ਨਾਲੇ ਬ੍ਰਹਮ ਵਿੱਚ ਵੀ ਅਸੀਂ ਸਾਗਰ ਨੂੰ ਨਹੀਂ ਖੋਜਣਾ, ਅਸੀਂ ਬੂੰਦ ਨੂੰ ਖੋਜਣਾ। ਉਹ ਬੂੰਦ ਵਾਲਾ ਸਿਸਟਮ ਚੱਲਦਾ ਮੈਡੀਕਲ ਸਾਇੰਸ ਵੀ, ਤੁਹਾਡਾ ਥੋੜਾ ਹੀ ਬਲੱਡ ਲੈਂਦੇ ਆ, ਉਹਦੇ ਨਾਲ ਇਹ ਤੁਹਾਡੇ ਬੋਡੀ ਦਾ ਸਾਰਾ ਦੱਸ ਦਿੰਦੇ, ਕਿਉਂਕਿ ਉਹ ਬਲੱਡ ਸਾਰੀ ਬੋਡੀ ਦਾ ਹਿੱਸਾ ਹੈ। ਸੋ ਜਿਹੜਾ ਸਾਡਾ ਬ੍ਰਹਮ ਹੈ, ਕਿਉਂਕਿ ਉਹ ਪਾਰ ਬ੍ਰਹਮ ਦਾ ਹਿੱਸਾ ਹੈ, ਜੇ ਬ੍ਰਹਮ ਨੂੰ ਖੋਜ ਲਿਆ ਤਾਂ ਪਾਰ ਬ੍ਰਹਮ ਤੱਕ ਅਪਰੋਚ ਹੋਊਗੀ। ਬ੍ਰਹਮ ਇੱਕ ਐਂਟੀਟੀ ਹੈ, ਪਾਰ ਬ੍ਰਹਮ ਇੱਕ ਸ਼ਕਤੀ ਹੈ। ਉਹ ਐਂਟੀਟੀ ਚੋਂ ਸ਼ਕਤੀ ਪੈਦਾ ਹੁੰਦੀ ਹੈ, ਸ਼ਕਤੀ ਚੋਂ ਐਂਟੀਟੀ ਨਹੀਂ ਪੈਦਾ ਹੁੰਦੀ। ਅਸੀਂ ਪੁੱਠੇ ਚੱਲੇ ਹੋਏ ਹਾਂ, ਅਸੀਂ ਸੋਚਦੇ ਅਸੀਂ ਸ਼ਕਤੀ ਲੱਭ ਲਾਂਗੇ, ਐਂਟੀਟੀ ਨੂੰ ਭੁੱਲ ਜਾਵਾਂਗੇ। ਕਰਕੇ ਗੱਲ ਹੈਗੀ ਐਂਟੀਟੀ ਦੀ। ਐਂਟੀਟੀ ਪ੍ਰਾਇਮਰੀ ਹੈ, ਸ਼ਕਤੀ ਸੈਕੰਡਰੀ ਹੈ। ਐਂਟੀਟੀ ਨੂੰ ਹੀ ਲੱਭਣਾ ਸੀ। ਉਹਨੂੰ ਇੱਕ ਕਿਹਾ ਹੋਇਆ, ਉਹਦੇ ਬਥੇਰੇ ਹਰੀ ਹੈ, ਉਹਦਾ ਨਾਂ ਏਕ ਓਂਕਾਰ ਹੈ। ਜਿਸ ਤਰ੍ਹਾਂ ਪ੍ਰਕਰਨ ਆਉਂਦਾ ਉਹਦੇ ਸਿਨੋਨਿਮਸ ਬਹੁਤ ਨੇ, ਪਰ ਇਹ ਸਭ ਤੋਂ ਵੱਡੀ ਗੱਲ ਹੈ ਸਾਨੂੰ ਇਹਨਾਂ ਦੋਹਾਂ ਚੀਜ਼ਾਂ ਦਾ ਡਿਫਰੈਂਸ ਨਹੀਂ ਪਤਾ ਲੱਗ ਰਿਹਾ। ਕਨਫਿਊਜ਼ਨ ਪੈਦਾ ਕੀਤਾ ਜਾਂਦਾ ਕੁਦਰਤ ਚੋਂ ਖੋਜੋ। ਕੁਦਰਤ ਤਾਂ ਸ਼ਕਤੀ ਹੈ, ਪਰ ਸ਼ਕਤੀ ਦਾ ਮਾਲਕ ਕੌਣ? ਜੇ ਆਪਾਂ ਸ਼ਹਿਰ ਨੂੰ ਦੇਖ ਕੇ ਕਹੀਏ ਵੀ ਸ਼ਹਿਰ ਬੜਾ ਸੁੰਦਰ ਹੈ, ਪਰ ਪਤਾ ਤਾਂ ਕਰਨਾ ਪਊ ਵੀ ਸ਼ਹਿਰ ਨੂੰ ਰਨ ਕੌਣ ਕਰ ਰਿਹਾ? ਉਹ ਹਾਕਮ ਹੁੰਦਾ। ਸੋ ਹਾਕਮ ਤੱਕ ਪਹੁੰਚਣਾ ਹੈਗਾ, ਗੁਰਮਤ ਦਾ ਇਹੀ ਉਹ ਹੈ। ਫਿਰ ਅਗਲੀ ਜਿਹੜੀ ਕੰਟੈਕਸਟ ਸੀਗਾ ਸਹਿਸ 18 ਕਹਿਣ ਕਤੇਬਾਂ ਅਸਲੋਂ ਇੱਕ ਧਾਤ। ਜਿਹੜੀ ਸਹਿਸ ਸ਼ਬਦ ਦੀ ਵਿਆਖਿਆ ਹੋਈ ਹੈ ਉਹ 1000 ਦੀ ਗਿਣਤੀ 'ਚ ਲਿਖਿਆ ਹੋਇਆ। ਸੋ ਸਾਰੇ ਟੀਕਾਕਾਰਾਂ ਨੇ ਜਿੱਥੇ ਜਿੱਥੇ ਵੀ ਰਚਨਾ, ਚਾਹੇ ਦਸਮ 'ਚ ਵੀ ਸਹਿਸ ਸ਼ਬਦ ਆਉਂਦਾ, ਉਹਦੇ ਵੀ ਮੀਨਿੰਗ 1000 ਹੈ। ਇੱਕ ਕਵਿੱਤ ਹੈਗਾ, ਜੇ ਤੁਸੀਂ ਕੱਢ ਸਕੋ ਤਾਂ ਮੈਂ ਤਾਂ ਕਹਿੰਦਾ ਇਨਵੋਲਵ ਹੋਣਾ ਪਏਗਾ। ਸੁਰਜੀਤ ਸਿੰਘ ਹੈ ਜਾਂ ਅਜੀਤ ਸਿੰਘ, ਉਹ ਕਵਿੱਤ ਕੱਢ ਕੇ ਦੇਖੋ। ਮੈਂ ਯੂਜ਼ ਕਰਦਾ ਹੈਗਾ ਜਿਹੜਾ ਈਸ਼ਰ ਮਾਈਕਰੋਮੀਡੀਆ। ਜੇ ਤੁਸੀਂ ਕਵਿੱਤਾਂ 'ਚ ਜਾ ਕੇ ਸਹਿਜ ਸ਼ਬਦ ਪਾਵਾਂਗੇ ਨਾ ਤੇ ਉਹਦੇ ਅਰਥ ਆਪਾਂ ਉਹ ਕਰਾਂਗੇ, ਉਹ ਦੇਖੋ। ਵਾਰਾਂ 'ਚ ਨਾ ਜਾਇਓ, ਕਵਿੱਤ 'ਚ ਜਾਓ। ਤੇ ਦੋਏ ਜਗ੍ਹਾ ਮੈਨੂੰ ਲੱਗਦਾ ਸ਼ਬਦ ਆਇਆ ਕਵਿੱਤ 'ਚ, ਸਹਿਸ 3 ਜਗ੍ਹਾ ਹੈ। ਉਹਦੇ ਵਿੱਚ ਹੈਗਾ ਇੱਕ ਪ੍ਰਥਮ ਹੀ ਚੀਟੀ ਕੇ ਮਿਲਾਪ ਕੋ ਪ੍ਰਤਾਪ। ਖੁੱਲ ਗਿਆ ਸਹਿਸ ਕਵਿੱਤਾਂ ਵਿੱਚ। ਜਦੋਂ ਕਵਿੱਤ ਪੜ੍ਹਦੇ ਆ ਆਪਾਂ, ਉਹਦੇ ਵਿੱਚ ਇਹ ਸ਼ਬਦ ਸਹਿਸ ਦਾ ਮੀਨਿੰਗ ਇੱਕ ਜਗ੍ਹਾ 100 ਆਇਆ, ਨਹੀਂ ਕਿਤੇ 100 ਦੀ ਸੈਂਸ 'ਚ ਮਿਲਦਾ ਨਹੀਂ ਹੈ। ਪਰ ਉਹਨਾਂ ਨੇ ਕਿਵੇਂ 100 ਕੀਤਾ? ਕਿਹੜਾ ਪਹਿਲਾ, ਦੂਸਰਾ, ਤੀਸਰਾ? ਮਿਲਾਪ ਕੋ, ਇੱਕ ਤਾਂ ਪ੍ਰਥਮ ਹੀ ਚੀਟੀ ਕੇ ਮਿਲਾਪ ਕੋ ਆਉਂਦਾ, ਠੀਕ ਹੈ ਜੀ। ਉਹਦੇ ਪਹਿਲੇ ਇੱਕ ਕੀੜੀ ਦੇ ਮਿਲਾਪ ਪ੍ਰਤੱਖ ਦੇ ਦੀ ਬਹੁਤ ਸੈਂਕੜੇ, ਆਹ ਹੈ ਸਿਰਫ ਇੱਥੇ ਸੈਂਕੜੇ ਸ਼ਬਦ ਵਰਤੇ। ਉਹ ਵੀ ਜੇ ਤੁਸੀਂ ਦੋਹੇ ਉਹਨਾਂ ਦੇ ਖੋਲ ਲਓ ਨਾ, ਦੋਹੇ ਵਿਆਖਿਆ ਖੋਲ ਲਓ,
ਉਹਦੇ 'ਚ ਲਿਖਿਆ ਪਹਿਲੇ ਹੀ ਇੱਕ ਕੀੜੀ ਦੇ ਮੇਲ ਦਾ ਪ੍ਰਤਾਪ ਦੇਖੋ ਕਿ ਬਹੁਤ ਸੈਂਕੜੇ, ਉਹ ਬਿੱਦੀ ਲਾ ਕੇ ਸੈਂਕੜੇ ਕਹਿੰਦੇ ਆ, ਇੱਕ ਖੁੱਡ ਵਿੱਚ ਵੜ ਜਾਂਦੀਆਂ ਨੇ। ਇਸ ਤੋਂ ਇਲਾਵਾ ਸੈਂਕੜੇ ਦੀ ਸੈਂਸ ਤੁਹਾਨੂੰ ਇਹ ਕਿਤੇ ਵੀ ਨਹੀਂ ਮਿਲਦਾ ਸ਼ਬਦ। ਇਹਨਾਂ ਨੇ ਕਿਉਂ ਲਿਖਿਆ? ਇਹਨਾਂ ਦੇ ਵੀ ਜੇ ਆਪਾਂ ਅਗਲਾ ਹੀ ਪੜ੍ਹ ਲਾਂਗੇ ਨਾ, ਦੂਸਰਾ ਕਵਿਤ ਪੜ੍ਹੋ, ਗਵਰ ਮਹੇਸ਼ ਔਰ ਗਣੇਸ਼ ਮੇ ਸਹਿਸ ਰਸ। ਮੈਨੂੰ ਨਹੀਂ ਲੱਗਦਾ ਵੀ ਇੱਥੇ ਉਹ ਸਹਿਸ ਦਾ ਅਰਥ ਦੁਬਾਰਾ 100 ਕਰਦੇ ਆ। ਚਲੋ ਆਪਾਂ ਨੂੰ ਇੰਨਾ ਵੀ ਕਿਸੇ ਨੂੰ ਇਸ ਗੱਲ ਦੀ ਭਣਕ ਸੀ ਵੀ ਇਹਦੇ ਅਰਥ 100 ਹੈ, 1000 ਨਹੀਂ ਹੈ। ਪਰ ਜੇ ਤੁਸੀਂ ਦੂਸਰਾ ਕਵਿਤ ਪੜ੍ਹੋ, ਮੈਂ ਤੀਸਰਾ ਪੜ੍ਹ ਰਿਹਾ ਹੁਣ, ਲੋਕ ਵੇਦ ਗਿਆਨ ਦੱਤ ਭਗਤ ਪ੍ਰਧਾਨਤਾ ਤੇ ਲੂਣਤ ਸਹਿਸ ਗੁਣੋ ਜੈਸੇ ਬੀਜ ਬੋਇਓ ਹੈ। ਇੱਥੇ ਵੀ ਉਹ 1000 ਕਰ ਦਿੰਦੇ ਅਰਥ। ਠੀਕ ਹੈ ਜੀ। ਸੋ ਇਹਦੇ ਜੋ ਅਰਥ ਹੈ, ਇਹਦਾ ਮਤਲਬ ਇਹ ਅਰਥ 100 ਔਰ 1000 ਦਾ ਫੈਸਲਾ ਆਪਾਂ ਕਿਵੇਂ ਕਰਾਂਗੇ ਵੀ ਕਿਵੇਂ 100 ਔਰ ਕਿਵੇਂ 1000 ਹੈ? ਉਹਦੇ ਲਈ ਫਿਰ ਆਪਾਂ ਨੂੰ ਖੋਜਣਾ ਪੈਂਦਾ ਹੋਰ ਵੀ, ਕਿਉਂਕਿ ਜਿਹੜੇ ਸਾਡੇ ਟੈਕਸਟ ਹੈ ਉਹ ਸਾਰਿਆਂ ਵਿੱਚੋਂ ਕਿੱਥੋਂ ਸਾਨੂੰ ਮਿਲਦਾ ਉਹਦਾ ਆਪਾਂ ਵਿਸਤਾਰ ਕਰ ਲਾਂਗੇ। ਪਰ ਆਹ ਜਿਹੜੀ ਗੱਲ ਹੈਗੀ ਹੈ, ਇਸ ਪੌੜੀ ਤੋਂ ਕੰਟੈਕਟ ਸ਼ੁਰੂ ਹੋਇਆ। ਹੁਣ ਇਹ ਤੋਂ ਫਿਰ ਇਹ ਸ਼ਬਦ ਸਹਿਜ ਸ਼ਬਦ ਪਹਿਲੀ ਪੌੜੀ 'ਚ ਵੀ ਆਉਂਦਾ। ਹੁਣ ਜੇ ਆਪਾਂ ਇਹਨੂੰ ਇੱਥੋਂ ਪਿੱਛੇ ਲੈ ਜਾਾਂਗੇ ਫਿਰ ਆਪਣੇ ਪਹਿਲੀ ਪੌੜੀ ਦੇ ਅਰਥ ਵੀ ਬਦਲ ਜਾਣਗੇ। ਭਾਵ ਇਹ ਹੈ, ਗੱਲ ਆਪਾਂ ਡਿਸਕਸ ਤਾਂ ਕਰ ਰਹੇ ਹਾਂ ਕਿ ਇਸ ਸ਼ਬਦ ਦੇ ਨਵੇਂ ਅਰਥ ਮਿਲਣ ਨਾਲ ਬਹੁਤ ਜਗ੍ਹਾ ਫਰਕ ਪਏਗਾ। ਟੀਕੇਕਾਰਾਂ ਨੇ ਨਹੀਂ ਕਿਤੇ ਵੀ ਕੀਤੇ। ਜਾਂ ਜੇ ਤੁਸੀਂ ਕਾਂਸੀ ਨਾਭਾ ਦਾ ਕੱਢੋਗੇ ਸੁਰਜੀਤ ਸਿੰਘ, ਉਹਦੇ ਵਿੱਚ ਤੁਹਾਨੂੰ 100 ਦਿਖੇਗਾ। ਜੇ ਸਹਿਸ ਦਾ ਤੁਸੀਂ ਪਹਿਲਾ ਵਰਡ ਉਹਨਾਂ ਨੇ 100 ਲਿਖਿਆ, ਉਸ ਤੋਂ ਗਾਹਾਂ ਉਹਦੀ ਕੋਈ ਬਹੁਤੀ ਉਹ ਨਹੀਂ ਕੀਤੀ ਉਹਨਾਂ ਨੇ, ਉਹ ਵੀ ਚੈੱਕ ਕਰ ਲਓ। ਕਾਂਸੀ ਨਾਭਾ ਜੀ ਦੇ ਜਿਹੜਾ ਹੈਗਾ ਉਹਦੇ ਵਿੱਚ ਸਹਿਸ ਦਾ ਅਰਥ ਲੱਭਣ ਦੀ ਕੋਸ਼ਿਸ਼ ਕਰੋ। ਮੈਂ ਵੀ ਤੁਹਾਡੇ ਨਾਲ ਹੀ ਕਰ ਲੈਣਾ। ਹਾਂ, ਇੱਕ ਸੈਕਿੰਡ ਮੈਂ ਹਾਂ, ਉਹੀ ਸੌਫਟਵੇਅਰ ਰੱਖੀਏ ਖੁੱਲਾ, ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਸਾਡੀ ਇੱਕ ਮੈਂ ਕਰਾਤ ਵੀ ਵੇਖਿਆ ਪਾਈ ਸੀ, ਇੱਕ ਪਾਈ ਸੀ, ਉਹ ਪ੍ਰੋਫੈਸਰ ਹੈਗੇ ਆ, ਉਹ ਬਾਕੀਆਂ ਨਾਲੋਂ ਕਾਫੀ ਅਗਾਂਹ ਵਧੂ ਹੈ। ਉਹ ਜ਼ਰੂਰ ਸੁਣਿਓ। ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਹੈ ਉਹਦੇ ਤੇ ਕਿਉਂ ਕੁਐਸਚਨ ਰੇਜ਼ ਹੋ ਰਹੇ ਹੈ, ਕਿਉਂਕਿ ਉਹ ਲਿਟਰਲ ਹੈ। ਉਹਦੇ 'ਚ ਕੋਈ ਫਿਲੋਸਫੀ ਤਾਂ ਹੈ ਹੀ ਨਹੀਂ। ਉਹ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਕਹਿੰਦੇ ਅੱਖਰੀ ਅਰਥ ਹੈ, ਔਰ ਅੱਖਰੀ ਅਰਥਾਂ 'ਚ ਵੀ ਪ੍ਰੋਬਲਮ ਹੈ। ਉੱਥੇ ਅੱਖਰੀ ਅਰਥ ਵੀ ਸਹੀ ਨਹੀਂ ਹੋਏ। ਭਾਵਾਤਮਕ ਤਾਂ ਇਹਦੀ ਤਾਂ ਗੱਲੇ ਛੱਡੋ, ਉੱਥੇ ਕੁਝ ਹੈ ਹੀ ਨਹੀਂ। ਇਹ ਗੱਲ ਹੁਣ ਪ੍ਰੋਫੈਸਰ ਜਿਹੜੇ ਯੂਨੀਵਰਸਿਟੀਆਂ ਦੇ ਹੈ, ਕੋਈ ਪ੍ਰੋਜੈਕਟ ਚੱਲ ਰਿਹਾ 9ਵੇਂ ਪਾਤਸ਼ਾਹ ਵਾਸਤੇ, ਉਹਦੇ 'ਚ ਗੱਲਾਂ ਹੁਣ ਖੁੱਲ ਕੇ ਆ ਰਹੀਆਂ ਵੀ ਇਹ ਕੀ ਹੋ ਰਿਹਾ। ਸੋ ਪਾਤਾਲਾਂ ਪਾਤਾਲ ਲੱਖ, ਇਹ ਆਪਾਂ ਕਿਹਾ ਵੀ ਅਜੇ ਆਪਾਂ ਮਿਲਿਆ ਉਹ ਸਹਿਜ ਦਾ ਅਰਥ। ਫਿਰ ਆਪਾਂ ਕਹਾਂ ਜਿਹੜਾ ਈਸ਼ਰ ਮਾਈਕਰੋਮੀਡੀਆ 'ਚ ਜਿਹੜਾ ਸਹਿਜ ਦਾ ਮਤਲਬ ਹੈ ਉਹ 1000 ਕੀਤਾ ਹੋਇਆ ਇਹਨਾਂ ਨੇ। ਨਹੀਂ, ਕਾਂਸੀ ਨਾਭਾ ਦੇ ਮਹਾਨ ਕੋਸ਼ ਜਾਓ, ਉਹ ਇਹਦੇ ਵਿੱਚ ਹੀ ਹੈਗਾ, ਉਹ ਵਿੱਚ ਹੀ ਆ। 3 ਕੋਸ਼ ਹੈ ਇਹਦੇ 'ਚ। ਭਾਈ ਵੀਰ ਸਿੰਘ ਦਾ, ਇੱਕ ਪ੍ਰੋਫੈਸਰ ਗੁਰਸ਼ਰਨ ਸਿੰਘ ਦਾ, ਉਹਨਾਂ ਦੋਹਾਂ ਨੇ 1000 ਕੀਤੇ ਆ। ਪਰ ਜਿਹੜੇ ਸਹਿਸ, ਮੈਂ ਤੁਹਾਨੂੰ ਦੱਸ ਦਿੰਦਾ, ਇਹ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਦਾ ਹੀ ਹੈਗਾ। ਉਹਦੇ 'ਚ ਲਿਖਿਆ ਹੋਇਆ ਉਹਨਾਂ ਨੇ 100 ਤੋਂ ਸ਼ੁਰੂ ਕੀਤਾ, 700 ਹੈਨਾ। ਇਹਨਾਂ ਨੇ ਇੰਡੀਕੇਸ਼ਨ ਦਿੱਤੀ ਹੈ, ਪਰ ਅੱਗੇ ਫਿਰ ਉਹ ਕਹਿ ਦਿੰਦੇ ਆ ਸੰਮਤ 17 ਸਹਿਸ ਭਣੀਜੇ। ਇੱਥੇ ਤਾਂ ਉਹ ਕਹਿੰਦੇ ਆ ਵੀ 100 ਹੈਗਾ, ਇੱਥੇ ਤਾਂ ਉਹਨੇ ਖੋਜ ਲਿਆ, ਪਰ ਗਾਹਾਂ ਫਿਰ ਉਹ 1000 ਆਪੇ ਕਹਿਣ ਲੱਗ ਜਾਂਦੇ ਆ। ਨਹੀਂ, ਉਹ ਦੂਜਾ ਮੀਨਿੰਗ ਕੀਤਾ, 2 ਮੀਨਿੰਗ ਕੀਤੇ ਹੋਏ ਨੇ। ਪਹਿਲਾ ਮੀਨਿੰਗ 100 ਕੀਤਾ ਹੋਇਆ, ਦੂਜਾ ਉਹਨਾਂ ਨੇ ਸਹਸਤਰ ਕਹਿਤਾ ਵੀ ਜਿਹਦੇ 'ਚ ਬਹੁਤ ਜ਼ਿਆਦਾ। ਨਹੀਂ, ਉਹਨਾਂ ਨੇ 10 100 ਕਹਿ ਕੇ 1000 ਕਰਤਾ, ਬਹੁਤ ਜ਼ਿਆਦਾ ਨਹੀਂ ਕਿਹਾ। ਉਹਨਾਂ ਨੇ 100 ਨੂੰ 10 ਨਾਲ ਗੁਣਾ ਕਰਤਾ, ਕਿਉਂਕਿ ਉਹਨਾਂ ਪਰ ਪ੍ਰਭਾਵ ਹੈ ਕਿਸੇ ਮਤ ਦਾ। ਜਦ ਕਿ ਉਹ 10ਮ ਪੜ੍ਹਦੇ ਆ ਤਾਂ ਉਹਨਾਂ ਨੂੰ ਕਲੀਅਰ ਹੈ ਵੀ ਇਹਦਾ ਅਰਥ 100 ਤੋਂ ਇੱਧਰ ਉੱਧਰ ਨਹੀਂ ਹਿਲਦਾ। ਪਰ ਜਦੋਂ ਫਿਰ ਦੂਸਰੇ ਪਾਸੇ ਆ ਜਾਂਦੇ ਆ, ਉੱਥੋਂ ਪਤਾ ਲੱਗਦਾ ਵੀ ਉਹ ਕਹਿੰਦੇ ਆ ਵੀ ਹਾਂ, ਇਹ ਗੱਲ ਹੋਰ ਜਗ੍ਹਾ ਵੀ ਤੁਹਾਨੂੰ ਜਿਹੜੇ ਨਵੇਂ ਟੀਕੇ ਆ ਨਾ, ਉਹ ਵੀ 10 100 ਕਹਿੰਦੇ ਆ। ਉਹਨਾਂ ਨੇ 10 ਨੂੰ 100 ਨਾਲ ਮਲਟੀਪਲਾਈ ਕਰ ਲਿਆ। ਉਹ ਕਿਉਂ ਕੀਤਾ ਉਹਨਾਂ ਨੂੰ ਆਪ ਨਹੀਂ ਪਤਾ, ਕਿਉਂਕਿ ਉਹ ਗੱਲ ਪ੍ਰਚਲਿਤ ਹੈ। ਖੋਜ ਦੀ ਕਮੀ ਹੈ, ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। ਹੁਣ ਆ ਜਿਹੜਾ, ਜੇ ਹੁਣ ਆਪਾਂ ਇਹਦੇ ਤੇ ਆਈਏ, ਪਾਤਾਲਾਂ ਪਾਤਾਲ ਲੱਖ ਦੀ ਜੋ
फरीदकोट टीका वो कहने हैं सिद्धो लाखों ही पातालों के नीचे पाताल हैं, लाखों आकाशों में ऊंचे आकाश हैं। ते फिर वो की कहते हैं लख पद देहली दीपक न्याय से दोनों साथ जुड़ जाता है। पर जेडे एक गुरप्रसाद.com साइट है उन्होंने बहुत कम किया हुआ है, ये गल उन्होंने शलाघायोग है, तुम जाके देख लियो। जिन्ने अर्थ है जिन्ने मतलब मिशनरी विचारधारा दे हैं सारे उन्होंने पाए हुए हैं। व्याकरण का बहुत खास उन्होंने एक सैक्शन बनाया। फिर जप बाणी की भी बड़ी खुली विचार की है, जिन्ना को उन्होंने समझ है, क्योंकि वो फिर भी साहिब सिंह की सोच च फसते हैं जा जाके। उन्होंने ये नहीं लगता भी साहिब सिंह की जी सोच है बड़ी लिटरल सी, उन्होंने इंप्रूव करो। वो इंप्रूव करने की बजाय सुस्ती वरतते हैं, उन्होंने मन जाने गल सुस्ती वो मारती है जब भी मारती है। जो किसी ने कुछ किया है, जो स्टीम इंजन बनया सी हुण केड़ा हुण तक गड्डी की स्पीड हैगी है 400 किलोमीटर आवर। जे असीं ਉਹੀ 40 किलोमीटर वाला स्टीम इंजन चलाई जावांगे ਜਿਹੜਾ उस समय मतलब ਇਹਦਾ 1700 कुछ ਦਾ निकलिया होया स्टीम इंजन, ਉਹ ਗੱਲ नहीं है। साडी यही मेन प्रॉब्लम है। वो प्रोफैसर जी भी दस रहे हैं भी व्याख्या प्रणाली वाल तो कोई भी नहीं जाता। मैक्सीमम है भी बाजा सिख लो, ਉਹਨੂੰ लोग कीर्तन कही जाने हैं, सिर मारी जाने हैं, थोड़े पैसे बनी जाने हैं, ना थोड़ा कुछ समरना ना उन्हों का समरना, ना तुसीं सवारन लई जांदे ही हो किसी का। तुसीं तां सिर्फ एक मूहरे रखा है भी असीं इनू उपजीविका बना लिया अपना। गुरबाणी का ये परपस नहीं सी भी इनू गा के इहदे आपां ਉਹ ਬਣਾਈਏ, ਇਹਦੇ ਚੋਂ ਆਪਾਂ ਕੀ ਕਹਿੰਦੇ ਆ ਕੋਈ ਆਰਥਿਕ ਇਹਦੇ ਚੋਂ ਲਾਭ ਲਈਏ। ਆਰਥਿਕ ਲਾਭ ਦੀ ਤਾਂ ਵਸਤੂ ਸੀ ਨਹੀਂ। ਹੁਣ ਛਾਪਦੇ ਆ ਜਿਹੜੇ ਉਹ ਵੀ ਪੈਸੇ ਮਾਰੀ ਜਾਂਦੇ ਆ, ਜਿਹੜੇ ਗਾਹਾਂ ਤੋਂ ਗਾਹਾਂ ਮਤਲਬ ਇਹ ਉਹ ਕੰਮ ਨਹੀਂ ਰਿਹਾ। ਇਹ ਮੈਨੂੰ ਖੁਸ਼ੀ ਹੈ ਵੀ ਜੇ ਤੁਸੀਂ ਉਹ ਸੁਣੋਗੇ, ਜਿਹੜੀ 9ਵੇਂ ਪਾਤਸ਼ਾਹ ਦੀ ਮੈਂ ਗੱਲ ਭੇਜੀ ਹੈ ਜਿਹਨਾਂ ਕੋਲ ਆਸਫ ਕੋਲ ਆਈ ਹੋਏਗੀ, ਉਹ ਆਪ ਪੰਜਾਬੀ ਯੂਨੀਵਰਸਿਟੀ ਸੈਮੀਨਾਰ 'ਚ ਉਹਨਾਂ ਨੇ ਗੱਲ ਕਹੀ ਹੈ ਵੀ ਵਿਆਖਿਆ ਜਿਹੜੀ ਪ੍ਰਣਾਲੀ ਹੈ ਉਹਦੇ ਵੱਲ ਤਾਂ ਬਹੁਤ ਹੀ ਜ਼ਿਆਦਾ ਸੁਸਤੀ ਹੈ। ਅਸੀਂ ਉਹ ਸਾਹਿਬ ਸਿੰਘ ਜੀ ਵਾਲੇ ਸਹੀ ਮੰਨੀ ਜਾਂਦੇ ਆ, ਇੰਪਰੂਵ ਨਹੀਂ ਕਰਦੇ। ਆਪਾਂ ਇੰਪਰੂਵਮੈਂਟ ਦੀ ਗੱਲ ਕਰਾਂਗੇ ਵੀ ਆਹ ਗੱਲਾਂ ਲਿਖੀਆਂ ਔਰ ਉਹਨਾਂ ਚੋਂ ਰਿਜ਼ਲਟ ਮਿਲ ਜਾਂਦਾ, ਅੱਗੇ ਜਾਣ ਦੀ ਲੋੜ ਨਹੀਂ ਪੈਂਦੀ। ਹੁਣ ਆ ਵੀ ਕਿਸੇ ਨੇ ਖੋਜਿਆ ਵੀ ਸੇਵਾ ਸਾਧਨਾ ਜਾਣਿਆ ਹਰਾਇਆ ਵੀ ਨੰਨਾ ਦੋਹੇ ਪਾਸੇ ਲੱਗੇਗਾ। ਸੇਵਾ ਸਾਧ ਨਾ ਜਾਣਿਆ ਹਰਾਇਆ, ਨਾ ਤਾਂ ਸੇਵਾ ਸਾਧ ਦੀ ਕੀਤੀ ਹੈ ਔਰ ਇਹ ਨੰਨਾ ਨਹੀਂ ਹੈ। ਦੂਸਰੀ ਗੱਲ ਹੈ ਵੀ ਇਹ ਨੰਨੇ ਨੂੰ ਇੱਕ ਮਾਤਰਾ ਲੱਗੀ ਹੈ, ਇਹ ਅਲਫਾਬੈਟ ਚੋਂ ਲੈਟਰ ਨਹੀਂ ਹੈ ਨੰਨਾ। ਸੋ ਇਹ ਗੱਲਾਂ ਜੋ ਹਨ ਇਹ ਇਸ਼ਾਰੇ ਹੀ ਹੈ, ਜੇ ਇਹਨਾਂ ਚੋਂ ਹੀ ਆਪਾਂ ਬੁੱਝ ਜਾਾਂਗੇ, ਬੁਝਾਇਆ ਤਾਂ ਹੋਇਆ, ਪਰ ਉਹਦੇ ਲਈ ਤੁਹਾਡਾ ਮਾਈਂਡ ਸੈੱਟ ਬਦਲਣਾ ਪੈਂਦਾ। ਜਿਹੜੇ ਮਾਈਂਡ ਸੈੱਟ 'ਚ ਆਪਾਂ ਫਿਰਦੇ ਆ ਉਹਦੇ ਨਾਲ ਇਹ ਗੱਲਾਂ ਨਹੀਂ ਸਮਝ ਆਉਂਦੀਆਂ। ਮੈਂ ਬੜਾ ਕਲੀਅਰ ਹਾਂ ਇਸ ਗੱਲ ਵਾਸਤੇ। ਉਹ ਮਾਈਂਡ ਸੈੱਟ ਛੱਡਣਾ ਪਏਗਾ, ਉਹ ਤੋਂ ਗਾਹਾਂ ਫਿਰ ਗੱਲ ਵੱਧਦੀ ਹੈ। ਹੁਣ ਇਹਦੇ 'ਚ ਆਪਾਂ ਆਹੀ ਕਿਹਾ ਸੀ ਵੀ ਇੱਕ ਔਰ ਵਾਤ, ਇੱਕ ਤੇ ਮੁਕਤਾ, ਠੀਕ ਹੈ ਨਾ ਜੀ, ਕਲੀਅਰ ਹੈ ਸਭ ਨੂੰ ਵੀ ਇੱਕ ਤੇ ਮੁਕਤਾ ਲੱਗਿਆ ਹੋਇਆ। ਇੱਕ ਜਿਹੜਾ ਹੈਗਾ ਉਹਦੇ ਤੇ ਆਪਾਂ ਦੇਖਦੇ ਹਾਂ ਵੀ ਔਂਕੜ ਲੱਗਿਆ ਹੋਇਆ। ਸੋ ਇਹ ਦੋਹਾਂ ਦਾ ਆਪਾਂ ਨੂੰ ਫਰਕ ਜਿਹੜਾ ਹੈਗਾ ਆਮ ਗ੍ਰਾਮਰ 'ਚ ਪਤਾ ਲੱਗ ਜਾਂਦਾ ਹੈ। ਇਹ ਪਹਿਲਾਂ ਵੀ ਆਉਂਦਾ ਇੱਕ ਵਾਲਾ ਗੁਰਾ ਇੱਕ ਦੇ ਬੁਝਾਈ, ਤੇ ਦੂਸਰਾ ਇੱਕ ਆ ਹੈਗਾ ਉਹ ਧਾਤ ਨਾਲ ਜੁੜਦਾ ਹੈਗਾ। ਇੱਕ ਉਹਦਾ ਵਿਸ਼ੇਸ਼ਣ ਹੈ ਜਿਹੜਾ ਵਰਡ ਵਾਤ ਹੈ, ਇਹ ਨਾਊਨ ਹੈ, ਫੈਮਿਨਾਈਨ ਹੈ, ਇਸਤਰੀਵਾਚਕ ਹੈ, ਤਾਂ ਇੱਕ ਦਾ ਔਂਕੜ ਲੈ ਗਿਆ। ਹੁਣ ਜਿਹੜਾ ਥੱਲੇ ਇੱਕ ਧਾਤ ਹੈ ਇੱਥੇ, ਕਿਉਂਕਿ ਧਾਤ ਸ਼ਬਦ ਤੇ ਔਂਕੜ ਹੈ ਤਾਂ ਇੱਕ ਤੇ ਵੀ ਆਏਗਾ। ਇਹ ਸਿੰਪਲ ਰੂਲ ਹੈ। ਇੱਥੇ ਐਡਜੈਕਟਿਵ ਦੀ ਫਾਰਮ 'ਚ ਇੱਕ ਯੂਜ਼ ਹੋ ਰਿਹਾ, ਇਹ ਕਦੇ ਕਦੇ ਨਿਊਮਰਲ ਦੀ ਫਾਰਮ 'ਚ ਵੀ ਹੋ ਜਾਂਦਾ। ਨਿਊਮਰਲ ਸਮਝੋ ਗਿਣਤੀ ਦੀ ਫਾਰਮ 'ਚ ਵੀ ਹੁੰਦਾ। ਤੇ ਇਹ ਦੋਹਾਂ ਕੰਮ ਦਿੰਦਾ ਸਾਨੂੰ, ਇਸਤਰੀਵਾਚਕ ਵੀ ਦਿੰਦਾ, ਪੁਰਸ਼ਵਾਚਕ ਵੀ ਦਿੰਦਾ, ਤੇ ਨਿਊਮਰਲ 'ਚ ਵੀ ਦਿੰਦਾ ਵੀ ਇਹ 1 2 3 4 ਜਿਹਾ ਅਸੀਂ ਲਿਖਦੇ ਹਾਂ। ਤੇ ਇਹ ਤੋਂ ਹੁਣ ਆਪਾਂ ਇਹ ਹੈਗਾ ਸਭ ਤੋਂ ਪਹਿਲਾਂ, ਜੇ ਕਿਸੇ ਨੇ ਕਦੇ ਪੜ੍ਹਿਆ ਹੋਵੇ ਕਾਨਸੀ ਨਾਭਾ ਜੀ ਦਾ, ਵੀ ਇੱਥੋਂ ਹੀ ਗਿਆਨ ਚੱਲਿਆ ਹੋਇਆ। ਜੇ ਤੁਸੀਂ ਪੜ੍ਹੋ, ਇਹ ਪਹਿਲਾ ਟੀਕਾ ਸੀ। ਇੱਕ ਸੈਕਿੰਡ, ਹਾਂਜੀ ਭਾਈ ਸਾਹਿਬ, ਮੈਂ ਜ਼ੂਮ ਤੇ ਤੁਹਾਨੂੰ ਉਹ ਭੇਜਿਆ, ਮੈਂ ਮੀਟਿੰਗ ਲੱਗਿਆ ਹੋਇਆ। ਜੇ ਤੁਸੀਂ ਕਨੈਕਟ ਹੋ ਸਕਦੇ ਹੋ ਤਾਂ ਜਿਹੜਾ ਲਾਸਟ ਲਿੰਕ ਹੈ ਉਹ ਤੇ ਕਨੈਕਟ ਹੋ ਜਾਓ ਪਲੀਜ਼। ਠੀਕ ਹੈ ਜੀ, ਓਕੇ। ਇਹ ਗੁਰਗਿਰਤਾਰਥ ਜਿਹੜਾ ਕੋਸ਼ ਹੈ ਨਾ ਜੀ, ਇਹ ਸਾਡਾ ਉਦੋਂ ਲਿਖਿਆ ਗਿਆ ਜਦੋਂ ਸਾਡੇ ਪਰ ਗੋਰਿਆਂ ਨੇ ਪ੍ਰੈਸ਼ਰ ਪਾਇਆ ਕਿ ਤੁਹਾਡੇ ਕੋਲ ਕੋਸ਼ ਨਹੀਂ ਹੈਗਾ।
ਇਹ ਮੇਰੇ ਕੋਲ ਕਾਪੀ ਪਈ ਹੈ ਇਹਦੀ, ਮਿਲਦਾ ਹੈ, ਅਵੇਲੇਬਲ ਹੈ। ਜੋ ਇਹਦੇ ਵਿੱਚ ਅਰਥ ਹੋ ਗਏ, ਕਾਂਸੀ ਨਾਭਾ ਜੀ ਨੇ ਇਹਨੂੰ ਫੋਲੋ ਕੀਤਾ ਹੋਇਆ, ਤੁਸੀਂ ਦੇਖ ਲਿਓ। ਖਾਸ ਕਰ ਜਿਹੜੇ ਆਪਣੇ ਸ਼ਬਦ ਹੈ, ਗੁਰੂ ਵਿੱਚ ਪ੍ਰਮਾਤਮਾ ਦੇ ਅਰਥ ਕਰਨੇ, ਤੇ ਦੂਸਰਾ ਚਾਰ ਪਦਾਰਥ ਜੋ ਇਹਦੇ ਚ ਹੋਏ ਹੋਏ ਆ, ਉਹੀ ਗਾਹਾਂ ਚੱਲੀ ਗਏ ਆ। ਇਹ ਪਹਿਲਾ ਕੋਸ਼ ਸੀ ਇਹ, ਜਾਂ ਫਿਰ ਭਾਈ ਵੀਰ ਸਿੰਘ ਜੀ ਨੇ ਲਿਖਿਆ, ਕਿਉਂਕਿ ਭਾਈ ਵੀਰ ਸਿੰਘ ਵੀ ਸਮਝਦੇ ਸੀ ਵੀ ਜੋ ਗੋਰਿਆਂ ਨੇ ਸਾਡੀ ਬੇਇੱਜ਼ਤੀ ਕੀਤੀ ਹੈ, ਉਹਨੇ ਸਾਡੀ ਇਨਸਲਟ ਕੀਤੀ ਹੈ, ਵੀ ਤੁਸੀਂ ਬਿਨਾਂ ਕੋਸ਼ ਤੋਂ ਅਰਥ ਕਿਵੇਂ ਕਰਦੇ ਹੋ। ਕਿਉਂਕਿ ਉਹਨਾਂ ਨੇ ਅਰਥ ਕਰਾਉਣੇ ਸੀ। ਜਿਹੜਾ ਅਰਥ ਕਰਦਾ ਸੀ ਗੋਰਾ, ਉਹ ਸਿਗਰਟ ਪੀਂਦਾ ਸੀ, ਤੇ ਉਹਨੂੰ ਇਹ ਵੀ ਪਤਾ ਸੀ ਵੀ ਸਿੱਖ ਜਿਹੜੇ ਆ ਮੈਨੂੰ ਐਡਮਿਟ ਨਹੀਂ ਕਰਨਗੇ ਕਿਸੇ ਵੀ ਗੁਰਦੁਆਰੇ 'ਚ ਜਾਣਾ, ਕਿਉਂਕਿ ਮੈਂ ਤਾਂ ਸਿਗਰਟ ਪੀਂਦਾ। ਉਹ ਕਹਿੰਦਾ ਵੀ ਮੈਨੂੰ ਕੋਸ਼ ਦੇ ਦਿਓ, ਮੈਂ ਵਾਪਸ ਜਾ ਕੇ ਜਰਮਨੀ ਜੋ ਮੈਨੂੰ ਸਮਝ ਆਏਗੀ ਮੈਂ ਲਿਖ ਦਾਂਗਾ। ਉਹ ਕੋਸ਼ ਉਹਨੂੰ ਮਿਲਿਆ ਨਹੀਂ, ਉਹਨੇ ਸਿੱਖਾਂ ਪਰ ਕਮੈਂਟ ਮਾਰਤਾ। ਜਦੋਂ ਉਹਨੇ ਆਪਣਾ ਕੋਸ਼ ਬਣਾਇਆ, ਉਹਨੇ ਪੰਡਤ ਤੋਂ ਪੁੱਛ ਕੇ ਬਣਾਇਆ, ਕਿਉਂਕਿ ਪੰਡਤ ਦੇ ਭਾਸ਼ਾ ਨੂੰ ਜਾਣਦਾ ਸੀ। ਪੰਡਤ ਵਾਲਾ ਕੋਸ਼ ਇਹ ਚੱਲੀ ਗਿਆ ਅੱਗੇ, ਅਸਾਂ ਤੋਂ ਕੋਸ਼ ਹੀ ਨਹੀਂ ਬਣਿਆ। ਬਸ ਬਾਕੀ ਕੰਮ ਅਸੀਂ ਆਲੇ ਦੁਆਲੇ ਫਿਰੀ ਗਏ ਆ। ਉਹ ਜਿਹੜਾ ਅਸਲੀ ਕੰਮ ਸੀ ਸਾਤੋਂ ਰਹਿ ਗਿਆ। ਸਾਨੂੰ ਇਹਦੀ ਲੋੜ ਹੈ, ਮੈਂ ਇਹ ਦੱਸਣਾ ਚਾਹੁੰਦਾ। ਜੇ ਪਿੱਛੇ ਗਲਤੀ ਹੋ ਗਈ ਹੈ, ਆਪਾਂ ਇਹਨੂੰ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਸਹਿਸ ਦਾ ਅਰਥ ਜੋ ਹੈ ਉਹ ਹੈ ਲਿਟਰੇਚਰ 'ਚ ਹੀ ਹੈ ਸਾਡੀ 'ਚ, ਪਰ ਸਾਨੂੰ ਉਹ ਖੋਜਣ ਦੀ ਜਾਚ ਚਾਹੀਦੀ ਹੈ, ਤੇ ਉਹ ਸਾਡੇ ਅੰਦਰ ਗਿਆਨ ਦੀ ਭੁੱਖ ਚਾਹੀਦੀ ਹੈ। ਅਸੀਂ ਗਰੁੱਪਾਂ 'ਚ ਵੰਡੇ ਹੋਏ ਆ, ਅਸੀਂ ਅਗਿਆਨਤਾ 'ਚ ਘਿਰਣਾ ਕਰਦੇ ਹਾਂ। ਉਹ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਉਹ ਅਗਿਆਨਤਾ ਦੀ ਘਿਰਣਾ ਕਿਵੇਂ ਸਾਨੂੰ ਤੰਗ ਕਰੇਗੀ। ਆਹੀ ਉਹ ਸਾਈਟ ਹੈ, ਮੈਂ ਤੁਹਾਨੂੰ ਉੱਪਰ ਲਿਖ ਕੇ ਦਿੱਤੀ ਹੈ, gurprasad.com। ਉਹਦੇ ਵਿੱਚ ਉਹਨਾਂ ਨੇ ਆ ਜਪ ਬਾਣੀ ਦੇ ਅਰਥਾਂ ਵਿੱਚ ਆ ਲਿਖਿਆ। ਇਹ ਪ੍ਰੋਫੈਸਰ ਸਾਹਿਬ ਸਿੰਘ ਤੋਂ ਪੜ੍ਹ ਕੇ ਉਹਨਾਂ ਨੇ ਅੱਗੇ ਉਹ ਕੀਤਾ। 40 ਮਿੰਟ ਬਾਅਦ ਜੇ ਸਟਾਪ ਹੋ ਗਿਆ, ਆਪਾਂ ਇਹਨੂੰ ਮੈਂ ਦੁਬਾਰਾ ਭੇਜ ਦਾਂਗਾ, ਇਹਦੇ ਤੇ ਆਪਾਂ ਦੁਬਾਰਾ ਜੁਆਇਨ ਇਨ ਹੋ ਜਾਵਾਂਗੇ, ਤੇ ਜਾਂ ਹੋ ਗਈ ਤੇ ਦੁਬਾਰਾ ਜੁਆਇਨ ਇਨ ਹੋ ਜਾਵਾਂਗੇ। ਸੋ ਗੱਲ ਇਹ ਹੈ ਵੀ ਆ ਜੋ ਹੈ ਕਿਸੇ ਅੱਛੇ ਬੰਦੇ ਦੀ ਮਿਹਨਤ ਹੈਗੀ ਹੈ, ਲਗਭਗ 20-25। ਮੈਂ ਉਹਨਾਂ ਨੂੰ ਮਿਲਿਆ ਹੋਇਆ, 6 ਘੰਟੇ ਉਹਨਾਂ ਨਾਲ ਬੈਠੇ ਆ, ਉਹਨਾਂ ਤੋਂ ਹੀ ਉਹਨਾਂ ਨੇ ਫਿਰ ਅੱਗੇ ਇਹ ਕੀਤਾ। ਪਰ ਜੋ ਲਿਖਤ ਹੈ ਉਹਨਾਂ ਚੋਂ ਪਤਾ ਲੱਗ ਜਾਂਦਾ ਵੀ ਇੱਥੇ ਇੱਥੇ ਕਮੀ ਹੈ, ਆਪਾਂ ਨੂੰ ਦੂਰ ਕਰਨੀ ਪਏਗੀ। ਉਚਾਰਨ ਉਹ ਠੀਕ ਹੈ, ਪਹਿਲਾਂ ਉਚਾਰਨ ਨਹੀਂ ਦਿੱਤਾ, ਤੁਸੀਂ ਦੇਖੋਗੇ ਸਾਹਿਬ ਸਿੰਘ ਨੇ ਉਚਾਰਨ ਨਹੀਂ ਦਿੱਤਾ। ਜਿਹੜੇ ਗਿਆਨੀ ਹਰਬੰਸ ਸਿੰਘ ਉਹਨਾਂ ਨੇ ਉਚਾਰਨ ਲਿਖਤਾ। 18 ਤੇ ਕਿਤਾਬਾਂ ਪੜ੍ਹੋ ਕਹਿੰਦੇ, ਕਿਉਂਕਿ ਬਿੰਦੀ ਜਿਹੜੀ ਹੈਗੀ ਹੈ ਉਹ ਲੱਗਦੀ ਹੈ ਸਾਡੀ ਭਾਸ਼ਾ 'ਚ, ਕੁਦਰਤੀ ਤੌਰ ਤੇ ਲੱਗਦੀ ਹੈ। ਜੇ ਅਸੀਂ ਕਹਾਂਗੇ ਨਹੀਂ ਲੱਗਦੀ, ਉਹ ਅਸੀਂ ਧੱਕਾ ਕਰ ਰਹੇ ਹਾਂ। ਉਹ ਲੱਗਦੀ ਹੈ ਸਾਡੀ ਭਾਸ਼ਾ 'ਚ, ਆਮ ਗੱਲ ਹੈ, ਕਿਤੇ ਲੱਗੀਆਂ ਵੀ ਹੈ ਕਿਤੇ ਨਹੀਂ। ਹੁਣ ਉਹ ਕਹਿੰਦੇ ਚਾਰੋਂ ਕਿਤਾਬਾਂ ਆਖਦੀਆਂ ਹਨ ਕਿ 18,000 ਆਲਮ। ਹੁਣ ਜਦੋਂ ਅੱਖਰ ਜਦੋਂ 100 ਤੇ ਆ ਗਿਆ, 18,000 ਨਹੀਂ ਰਹੇਗਾ, ਪਹਿਲਾਂ ਤਾਂ 1800 ਹੋ ਜਾਏਗਾ। ਦੂਸਰਾ ਇੱਕ ਧਾਤ ਤਤ ਸਾਰ ਭਵ ਰੱਬ ਅੱਲਾ ਖੁਦਾ ਹੈ, ਇਹ ਗੱਲ ਨਹੀਂ ਹੈ ਉੱਥੇ। ਜਿਹੜੀ ਧਾਤ ਦੀ ਗੱਲ ਕੀਤੀ ਉਹ ਮਾਇਆ ਦੀ ਕੀਤੀ ਹੈ, ਕਿਉਂਕਿ ਜਿਹੜੇ ਉਹਨਾਂ ਦੇ ਆਕਾਸ਼ ਪਤਾਲ ਹੈ ਜਿੱਥੋਂ ਗੱਲ ਸ਼ੁਰੂ ਹੁੰਦੀ ਹੈ, ਉਹ ਮਾਇਆ ਦੇ ਆਕਾਸ਼ ਪਤਾਲ ਮੰਨਦੇ ਆ। ਉਹਨਾਂ ਨੂੰ ਨਹੀਂ ਪਤਾ ਵੀ ਹਿਰਦੇ 'ਚ ਵੀ ਆਕਾਸ਼ ਹੁੰਦਾ। ਉਹ ਧਵਲ ਆਕਾਸ਼ ਗੁਰਬਾਣੀ 'ਚ ਤਾਂ ਦੱਸਿਆ, ਸੁਣਿਆ, ਸਾਤੋਂ ਸੱਤ ਉਹ ਵੀ ਨਹੀਂ ਪੜ੍ਹ ਹੋਈ ਸਹੀ। ਅਸੀਂ ਸਿਹਾਰੀ 'ਚ ਫਸ ਗਏ ਵੀ ਇਹਨੂੰ ਸੁਣਿਆ ਪੜ੍ਹਨਾ, ਉਹਨੂੰ ਸੁਣੀਏ ਪੜ੍ਹਨਾ, ਗਾਹਾਂ ਨਹੀਂ ਗਏ। ਸੁਣਿਆ ਕਿਹਨੂੰ ਸੁਣੀ ਹੈ, ਕਿੱਥੋਂ ਸੁਣੀ ਹੈ, ਆਉਂਦੀ ਕਿੱਥੋਂ ਹੈ? ਹਿਰਦੇ 'ਚ ਆਉਂਦੀ ਹੈ। ਧਰਤੀ ਹਿਰਦਾ ਹੁੰਦਾ, ਅੱਗੇ ਧਵਲ ਆਕਾਸ਼ 'ਚੋਂ ਆਉਂਦੀ ਹੈ। ਇੱਕ ਨੀਲਾ ਆਕਾਸ਼ ਹੈ ਜਿਹੜਾ ਸਾਨੂੰ ਬਾਹਰ ਫਿਜ਼ੀਕਲ ਦਿਖਦਾ। ਜਿੰਨੀਆਂ ਮੱਤਾਂ ਉਹ ਬਾਹਰਲੇ ਆਕਾਸ਼ 'ਚ ਫਸ ਗਈਆਂ, ਤਾਂ ਹੀ ਉਹ ਲੱਖ ਆਕਾਸ਼ਾਂ ਆਕਾਸ਼ ਕਹਿ ਗਏ ਨਾ, ਕਿਉਂਕਿ ਉਹਨਾਂ ਨੂੰ ਲੱਗਿਆ ਵੀ ਪਤਾਲ ਵੀ ਜਿੱਥੇ ਖੜੇ ਆ ਉਹਦੇ ਥੱਲੇ ਪਤਾਲ ਹੁੰਦਾ, ਉਹਦੇ ਉੱਪਰ ਆਕਾਸ਼ ਹੁੰਦਾ। ਇਹ ਟਰਮਨੋਲੋਜੀ ਨਾਲ ਉਹ ਚੱਲੀਏਗਾ ਵੀ ਇੰਨੇ ਨਛੱਤਰ ਹੈ ਉਹਨਾਂ ਕੋਲ, ਹਰੇਕ ਕੋਲ ਆਪਣਾ ਕੀ ਕਹਿੰਦੇ ਇੱਕ ਆਕਾਸ਼ ਹੈ ਇੱਕ ਪਤਾਲ ਹੈ। ਉਹ ਮਾਇਆ ਦੀ ਗੱਲ ਕਰਨ ਲੱਗ ਗਏ। ਉਹ ਗੱਲ ਆਪਾਂ ਪਹਿਲਾਂ ਵੀ ਕਰਕੇ ਹਟੇ ਆ ਵੀ ਗੁਰਮਤ ਨੇ ਉਸ ਗੱਲ ਨੂੰ ਨਹੀਂ ਮੰਨਿਆ। ਗੁਰਮਤ ਨੇ ਉਸ ਗੱਲ ਨੂੰ ਕਿਹਾ ਵੀ ਵੇਦਾਂ ਨੇ ਕੀ ਕਿਹਾ, ਅਵੇਰ ਚੇਤਨ ਹੁੰਦਾ। ਅਸੀਂ ਉੱਥੋਂ ਵੀ ਕਿਨਾਰਾ ਕਰਕੇ ਅਸੀਂ ਸੋਚਣ ਲੱਗ ਗਏ ਵੀ ਜਿਹੜੇ 4 ਲਿਖੇ ਹੋਏ ਹੈ ਇਹੀ ਵੇਦ ਹੈ, ਪਰ ਲਿਖੇ ਤਾਂ ਕਿਸੇ ਬੰਦੇ ਦੇ ਹੀ ਹੋਣਗੇ ਨਾ ਜੀ। ਤੇ ਜਿਹਦੇ ਬੰਦੇ ਦੇ ਲਿਖੇ ਹੋਏ ਹੈ ਉਹਨੂੰ ਵੇਦ ਕਿਹਾ ਜਾਂਦਾ। ਅਸਲ 'ਚ ਉਹਨੂੰ ਭਗਤ ਵੀ ਕਿਹਾ ਜਾਂਦਾ, ਉਹਨੂੰ ਸਤਿਗੁਰੂ ਵੀ ਕਿਹਾ ਜਾਂਦਾ। ਇਹ ਸਾਡੀ ਭਾਸ਼ਾ ਹੈ,
ਇਹ ਦੂਸਰੀ ਭਾਸ਼ਾ 'ਚ ਨਹੀਂ ਹੈ। ਸਿਮਰਤ ਸ਼ਾਸਤਰ ਨਾਲ ਨਾ ਇਹਨੂੰ ਕੰਪੇਅਰ ਕਰਨ ਲੱਗ ਜਾਓ। ਸਿਮਰਤ ਸ਼ਾਸਤਰ 'ਚ ਵੇਦ ਦਾ ਅਰਥ ਕੁਝ ਹੋਰ ਹੋਊਗਾ, ਔਰ ਉਹ ਤਾਂ ਵੇਦ ਨੂੰ ਮੰਨਦੇ ਨਹੀਂ, ਕਿਉਂਕਿ ਉਹਨਾਂ ਨੇ ਵੇਦ 'ਚੋਂ ਨਕਲ ਮਾਰੀ ਹੈ। ਜੇ ਉਹ ਵੇਦ ਨੂੰ ਮੰਨਣਗੇ ਤਾਂ ਉਹਨਾਂ ਦੀ ਨਕਲ ਜ਼ਾਹਰ ਹੋ ਜਾਂਦੀ ਹੈ। ਉਹ ਕਿਉਂ ਦੱਸਣ ਵੀ, ਜਿਵੇਂ ਕਹਿੰਦੇ ਬਿੱਲੀ ਨਹੀਂ ਦੱਸਦੀ ਸ਼ੇਰ ਨੂੰ ਦਰਖਤ ਤੇ ਚੜ੍ਹਨਾ, ਕਿ ਉਹਨੇ ਫਸਣਾ ਆਪ। ਉਹ ਜੇ ਦੱਸਣਗੇ ਸਰੋਤ ਉੱਥੋਂ ਲਿਆਂਦਾ, ਉਹ ਆਪਾਂ ਕਹਾਂਗੇ ਤੁਸੀਂ ਤਾਂ ਨਕਲ ਮਾਰੀ ਹੋਈ ਹੈ, ਫਿਰ ਸਾਨੂੰ ਉਹ ਸਰੋਤ ਦਿਓ। ਉਹ ਉਹਨਾਂ ਨੇ ਗਾਇਬ ਕਰਤਾ, ਕਿਉਂਕਿ ਉਹਨਾਂ ਨੂੰ ਗਾਇਬ ਕਰਨ 'ਚ ਫਾਇਦਾ ਸੀ। ਸੋ ਇਹ ਸਾਰੀਆਂ ਗੱਲਾਂ ਪ੍ਰਗਟ ਕੀਤੀਆਂ ਭਗਤਾਂ ਨੇ, ਹੋਰ ਕੁਝ ਨਹੀਂ ਕੀਤਾ। ਉਹਨਾਂ ਗੱਲਾਂ ਨੂੰ ਸੋਧਿਆ ਹੋਇਆ। ਸੋ ਆਪਾਂ ਇਹਦੇ ਹੁਣ ਅਰਥ ਜੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ 18,000 ਨਹੀਂ ਰਹੇਗਾ, 18 ਇੱਕ ਹੋ ਜਾਏਗਾ, 100 ਇੱਕ ਹੋ ਜਾਏਗਾ। ਦੋ ਇੰਡੀਪੈਂਡੈਂਟ ਵਰਡਸ ਹੈ ਹੁਣ ਇਹ। 18 ਇੱਕ ਹੈ, 100 ਇੱਕ ਹੈ। ਕੋਈ 18 ਵਾਲੇ ਪੱਖੋਂ ਗੱਲ ਕਹਿ ਰਿਹਾ, ਕੋਈ 100 ਵੱਲੋਂ ਕਹਿ ਰਿਹਾ। ਇਹਦੇ ਅਰਥ ਫਿਰ ਇਹ ਬਣਨਗੇ। ਇੱਕ ਕੋਲ 18 ਪੁਰਾਣ ਹੈ, ਜੇ ਤੁਸੀਂ ਪੁਰਾਣਾਂ ਦੀ ਖੋਜ ਕਰੋ, ਆਪਾਂ ਉਹਦੇ ਬਾਰੇ ਵੀ ਕਰ ਲੈਂਦੇ ਹਾਂ। ਪਰ ਇਹਨਾਂ ਨੇ ਹੁਣ 4 ਕਿਤਾਬਾਂ ਦਾ ਨਾਮ ਲਿਖਤਾ। ਇਹ ਬਿਲਕੁਲ ਹੀ ਸਾਨੂੰ ਫਸਾ ਲਿਆ 4 ਕਿਤਾਬਾਂ ਲਿਖ ਕੇ। ਗੁਰਬਾਣੀ ਨੇ 4 ਕਿਤਾਬਾਂ ਦਾ ਨਾਮ ਨਹੀਂ ਕਿਤੇ ਵੀ ਦਿੱਤਾ। ਇਹ ਸਾਡੀ ਖੋਜ ਹੈ, ਪਰ ਇਹ ਖੋਜ ਸਾਨੂੰ ਖੂਜ ਛੱਡਦੀ ਹੈ, ਕਿਉਂਕਿ ਅਸੀਂ ਇਹਦੇ ਨਾਲ ਅੰਜੀਲ ਨੂੰ ਕੁਰਾਨ ਦੇ ਬਰਾਬਰ ਲਿਆ ਦਿੰਦੇ ਹਾਂ। ਔਰ ਤੁਸੀਂ ਮੁਸਲਮਾਨ ਨੂੰ ਪੁੱਛ ਲਓ, ਉਹਨੂੰ ਬਾਈਬਲ ਨੂੰ ਮੰਨਦਾ ਹੀ ਨਹੀਂ ਹੈ। ਅਸੀਂ ਕੀ ਕੀਤਾ, ਕਿਸੇ ਇਨਫਲੂਐਂਸ 'ਚ ਆ ਕੇ ਅਸੀਂ ਉਹਨਾਂ ਨੂੰ ਪਿੱਛੇ ਨੂੰ ਤੋੜ ਲਿਆ। ਗੁਰਬਾਣੀ 'ਚ ਕਿਤੇ ਜ਼ਿਕਰ ਨਹੀਂ ਹੈ ਵੀ ਕੋਈ ਹੋਰ ਹੈ। ਕਿਤਾਬਾਂ ਹੈਗਾ, ਉਹ ਹਦੀਸ ਨੂੰ ਔਰ ਕੁਰਾਨ ਨੂੰ ਕਿਤਾਬਾਂ ਲਿਖਿਆ ਹੋਇਆ। ਹਦੀਸ ਸ਼ਬਦ ਆਉਂਦਾ, ਆਹ ਬਾਕੀ ਸ਼ਬਦ ਨਹੀਂ ਆਉਂਦੇ। ਇਹ ਜਿਹੜੀ ਸਾਡੀ ਖੋਜ ਹੈ, ਇਹ ਸਾਡਾ ਨੁਕਸਾਨ ਕਰ ਰਹੀ ਹੈ। ਇਸ ਤਰ੍ਹਾਂ ਦੀ ਖੋਜ ਤੋਂ ਆਪਾਂ ਥੋੜਾ ਬਚੀਏ। ਅੱਗੇ ਹੁਣ ਆਪਾਂ ਦੇਖਦੇ ਹਾਂ ਵੀ ਇਹਦੇ ਵਿੱਚ ਆਪਾਂ ਨੂੰ ਕੀ ਇਨਫਲੂਐਂਸ ਹੋਰ ਮਿਲਦਾ। ਹੁਣ ਜੇ ਤੁਸੀਂ ਇੰਟਰਨੈਟ ਤੋਂ ਵੀ ਪੜ੍ਹੋ, ਕਲੀਅਰ ਹੋ ਜਾਂਦੀ ਹੈ ਗੱਲ ਵੀ ਜਿਹੜੇ ਪੁਰਾਣ ਹੈ ਉਹ ਵਿਸ਼ਨ, ਸ਼ਿਵ ਤੇ ਬ੍ਰਹਮ ਵਾਸਤੇ ਲਿਖੇ ਸੀ। ਔਰ ਆ ਜਿਹੜਾ ਅੱਖਰ ਊ ਹੈਗਾ, ਇਹ ਪੁਰਾਣਾ ਦਾ ਅੱਖਰ ਹੈ। ਇਹਨੂੰ ਕੱਟਿਆ ਗੁਰੂ ਨਾਨਕ ਜੀ ਨੇ, ਜਦੋਂ ਓਂਕਾਰ ਬਾਣੀ ਦੀ ਪਹਿਲੀ ਪੰਕਤੀ 'ਚ ਕੱਟਤਾ ਹੈ ਊ। ਇਹਨੂੰ ਕਹਿੰਦੇ ਆ ਓਣਮ ਅੱਖਰ। ਜਿੱਥੋਂ ਵੀ ਸ਼ੁਰੂ ਹੋਏਗਾ ਪੁਰਾਣ, ਆ ਅੱਖਰ ਲਿਖਿਆ ਹੋਏਗਾ। ਉਹ ਕਹਿੰਦੇ ਵੀ ਇਹ ਅੱਖਰ ਲਿਖਿਆ ਕਿਵੇਂ ਤੁਸੀਂ? ਗੁਰੂ ਨਾਨਕ ਜੀ ਨੇ ਪੁੱਛਿਆ, ਜੇ ਕਦੇ ਤੁਸੀਂ ਓਂਕਾਰ ਬਾਣੀ ਨਹੀਂ ਖੋਲੀ ਤਾਂ ਖੋਲ ਕੇ ਦੇਖ ਲਿਓ, ਪਹਿਲੀ ਪੌੜੀ ਪੜ੍ਹ ਲਿਓ। ਉਹਦੇ 'ਚ ਪਤਾ ਵੀ ਜਿਹਨੂੰ ਉਹ ਕਹਿੰਦੇ ਓਣਮ ਅੱਖਰ ਕਰੋ, ਵੀ ਓਣਮ ਅੱਖਰ ਤੁਸੀਂ ਲਿਖਾਇਆ ਕਿਉਂ ਕਿਸੇ ਨੂੰ? ਇਹ ਤਾਂ ਵਿਚਾਰ ਦਾ ਵਿਸ਼ਾ ਸੀ, ਉੱਥੇ ਰੋਕਿਆ ਹੋਇਆ ਇਸ ਗੱਲ ਦੇ ਪ੍ਰਤੀ। ਜਿੰਨਾ ਸਾਡੇ ਕੋਲ ਗਿਆਨ ਹੈ ਉਹ ਸਾਰਾ ਹੀ ਪੁਰਾਣਾ ਦਾ ਗਿਆਨ ਹੈ। ਪੁਰਾਣ ਦਾ ਆਹ ਓਂ ਕੱਟ ਕੇ ਓਂਕਾਰ ਲਿਖਿਆ ਸੀ, ਪਰ ਉਹ ਉੱਥੇ ਵੀ ਸਾਡੀ ਖੋਜ ਦੀ ਕਮੀ। ਅਸੀਂ ਇੱਕ ਓਂਕਾਰ ਕਹੀ ਜਾਂਦੇ ਹਾਂ। ਉੱਥੇ ਇੱਕ ਨੂੰ ਡਿਫਾਈਨ ਕਰਨ ਲਈ ਓਂਕਾਰ ਵਰਡ ਘੜਿਆ। ਇੱਕ ਤਾਂ ਮੂਲ ਹੈ, ਇੱਕ ਜੋਤ ਹੈ। ਜੋਤ ਸ਼ਬਦ ਦਾ ਰੂਪ ਲੈਂਦੀ ਹੈ, ਇਹ ਦੱਸਣ ਲਈ ਓਂਕਾਰ ਲਿਖਿਆ ਸੀ। ਸਤਨਾਮ ਵੀ ਸ਼ਬਦ ਹੈ ਫਿਰ ਅੱਗੇ। ਇਹ ਜੋ ਹੈ ਅਸੀਂ ਪੁਰਾਣਾ ਦਾ ਹੀ ਜਸ ਗਾਇਆ ਹੁਣ ਤੱਕ। ਅਜੇ ਤੱਕ ਗੁਰਬਾਣੀ ਸਾਨੂੰ ਪਕੜ ਤੋਂ ਸਾਡੀ ਅਜੇ ਤਾਈਂ ਕਾਫੀ ਬਾਹਰ ਲੱਗਦੀ ਹੈ। ਸੋ ਆਹ ਦੇਖ ਲਓ ਕੀ ਹੈਗਾ। ਇਹ ਤਾਂ ਮੋਸਟਲੀ ਇਹ ਗੋਰਿਆਂ ਦੀ ਰਿਸਰਚ ਹੈ ਵੀ ਉਹਦੇ 'ਚ ਦ ਕੋਸਮੋਲੋਜੀ ਪ੍ਰੈਜ਼ੈਂਟ ਇਨ ਗਰੁੜ ਪੁਰਾਣ ਰਿਵੋਲਵ ਅਰਾਊਂਡ ਵਿਸ਼ਨੂੰ ਐਂਡ ਲਕਸ਼ਮੀ। ਇਹ ਅਸੀਂ ਅੱਖਰ ਵੀ ਇਹੀ ਵਰਤਦੇ ਹਾਂ। ਗੁਰਬਾਣੀ 'ਚ ਲక్ష్ਮੀ ਲਿਖਿਆ, ਗੁਰਬਾਣੀ 'ਚ ਲక్ష్ਮੀ ਸ਼ਬਦ ਨਹੀਂ ਆਉਂਦਾ, ਨਾ ਵਿਸ਼ਨੂੰ ਆਉਂਦਾ, ਵਿਸ਼ਨ ਆਉਂਦਾ। ਸੋ ਅਸੀਂ ਇਹਦਾ ਮਤਲਬ ਸਮਝ ਨਹੀਂ ਰਹੇ ਵੀ ਸਾਡੇ ਪਰ ਇੱਕ ਮੱਤ ਹਾਵੀ ਹੋਈ ਜਾ ਰਹੀ ਹੈ। ਕਿਉਂ ਹੋ ਰਹੀ ਹੈ? ਕਿਉਂਕਿ ਅਸੀਂ ਗਿਆਨ ਤੋਂ ਬਹੁਤ ਪਿੱਛੇ ਹੈ ਜਿਹੜਾ ਗੁਰਬਾਣੀ 'ਚ ਲਿਖਿਆ। ਹਾਂ, ਉਹ ਜਿਹੜਾ ਨਕਲ ਵੱਜ ਗਈ, ਅਸੀਂ ਉਹਦੇ ਹੀ ਕਾਇਲ ਹੋ ਗਏ। ਅਸੀਂ ਓਰੀਜਨੈਲਿਟੀ ਨੂੰ ਖੋਜਿਆ। ਆ ਸਾਫ਼ ਹੀ ਦਿਖਦਾ ਆਪਾਂ ਨੂੰ ਕਲੀਅਰ। ਉਹ ਕੀ ਕਹਿੰਦੇ ਆ, ਵਿਸ਼ਨੂੰ ਇਜ਼ ਦਾ ਅਨਚੇਂਜਿੰਗ ਰਿਐਲਿਟੀ ਕਾਲਡ ਬ੍ਰਹਮ। ਉਹ ਵਿਸ਼ਨੂੰ ਨੂੰ ਬ੍ਰਹਮ ਮੰਨਦੇ ਆ, ਕਿਉਂਕਿ ਉਹਨਾਂ ਦਾ ਜ਼ੋਰ ਸੀ, ਉਹਨਾਂ ਨੇ ਵਿਸ਼ਨੂੰ ਨੂੰ ਬ੍ਰਹਮ ਬਣਾ ਲਿਆ ਦੁਨੀਆ ਨੂੰ। ਪਰ ਬ੍ਰਹਮ ਤਾਂ ਸ਼ਿਵ ਵੀ ਬ੍ਰਹਮ ਹੈ, ਪ੍ਰਭ ਵੀ ਬ੍ਰਹਮ ਹੈ। ਬ੍ਰਹਮ ਦੇ ਤਾਂ ਨਾਂ ਗੁਰਬਾਣੀ 'ਚ ਅਨੇਕਾਂ ਹੀ ਹੈ। ਸੋ ਇਹ ਗੱਲਾਂ ਅਸੀਂ ਉਹਨਾਂ ਨੂੰ ਦੱਸਣੀਆਂ ਸੀ, ਉਹ ਸਾਨੂੰ ਨਾ ਦੱਸਣ। ਪਰ ਉਹ ਦੱਸਣਗੇ ਸਾਨੂੰ ਤਾਂ, ਕਿਉਂਕਿ ਜਦੋਂ ਅਸੀਂ ਕਦੇ ਵੀ ਇਸ ਗੱਲ ਦੀ ਵਿਚਾਰ ਨਹੀਂ ਕਰਦੇ ਤਾਂ ਸਾਡਾ ਇਹ ਹਮੇਸ਼ਾ ਰਹੇਗਾ ਪੁਰਸ਼ ਪ੍ਰਕਿਰਤੀ। ਤੁਸੀਂ ਸੁਣ ਲਓ, ਆਮ ਸਾਡੇ ਟੀਕਾਕਾਰ ਵੀ ਇਹੀ ਗੱਲਾਂ ਬਹੁਤ ਵਾਰ ਕਹੀ ਜਾਂਦੇ। ਪਰ ਇਹ ਜਿਹੜੀਆਂ ਗੱਲਾਂ ਹੈ ਆਪਾਂ ਨੂੰ ਇਹ ਖੋਜਣੀਆਂ ਪੈਣਗੀਆਂ, ਔਰ ਖੋਜਣ ਲਈ ਹੋਈ ਆਪਾਂ
ਜਿਹੜਾ ਕੋਸ਼ਿਸ਼ ਕਰਦੇ ਆ। ਬਾਕੀ ਜੇ ਅਸੀਂ ਸੋਚੀਏ ਜੀ ਇਹਨੂੰ ਲਾਈਫ ਤੇ ਕਿਵੇਂ ਲਾਉਣਾ, ਲਾਈਫ ਤੇ ਤਾਂ ਹੀ ਲਾਉਂਗੇ ਜੇ ਤੁਸੀਂ ਪਹਿਲੀ ਪੌੜੀ ਗਲਤ ਪੜ੍ਹ ਲਈ, ਉਹਨੂੰ ਲਾਈਫ ਤੇ ਉਵੇਂ ਹੀ ਲਾਉਂਗੇ, ਫਿਰ ਨਹਾਉਣ ਲੱਗ ਜਾਓਗੇ, ਬ੍ਰਹਮ ਨੂੰ ਭੁੱਲ ਜਾਓਗੇ, ਲਾਈਫ ਚੋਂ ਖਤਮ ਹੋ ਜਾਣੀ ਆ ਤੁਹਾਡੀ ਪੌੜੀ। ਇਹ ਇੱਕ ਬ੍ਰਿਟੈਨਿਕਾ 'ਚ ਲਿਖਿਆ ਹੋਇਆ ਹੈ। ਬ੍ਰਿਟੈਨਿਕਾ ਜਿਹੜਾ ਵਰਲਡ ਦਾ ਸਾਈਕਲੋਪੀਡੀਆ, ਉਹਦੇ ਵਿੱਚ ਪੁਰਾਣ ਲਿਖਿਆ, ਪਰ ਉਹਨਾਂ ਦੀ ਅਕਲ ਦੇਖੋ, ਉਹਨਾਂ ਨੇ ਇੱਕ ਆਹ ਸ਼ਬਦ ਵਰਤਿਆ। ਮੈਨੂੰ ਨਹੀਂ ਪਤਾ ਕਿੰਨੇ ਬੰਦਿਆਂ ਨੇ ਅੱਖਰ ਸੁਣਿਆ ਸੀ ਪਹਿਲਾਂ, ਹੈ ਜੀ। ਇਹ ਉਪ ਪੁਰਾਣ ਹੈਗਾ ਵਰਡ। ਉਪ ਗੁਰਬਾਣੀ 'ਚ ਉਪ ਅਵਤਾਰ ਦਾ ਸਮਝਾਉਂਦਾ, ਇੱਕ ਅਵਤਾਰ ਹੈ, ਇੱਕ ਉਪ ਅਵਤਾਰ ਹੈ, ਮਨ ਉਪ ਅਵਤਾਰ ਹੀ ਹੈ, ਆਮ ਅੰਸ਼ ਹੈ ਗਾਹਾਂ ਇਹ। ਸੋ ਇਹ ਜੋ ਮੈਨੂੰ ਲੱਗਦਾ ਵੀ ਜਦੋਂ ਉਹਨਾਂ ਨੇ 100 ਕਿਹਾ ਨਾ, ਸਹਿਸ 18 ਹੈ, 100 ਉਪ ਪੁਰਾਣ ਹੈ, 18 ਪੁਰਾਣ। ਦੋ ਇੰਡੀਪੈਂਡੈਂਟ ਵਰਡਸ ਹੈ ਉੱਥੇ, ਕਿਉਂਕਿ ਅੱਗੇ ਤੋਂ ਅੱਗੇ ਡਾਇਲੂਸ਼ਨ ਹੋਈ ਗਈ। ਤੇ ਇੱਕ ਪਹਿਲਾਂ ਉਹਨਾਂ ਨੇ ਲਿਖਤਾ ਅਸੰਖ ਗ੍ਰੰਥ, ਪੁਰਾਣ ਗ੍ਰੰਥਾਂ 'ਚ ਆਉਂਦੇ ਨੇ, ਇੱਕ ਇੱਕ ਦੇ ਹੀ ਲਿਖੇ ਹੋਏ ਨੇ ਪੁਰਾਣ। ਜਦੋਂ ਕੋਈ ਇੱਕ ਬੰਦਾ ਰਚਨਾ ਲਿਖਦਾ ਨਾ, ਉਹਨੂੰ ਗ੍ਰੰਥ ਕਹਿੰਦੇ ਆ। ਪਰ ਉਹ ਕਹਿੰਦੇ ਵੀ ਗੱਲ ਵੇਦ ਦੀ ਹੋਈ ਹੈ, ਪਰ ਉਹ ਸਮਝਣ ਵਿੱਚ ਅਸਮਰਥ ਰਹਿ ਗਈ। ਅਸੰਖ ਗ੍ਰੰਥ ਮੁਖੀ ਹੈ ਇਹ ਸਾਰਿਆਂ ਦਾ। ਮੁੱਖ ਕੌਣ, ਮੁਖੀ ਕੌਣ ਹੈ ਇਹਨਾਂ ਦਾ? ਇਹਨਾਂ ਸਾਰਿਆਂ ਦਾ ਜਿਹੜਾ ਮੁਖੀ ਹੈਗਾ ਉਹ ਹੈਗਾ ਵੇਦ, ਕਿਉਂਕਿ ਵੇਦ ਕਹਿਣਿਕ ਬਾਤ ਲਿਖਿਆ ਨਾ, ਹੋਰ ਤਾਂ ਨਹੀਂ ਲਿਖਿਆ ਵੀ ਕੌਣ। ਇੱਕ ਵੇਦ ਵਾਲੇ ਹੀ ਕੰਡਮ ਕਰਦੇ ਆ ਨਾ ਵੀ ਨਹੀਂ ਹੈ ਲੱਖ ਆਗਾਸਾਂ ਆਗਾਸ। ਸੋ ਸਾਨੂੰ ਵੇਦ ਸਮਝ ਸ਼ਬਦ ਦੀ ਗੁਰਬਾਣੀ ਤੋਂ ਸਮਝ ਲੈਣੀ ਪਏਗੀ। ਇਹ ਨਹੀਂ ਵੀ ਜਿਹੜਾ ਪੰਡਤ ਨੇ ਸੰਸਕ੍ਰਿਤ ਲਿਖ ਕੇ ਦੇਤਾ ਉਹ ਵੇਦ ਹੈ, ਉਹ ਤਾਂ ਪੁਰਾਣ ਹੈ। ਔਰ ਇਹ ਤੁਸੀਂ ਦੇਖ ਲਓ, ਇਹਦੀ ਭਾਸ਼ਾ ਹਮੇਸ਼ਾ ਸੰਸਕ੍ਰਿਤ ਹੋਏਗੀ। ਸੰਸਕ੍ਰਿਤ ਜੇ ਤੁਸੀਂ ਖੋਜ ਕਰੋ 1000 ਸਾਲ ਤੋਂ ਪੁਰਾਣੀ ਨਹੀਂ ਹੈ। ਸੰਸਕ੍ਰਿਤ ਤੋਂ ਪੁਰਾਣੀ ਪਾਲੀ ਹੈ। ਪਾਲੀ ਟੋਟਲੀ ਗਾਇਬ ਕਰਤੀ ਪੰਡਤ ਨੇ, ਕਿਉਂਕਿ ਆਹ ਵਿਚਾਰਧਾਰਾ ਦੇਣੀ ਸੀ। ਇਹ ਵਿਚਾਰਧਾਰਾ ਨੂੰ ਹੀ ਕੰਡਮ ਕੀਤਾ ਭਗਤਾਂ ਨੇ ਵੀ ਇਹ ਵਿਚਾਰਧਾਰਾ ਬਹੁਤ ਮੈਲੀ ਹੈ। ਮੈਲਾ ਬ੍ਰਹਮਾ, ਮੈਲਾ ਇੰਦ। ਠੀਕ ਹੈ ਜੀ। ਇਹ ਕੋਈ ਅਨਮਿਊਟ ਨਹੀਂ ਹੈ। ਅੱਛਾ, ਇਹ ਆਪਾਂ ਉਹੀ ਦੱਸ ਰਹੇ ਵੀ ਆਪਾਂ ਸਹਿਜ ਤੱਕ ਪਹੁੰਚਣਾ ਚਾਹੁੰਦੇ, ਵੀ ਸਹਿਜ ਦੇ ਆਪਾਂ ਅਰਥ ਕਿਵੇਂ ਲੱਭਾਂਗੇ ਔਰ ਉਹ ਕਿਵੇਂ ਸਾਨੂੰ ਫਿਰ ਢੁਕਵੇਂ ਰਹਿਣਗੇ। ਇਹ ਸਾਡੀ ਖੋਜ ਦੀ ਪ੍ਰੋਬਲਮ ਹੈਗੀ ਹੈ ਹੁਣ ਤੱਕ। ਆਪਾਂ ਜਿੱਥੇ ਜਿੰਨਾ ਖੋਜ ਲਾਂਗੇ ਉਹਨਾਂ ਆਪਾਂ ਨੂੰ ਫਾਇਦਾ ਰਹੇਗਾ। ਲਓ ਜੀ, ਆਪਾਂ ਹੁਣ ਦੇਖਦੇ ਹਾਂ। ਹੁਣ ਵੇਦ ਚਾਰਾਂ ਦਾ ਜ਼ਿਕਰ ਗੁਰਬਾਣੀ 'ਚ ਹੈ। ਮਾਰੂ ਰਾਗ 'ਚ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਨਾਂ ਲੈ ਕੇ ਦੱਸਿਆ ਵੀ ਇੱਕ ਸਾਮਵੇਦ ਹੈਗਾ, ਇੱਕ ਰਿਗਵੇਦ ਹੈ ਜਿਹੜਾ ਲਿਖਤ ਫਾਰਮ 'ਚ ਦਿਖਦਾ, ਕਿਉਂਕਿ ਲਿਖਣ ਵਾਲੇ ਨਹੀਂ ਮਿਲਦੇ। ਲਿਖਣ ਵਾਲੇ ਤਾਂ ਚਲੇ ਗਏ। ਹੁਣ ਗੁਰਬਾਣੀ ਲਿਖਣ ਵਾਲਾ ਕੌਣ ਪ੍ਰੈਜ਼ੈਂਟ ਹੈ? ਕੋਈ ਵੀ ਨਹੀਂ ਹੈ। ਉਹ ਤਾਂ ਚਲੇ ਗਏ, ਪਰ ਉਹਦੀ ਕੈਟੇਗਰੀ ਕੀ ਹੈ? ਉਹਦੀ ਕੈਟੇਗਰੀ ਭਗਤਾਂ ਨੇ 4 'ਚ ਮੰਨੀ ਹੈ ਵੀ ਇਹ 4 ਫੰਕਸ਼ਨ 'ਚ ਹੈਗੀ ਹੈ। ਤੇ ਜਿਹੜੇ 4 ਹੈਗੇ ਆ ਉਹਨਾਂ ਦਾ ਕਹਾਂ ਸਬਜੈਕਟ ਗੁਰੂ ਨਾਨਕ ਜੀ ਨੇ ਕਲੀਅਰ ਕੀਤਾ ਸ਼ਨੀਵਾਰ 'ਚ, ਪਰ ਉਹ ਸਾਨੂੰ ਸਮਝ ਨਹੀਂ ਆਇਆ ਹੋਇਆ ਵੀ ਉਹ ਜਿਹੜੇ 4 ਵੇਦ ਆ ਲਿਖੇ ਆ ਇਹਨਾਂ ਦਾ ਸਬਜੈਕਟ ਉਹਨਾਂ ਨੇ ਇੱਕ ਸ਼ਲੋਕ 'ਚ ਕੀਤਾ ਹੋਇਆ ਕਲੀਅਰ। ਸ਼ਾਮ ਕਹੇ ਸਿਤੰਬਰ ਸੁਆਮੀ, ਉਹ ਕਹਿੰਦੇ ਸ਼ਾਮ ਵੇਦ ਕੀ ਕਹਿੰਦਾ ਵੀ ਸੁਆਮੀ ਸਿਤੰਬਰ ਹੈ, ਮੂਲ ਨਹੀਂ ਟੁੱਟਿਆ ਆਪਣੇ ਹੁਕਮ ਚੋਂ। ਉਹ ਸਿਤੰਬਰ ਉਹ ਧਵਲ ਆਕਾਸ਼ ਦਾ ਹੀ ਹਿੱਸਾ। ਤੇ ਜੇ ਉਹਦੇ 'ਚ ਸਮਾਉਂਗੇ ਸੱਚ ਮੇ ਆਛੇ, ਤਾਂ ਤੁਸੀਂ ਸੱਚ ਸਮਾਉਂਗੇ, ਸਾਚ ਰਹੇ ਫਿਰ ਸਾਚ ਅਵਸਥਾ 'ਚ ਰਹਿੰਦੇ ਆ। ਮੂਲ ਜਿਹੜਾ ਹੈਗਾ ਸਾਡਾ ਉਹ ਸਿਤੰਬਰ ਸੁਆਮੀ ਦਾ ਹਿੱਸਾ ਹੈ, ਮਨ ਨਹੀਂ ਹੈ। ਠੀਕ ਹੈ ਜੀ। ਇਹ ਮਿਊਟ ਕਰੋ ਜੀ ਜਿਹੜੇ ਨਹੀਂ ਹੈ। ਖਰਚੇ ਬਹੁਤ ਹੈਗੇ ਨਾ। ਹਾਂਜੀ, ਮੈਂ ਦੇਖਾਂ ਪਾਰਟਿਸਿਪੈਂਟਸ ਦੇ ਵਿੱਚ ਕੌਣ ਅਨਮਿਊਟ ਨੇ। ਕੋਈ ਭੁੱਲਰ ਸਾਹਿਬ ਨੇ, ਉਹਨਾਂ ਨੂੰ ਮੈਂ ਕਰ ਦੇਣਾ ਮਿਊਟ। ਤੇ ਹੋਰ ਤਾਂ ਮੈਨੂੰ ਲੱਗਦਾ ਸਭ ਮਿਊਟ ਹੈ। ਮੈਂ ਉਹ ਸਾਈਡ ਤੇ ਜਾਣਾ ਨਹੀਂ ਚਾਹੁੰਦਾ। ਤੇ ਆਪਣਾ ਜੇ ਕੱਟ ਗਈ ਇਹਨੂੰ ਦੁਬਾਰਾ ਜੁਆਇਨ ਕਰ ਲਿਓ, ਕਿਉਂਕਿ ਇਹ ਮੈਂ ਪਹਿਲਾ ਦਿਨ ਕਰ ਰਿਹਾ। ਸੋ ਇਹ 4 ਵੇਦਾਂ ਦੀ ਆਪਾਂ ਨੂੰ ਗੱਲ ਕਲੀਅਰ ਚਾਹੀਦੀ ਹੈ। ਗੁਰਬਾਣੀ 4 ਵੇਦਾਂ ਦਾ ਸਾਰ ਹੈ, ਕਿਉਂਕਿ ਗੁਰਬਾਣੀ 'ਚ ਲਿਖਿਆ 4 ਵੇਦ ਹੋਏ ਸਚਿਆਰ। 4 ਨੂੰ ਜੇ ਸਮਝ ਲਿਆ ਅਸੀਂ, 4 ਦੀ ਵਿਚਾਰਧਾਰਾ ਜੇ ਸਾਡੇ ਪੈਗੀ, ਇੱਕ ਦੀ ਵੀ ਪੈਗੀ, ਸਚਿਆਰ ਹੋ ਜਾਵਾਂਗੇ। ਸਚਿਆਰ ਹੋਣ ਲਈ ਇਹਨਾਂ 'ਚ ਇਨਫ ਗਿਆਨ ਹੈ। ਪਰ ਜੇ ਉਸ ਸਮਝੋ ਕਿ ਉਹਦੇ 'ਚ ਰਾਮ ਨਾਮ ਹੀ ਹੈ, ਉਹਦੇ 'ਚ ਜੁਜਮੇ ਜੋਰ ਛਲੀ ਚੰਦਰਾਵਲ ਹੈਗਾ, ਉਹ ਅੱਲਾ ਹੈਗਾ। ਸੋ ਹੁਣ ਆਪਾਂ ਜੋ ਅਰਥ ਇੰਨੀ ਵਿਚਾਰ ਤੋਂ ਬਾਅਦ ਹੋਏ ਹੈ
ਉਹ ਦੇਖੋ ਕਿਸ ਤਰ੍ਹਾਂ ਜਦੋਂ ਆਪਾਂ ਕਿਸੇ ਚੀਜ਼ ਨੂੰ ਗਲਤ ਸਮਝ ਲਈਏ, ਤੁਹਾਡੇ ਸਾਹਮਣੇ ਮੈਂ ਪ੍ਰੈਕਟੀਕਲੀ ਦੱਸ ਰਿਹਾ, ਗੁਰਬਾਣੀ ਵਿੱਚ ਕਿਤੇ ਵੀ ਸਹਿਸ ਦੇਖੋ ਉਹਨਾਂ ਨੇ ਖੋਜ ਕੀਤੀ ਹੋਈ ਹੈ, 33 ਵਾਰ ਆਉਂਦਾ, ਸਹੰਸ 4 ਵਾਰ ਆਉਂਦਾ, ਸਹਸਰ 1 ਵਾਰ ਆਉਂਦਾ, ਸ਼ਬਦ ਦਾ ਅਰਥ 100 ਨਹੀਂ ਬਲਕਿ 1000 ਹੀ ਹੈ। ਇਹ ਤਾਂ ਸਾਡਾ ਮੰਨਿਆ ਹੋਇਆ ਸੀ, ਇਹ ਪ੍ਰੂਵ ਨਹੀਂ ਸੀ ਕੀਤਾ ਸੀ ਕਿਤੋਂ ਵੀ, ਇਹ ਮੰਨ ਲਿਆ ਸੀ ਵੀ 1000 ਹੈਗਾ। ਹਰੇਕ 1000 ਸਿਰਫ ਇੱਕ ਕਵਿਤਾ ਆਪਾਂ ਕਰਿਆ ਸੀ, ਹੁਣ ਕਵਿਤ ਚ 100 ਹੈ, ਜਾਂ ਕਾਂਸੀ ਨਾਭਾ ਜੀ ਨੇ ਕਿਹਾ ਵੀ 100 ਇਹਦਾ ਮੀਨਿੰਗ ਦਸਮ ਗ੍ਰੰਥ ਚ ਹੈ। ਉਹ 100 ਅਸੀਂ ਕਿਉਂ ਨਹੀਂ ਮੰਨਦੇ? ਉਹ ਅਸੀਂ ਪੁੱਛਣਾ ਆਪਣੇ ਆਪ ਨੂੰ, ਕਿਉਂਕਿ ਅਸੀਂ ਕਿਸੇ ਚੀਜ਼ ਨੂੰ ਖੋਜਿਆ ਨਹੀਂ ਹੈ, ਅਸੀਂ ਕਿਸੇ ਤੋਂ ਸੁਣ ਲਿਆ, ਉਹਦੇ ਚ ਆ ਲਿਖਿਆ, ਉਹਦੇ ਚ ਆ ਲਿਖਿਆ। ਇਹ ਗੁਰਮੁਖਾਂ ਦਾ ਸਬਜੈਕਟ ਹੈ, ਜੇ ਗੁਰਮੁਖੀ ਸਿੱਖਣੀ ਹੈ ਤਾਂ ਭਾਈ ਆਹੀ ਹੈ ਸਬਜੈਕਟ। ਹਾਂ, ਜੇ ਨਹੀਂ ਸਿੱਖਣੀ ਤਾਂ ਫਿਰ ਤਾਂ ਪੰਡਤ ਤੁਰਿਆ ਫਿਰਦਾ, ਤੁਰੇ ਰਹੋ ਉਹਨਾਂ ਦੇ ਪਿੱਛੇ। ਤੁਹਾਨੂੰ ਇੱਕ ਲਿਖ ਕੇ ਇੰਡੀਪੈਂਡੈਂਸ ਦਿੱਤੀ ਸੀ, ਆਪਾਂ ਉਹ ਇੰਡੀਪੈਂਡੈਂਸ ਆਪ ਹੀ ਗਵਾਤੀ ਹੈ, ਕਿਉਂਕਿ ਅਸੀਂ ਪੜ੍ਹਨਾ ਨਹੀਂ ਚਾਹੁੰਦੇ। ਪੜ੍ਹਨੇ ਤਾਂ ਬੁੱਝਣਾ ਨਹੀਂ ਚਾਹੁੰਦੇ, ਬੁੱਝ ਕੇ ਸਮਝਾ ਵੀ ਨਹੀਂ ਸਕਦੇ ਫਿਰ ਅਸੀਂ। ਸੋ ਇਹ ਜਿਹੜੀ ਗੱਲ ਹੈ ਉਹ ਕਮੈਂਟ ਕਰ ਰਹੇ ਆ ਇਸ ਗੱਲ ਤੇ। ਦਸਮ ਗ੍ਰੰਥ ਵਿੱਚ ਸੰਮਤ 17 ਸਹਿਸ 55, ਉਹ ਕਹਿਣਾ ਚਾਹੁੰਦੇ ਵੀ ਇਹਦਾ ਅਰਥ 17,000 ਹੋਣਾ ਚਾਹੀਦਾ। ਉਹ ਇਹ ਨਹੀਂ ਸਮਝਦੇ ਵੀ ਕਾਂਸੀ ਨਾਭਾ ਨੇ ਜਾਂ ਤਾਰਾ ਸਿੰਘ ਨਰੋਤਮ ਨੇ ਜਾਂ ਸਾਹਿਬ ਸਿੰਘ ਨੇ 1000 ਲਿਖ ਕੇ ਗਲਤੀ ਕੀਤੀ ਹੈ, ਉਹ ਦਸਮ ਪਾਤਸ਼ਾਹ ਨੂੰ ਗਲਤ ਕਹਿ ਰਹੇ ਆ। ਸਾਡੀ ਹਿੰਮਤ ਦੇਖੋ ਕਿੰਨੀ ਹੈ। ਅਸੀਂ ਜਿਹੜੇ ਦੁਨਿਆਵੀ ਪੈਸੇ ਆ ਪਿੱਛੇ ਜਿਨ੍ਹਾਂ ਨੇ ਟੀਕੇ ਲਿਖ ਕੇ ਸਾਡੀ ਵਿਚਾਰਧਾਰਾ ਰੋਲ ਕੇ ਰੱਖਤੀ, ਉਹਨਾਂ ਨੂੰ ਸੱਚ ਮੰਨੀ ਫਿਰਦੇ ਆ। ਤੇ ਜਿਹੜੇ ਕਹਿੰਦੇ ਆ ਵੀ ਮੈਂ ਤੁਹਾਡੇ ਵਾਸਤੇ ਇੱਕ ਉਪਰਾਲਾ ਕੀਤਾ, ਉਹਨੂੰ ਅਸੀਂ ਗਲਤ ਸਮਝੀ ਜਾਂਦੇ। ਜੇ ਅਸੀਂ ਉਹਦੇ ਅਰਥ 100 ਗਲਤ ਸਮਝਾਂਗੇ, ਸਾਡੀ ਗੁਰਬਾਣੀ ਵੀ ਗਈ। ਔਰ ਲਿਖਣ ਦਾ ਮੈਂ ਤਾਂ ਹੱਦ ਮੰਨ ਗਿਆ ਵੀ ਉਹ ਪਹਿਲਾ ਅੱਖਰ ਕਿਉਂ ਪਾਇਆ ਸਹਿਸ ਉੱਤੇ, ਉਹਦੇ ਅਰਥ ਤੁਹਾਨੂੰ ਕਿਤੋਂ ਹੋਰ ਲੱਭਣੇ ਹੀ ਨਹੀਂ ਹੈ, ਉਹਦੇ ਅਰਥ ਦਸਮ ਚ ਪਏ ਆ। ਇਹ ਜੇ ਤੁਸੀਂ ਇੰਡੀਪੈਂਡੈਂਟ ਹੋ ਕੇ ਸਮਝੋ। ਜੇ ਉਹੀ ਵਿਚਾਰਧਾਰਾ ਜੀ ਮੈਂ ਨਹੀਂ ਮੰਨਦਾ, ਮੰਨਦਾ ਤਾਂ ਕੋਈ ਵੀ ਨਹੀਂ ਹੁੰਦਾ, ਮਨਾਉਣਾ ਤਾਂ ਮੰਨਦਾ ਤਾਂ ਸ੍ਰੀ ਚੰਦ ਵੀ ਨਹੀਂ ਸੀ। ਗੁਰੂ ਨਾਨਕ ਜੀ ਨੇ ਕਿਹੜੇ ਤੇ ਬਹੁਤ ਜ਼ੋਰ ਲਾ ਲਿਆ। ਲਿਖਦੀ ਇੱਕ ਪੰਕਤੀ ਵੀ ਇਹੋ ਜਿਹੇ ਹੁੰਦੇ ਆ, ਇਹੋ ਜਿਹੇ ਬਹੁਤੇ ਹੋਣਗੇ। ਸੋ ਇਹ ਤਾਂ ਸਿਰਫ ਵਿਰਲਿਆਂ ਦਾ ਸਬਜੈਕਟ ਹੈ। ਜਿਨ੍ਹਾਂ ਨੇ ਖੋਜਣਾ ਉਹ ਬੈਠਣ, ਜਿਨ੍ਹਾਂ ਨੇ ਉਂਝੋਂ ਸਿਰ ਉਡਾਉਣੇ ਆ, ਕੱਪੜੇ ਪਾ ਕੇ ਲੋਕਾਂ ਨੂੰ ਦਿਖਾਉਣੇ, ਉਹਨਾਂ ਲਈ ਨਹੀਂ ਹੈ ਮੇਰੀ ਸਾਈਟ। ਉਹ ਆਪਣਾ ਛੁੱਟੀ ਕਰਨ ਇੱਥੋਂ। ਜਿਨ੍ਹਾਂ ਨੇ ਸੋਚਣਾ ਹੈ ਵੀ ਉਹ ਅਰਥ ਸਾਡੇ ਕੋਲ ਕਿੱਥੋਂ ਆਏ, ਸਾਡੇ ਕੋਲ ਕਿੰਨੀ ਐਕਸਟੈਂਸ਼ਨ ਹੈਗੀ ਹੈ, ਅਸੀਂ ਕਿਹੜੀ ਮੱਤ ਦੇ ਮਾਲਕ ਹੈ, ਉਹ ਸੁਣ ਲੈਣ। ਬਾਕੀ ਤਾਂ ਵੈਸੇ ਵੀ ਨਹੀਂ ਸੁਣਦੇ ਹੁੰਦੇ, ਕਿਉਂਕਿ ਇਹ ਗੱਲ ਜਿਹੜੀ ਹੈਗੀ ਹੈ ਇਹ ਪਹੁੰਚਾਉਣੀ ਸੌਖੀ ਥੋੜਾ। ਗਿਆਨ ਤਾਂ ਬਹੁਤ ਤਕੜਾ ਰਿਐਕਸ਼ਨ ਕਰਦਾ। ਸਾਨੂੰ ਮੁਫਤ ਚ ਮਿਲ ਗਿਆ, ਨਾ ਸਿਰ ਦਿੱਤਾ ਨਾ ਕੁਛ ਦਿੱਤਾ, ਮੁਫਤ ਚ ਪੱਗ ਬੰਨ੍ਹ ਕੇ ਸਿੱਖੋਗੇ ਅਸੀਂ। ਨਾ ਕੋਈ ਗਿਆਨ ਪੜ੍ਹਿਆ, ਨਾ ਸਾਨੂੰ ਜਪਦੇ ਔਂਕੜ ਦਾ ਪਤਾ ਲੱਗਿਆ। ਜੇ ਸਾਡਾ ਵਾਹਵਾ ਗਾਇਬ ਹੋ ਗਿਆ ਸਵੈ ਭੰਗ ਤੋਂ, ਅਸੀਂ ਉਂਝੋਂ ਸਹਿਭੰਗ ਸਹਿਭੰਗ ਕਰੀ ਜਾਂਦੇ ਹਾਂ, ਜਿਵੇਂ 1000 ਕਰੀ ਜਾਂਦੇ ਹਾਂ ਅਸੀਂ। ਸਾਡੀ ਆਹ ਹਾਲਤ ਦਿਖਦੀ ਹੈ ਸਾਨੂੰ ਵੀ ਅਸੀਂ ਖੋਜਦੇ ਨਹੀਂ ਹੈ, ਬਿਨਾਂ ਗੱਲ ਤੋਂ ਅਸੀਂ ਉਲਝ ਜਾਂਦੇ ਹਾਂ। ਇਹ ਕਲੀਅਰ ਹੈ, ਇੱਕ ਜਗ੍ਹਾ ਨਹੀਂ ਤੁਹਾਨੂੰ 5 ਜਗ੍ਹਾ ਮਿਲੇਗਾ ਵੀ ਸੰਮਤ 17 ਦਾ ਮਤਲਬ ਹੈ 1700, ਔਰ ਬਿਕਰਮੀ ਕੈਲੰਡਰ ਮੰਨਿਆ ਹੋਇਆ। ਅਸੀਂ ਫਿਰ ਕੈਲੰਡਰ ਬਣਾਉਣ ਲੱਗ ਗਏ। ਸੋ ਆਲ ਦੀਸ ਥਿੰਗਸ ਜਿਹੜੀਆਂ ਆਪਾਂ ਨੂੰ ਕਿਧਰੇ ਪਾਸੇ ਨਹੀਂ ਲਿਜਾ ਰਹੀਆਂ। ਉਹ ਸੋਚਦੇ ਆ ਵੀ ਇਹਦਾ ਮਤਲਬ 1000 ਚਾਹੀਦਾ, ਉਹਨਾਂ ਨੂੰ ਇਹ ਨਹੀਂ ਲੱਗਿਆ ਵੀ ਇਹਦਾ ਮਤਲਬ 100 ਨਾਲ ਸਾਰਾ ਕੁਝ। ਤੁਹਾਡੀ ਗੁਰਬਾਣੀ ਵੀ ਲੋਟ ਆ ਜਾਏਗੀ 100 ਨਾਲ, ਗੁਰਬਾਣੀ ਦੇ ਅਰਥ 100 ਨਾਲ ਬਿਲਕੁਲ ਸਹੀ ਹੋ ਜਾਣਗੇ। ਔਰ ਪਹਿਲੀ ਹੀ ਪੌੜੀ ਦਾ ਜੋ ਅਰਥ ਹੈ ਆਪਾਂ ਨੂੰ, ਉਹ ਦਸਮ ਗ੍ਰੰਥ ਦਾ ਤੁਹਾਨੂੰ ਸਹਾਰਾ ਲੈਣਾ ਪਏਗਾ। ਹੁਣ ਰੱਬ ਦੇ ਬਾਰੇ ਉਹਨੇ ਲੇਖ ਲਿਖਿਆ ਇੱਕ ਬੜਾ, ਰੱਬ ਅੱਜ ਕੱਲ੍ਹ ਅਸੀਂ, ਕਿਉਂਕਿ ਉਹ ਦੂਏ ਮਤਾਂ ਦਾ ਅਸੀਂ ਗਿਆਨ ਪੜ੍ਹੀ ਜਾਂਦੇ, ਸਾਨੂੰ ਇਹ ਨਹੀਂ ਪਤਾ ਵੀ ਰੱਬ ਅਰਥ ਰਬ ਤੋਂ ਬਣਿਆ। ਵ ਔਰ ਬੱਬਾ ਗੁਰਬਾਣੀ ਚ ਐਕਸਚੇਂਜੇਬਲ ਹੈ, ਵਾਵਾ ਤੇ ਬੱਬਾ। ਰੱਬ ਵੀ ਲਿਖ ਦਿੰਦੇ, ਇਹਨੂੰ ਰੱਬ ਵੀ ਲਿਖ ਦਿੰਦੇ। ਸੋ ਇਹ ਦੋਹਾਂ ਦਾ ਮੀਨਿੰਗ ਇੱਕ ਹੀ ਹੈ। ਉਹ ਨਹੀਂ ਮੰਨਦੇ, ਉਹਨਾਂ ਦੀ ਭਾਸ਼ਾ ਜੋ ਬੱਬਾ, ਉਹਨਾਂ ਨੂੰ ਬੱਬੇ ਨਾਲ ਉਪਦੇਸ਼ ਦਿੱਤਾ। ਜਿਹੜੇ ਰੱਬ ਮੰਨਦੇ ਆ ਉਹਨਾਂ ਨੂੰ ਰੱਬ ਨਾਲ ਦੇ ਦਿੱਤਾ, ਕਿਉਂਕਿ ਐਂਟੀਟੀ ਤਾਂ ਉਹੀ ਆ। ਉਹ ਜਿਹੜੀ ਐਂਟੀਟੀ ਦੀ ਗੱਲ ਕਰਨੀ ਹੈ ਨਾ ਜੀ, ਉਹ 1 ਰੁਪੀਜ਼ ਐਂਡ 25 ਸੈਂਟਸ ਇਨ ਇੰਡੀਆ ਆਰ ਨੋਨ ਐਜ਼ ਸਵਾ ਰੁਪਈਆ। ਇੱਕ ਕਹਿੰਦਾ ਮੈਂ 1 ਰੁਪਈਆ 25 ਪੈਸੇ ਲਈ ਫਿਰਦਾ, ਦੂਆ ਕਹਿੰਦਾ ਤੇਰੇ ਕੋਲ ਸਵਾ। ਹੁਣ ਉਹ ਲੜਦੇ ਆ ਆਪਸ ਚ, ਗੱਲ ਉਹਨਾਂ ਦੀ ਇੱਕ ਹੀ ਹੈ। ਇਹ ਪ੍ਰੋਬਲਮ ਹੈ। ਕੋਈ 1/4 ਕਹਿ ਦੇਵੇ ਜਾਂ ਕੋਈ ਕਹਿੰਦੇ 15 ਮਿੰਟਸ ਪਾਸਟ 1, ਉਹ ਗੱਲ 'ਚ ਤਾਂ ਫਰਕ ਨਹੀਂ ਹੈ। ਪਰ ਜੇ ਅਸੀਂ ਇਸ ਨੂੰ ਇਸ਼ੂ ਬਣਾ ਲਿਆ, ਫਿਰ ਸਾਡੀ ਅਕਲਤਾ ਜਿਹੜੀ ਹੈ। ਦੂਸਰਾ ਹੈਗਾ ਵੀ ਤੁਸੀਂ ਪੜ੍ਹ ਕੇ ਦੇਖੋ, ਇਹ ਵਿਚਾਰਧਾਰਾ ਜਿਹੜੀ ਹੈ ਅਜੇ ਤੱਕ ਚੱਲ ਰਹੀ ਹੈ, ਇਹ ਵਿਚਾਰਧਾਰਾ ਰਿਜੈਕਟਡ ਹੈ। ਆਤਮਾ ਰੂਹ,
ਆਤਮਾ ਰੂਹ ਨਹੀਂ ਹੁੰਦੀ, ਆਤਮਾ ਮਨ ਹੁੰਦੀ ਹੈ। ਰੂਹ ਅਸੀਂ ਮੂਲ ਨੂੰ ਕਹਿੰਦੇ ਹਾਂ। ਉਹਨਾਂ ਨੇ ਜਿਹਨਾਂ ਨੇ ਲਿਖਿਆ ਹੈ ਲੇਖ, ਉਹ ਆਪਣੀ ਜਾਨ 'ਚ ਤਾਂ ਸੋਚਦੇ ਹਾਂ ਮੈਂ ਉਹਨਾਂ ਕਾਫੀ ਜਸਟਿਸ ਕੀਤਾ, ਪਰ ਗੁਰਬਾਣੀ ਦੇ ਹਿਸਾਬ ਨਾਲ ਇਹ ਗੱਲ ਠੀਕ ਨਹੀਂ ਹੈ। ਅਸੀਂ ਇੱਥੇ ਹੀ ਫਸੇ ਹਾਂ। ਇੰਨਾ ਕੁ ਪੜ੍ਹ ਕੇ ਇਹਨੂੰ ਸੁਧਾਰ ਲਈਏ ਨਾ ਆਪਾਂ, ਆਪਣੀ ਵਿਚਾਰਧਾਰਾ ਠੀਕ ਹੋ ਜਾਏਗੀ। ਆਤਮਾ ਦਾ ਅਰਥ ਜੋ ਹੈ ਉਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹੈ, ਉਹਦਾ ਪਿੱਛੇ ਇੱਕ ਮੂਲ ਹੈ, ਉਹਨੂੰ ਰੂਹ ਕਹਿੰਦੇ ਆ। ਫਿਰ ਅਸੀਂ ਕੁਝ ਅਰਬੀ ਆਪਣੇ ਹੀ ਅੱਖਰ ਵੀ ਘੜ ਲਏ ਆ। ਜੀਵਾਤਮਾ, ਇਹ ਕਿੱਥੋਂ ਆ ਗਿਆ ਵਰਡ ਜੀਵਾਤਮਾ? ਜੀਵ ਤਾਂ ਆਤਮ ਪਲਸ ਆਤਮਾ ਦਾ ਮੇਲ ਹੈ। ਜੀਵ ਸਾਤੋਂ ਡਿਫਾਈਨ ਨਹੀਂ ਹੋਇਆ ਜੀਵ। ਆਤਮ ਸ਼ਕਤੀ ਠੀਕ ਹੈ ਵਰਡ, ਚੇਤਨ ਸੱਤਾ ਠੀਕ ਹੈ, ਪਰ ਜਿੱਥੇ ਆਤਮਾ ਓਵਰ ਆਤਮ ਸੰਸਕ੍ਰਿਤ ਦਾ ਇੱਕ, ਹੁਣ ਫਿਰ ਅਸੀਂ ਸੰਸਕ੍ਰਿਤ ਦੇ ਚੱਕਰ 'ਚ ਪੈਣਾ ਸ਼ੁਰੂ ਕਰ ਦਿੰਦੇ। ਸੰਸਕ੍ਰਿਤ ਇੱਕ ਬਹੁਤ ਭੱਦੀ ਭਾਸ਼ਾ ਹੈ, ਉਹ ਰਿਜੈਕਟਡ ਹੈ। ਅਸੀਂ ਉਹਨੂੰ ਫਿਰ ਵਿੱਚ ਵਾੜ ਲੈਂਦੇ ਲਿਆ ਕੇ। ਸਹਿਸਕ੍ਰਿਤੀ ਕਹੋ, ਜੇ ਤਾਂ ਇਹ ਸਹਿਸਕ੍ਰਿਤ ਦਾ ਅੱਖਰ ਹੈ ਫਿਰ ਤਾਂ ਠੀਕ ਹੈ। ਸੰਸਕ੍ਰਿਤ ਨੂੰ ਭਾਸ਼ਾ ਨਹੀਂ ਮੰਨਦਾ, ਮੈਂ ਨਹੀਂ ਮੰਨਦਾ ਭਾਸ਼ਾ। ਉਹ ਸਿਰਫ ਮਿਲੀ, ਉਹ ਸਿਰਫ ਘੜੀ ਗਈ ਸੀ ਵੇਦ ਨੂੰ ਨੀਵਾਂ ਕਰਨ ਲਈ। ਸੋ ਐਸੀ ਭਾਸ਼ਾ ਭਗਤਾਂ ਨੇ ਵਰਤੀ ਹੋਈ ਨਹੀਂ ਹੈ। ਉਹ ਕੱਕਾ ਕਹਿਣਗੇ, ਖੱਖਾ ਕਹਿਣਗੇ, ਗੱਗਾ ਕਹਿਣਗੇ, ਉਹ ਕ ਖ ਗ ਨਹੀਂ ਕਹਿੰਦੇ। ਉਹਨਾਂ ਨੂੰ ਪਤਾ ਵੀ ਕ ਖ ਗ ਕਹਿ ਕੇ ਅਸੀਂ ਇਸ ਗੱਲ 'ਚ ਫਸਦੇ ਹਾਂ। ਸੋ ਇਹ ਹੈਗਾ, ਉਹਨਾਂ ਨੇ ਇਹ ਠੀਕ ਹੈ ਵੀ ਜਿਹੜਾ ਜਿੰਦ ਸ਼ਬਦ ਹੈ ਉਹ ਇਸਤਰੀਲਿੰਗ ਨਾਮ ਹੈ, ਰੂਹ ਸ਼ਬਦ ਇੱਕ ਵਚਨ ਪੁਲਿੰਗ ਨਾਮ ਹੈ। ਇਹ ਗੱਲਾਂ ਠੀਕ ਹੈ, ਇਹਦੇ ਲਈ ਆਪਾਂ ਨਹੀਂ ਆਬਜੈਕਟ ਕਰਦੇ। ਹੁਣ ਆ ਆਪਾਂ ਕੀਤਾ ਵੀ ਸਿਰਫ ਕਾਂਸੀ ਨਾਭਾ ਜੀ ਨੂੰ ਪਤਾ ਲੱਗਿਆ ਵੀ 100 ਮੀਨਿੰਗ ਹੈ ਇਹਦਾ। ਹੋਰ ਆਪਾਂ ਨੂੰ ਅਜੇ ਕਲੀਅਰ ਨਹੀਂ ਹੈਗਾ ਵੀ ਇਹਦਾ ਅਰਥ ਕੀ ਹੈਗਾ। ਤੇ ਇਹ ਇੱਥੋਂ ਹੀ ਜਦੋਂ ਆਪਾਂ ਚੇਂਜ ਕਰਾਂਗੇ, ਹੁਣ ਆਪਣੇ ਜਪ ਜੀ ਦੇ ਅਰਥ ਬਦਲਣਗੇ, ਪਹਿਲੀ ਪੌੜੀ ਦੇ ਅਰਥ ਬਦਲਣਗੇ। ਆਪਾਂ ਅਗਲੀ ਵਾਰ ਕਰਾਂਗੇ ਵੀ ਉਹਦੇ ਅਰਥ ਲਗਭਗ ਕੀ ਹੋਣੇ ਚਾਹੀਦੇ ਆ। ਆਪਾਂ ਤਾਂ ਇਸ਼ਾਰਾ ਹੀ ਲੈ ਸਕਦੇ ਹਾਂ, ਕੀ ਨਹੀਂ ਹੋਣੇ ਚਾਹੀਦੇ ਇਹ ਵੀ ਆਪਾਂ ਦੱਸ ਸਕਦੇ ਹਾਂ। ਬਾਕੀ ਸਭ ਜਗ੍ਹਾ ਜੇ ਆਪਾਂ ਪੜ੍ਹਦੇ ਹਾਂ ਸਮਰਥ ਸਤਰ, ਜਿਹੜੇ ਦਸਮ ਗ੍ਰੰਥ ਦਾ ਟੀਕਾ ਲਿਖਦੇ ਆ ਉਹ ਵੀ ਇੱਥੇ ਤੱਕ ਤਾਂ ਓਨੈਸਟ ਹੈ ਵੀ ਸਮਰਥ ਸਤਰ ਦੇ ਉਹ 100 ਅਰਥ ਕਰਦੇ ਆ। ਆਪਾਂ ਅੱਗੇ ਦੇਖਾਂਗੇ ਜਿੱਥੇ ਬਾਕੀ ਜਗ੍ਹਾ ਆਉਂਦਾ ਨਾ ਸਹਿਸ, ਉੱਥੇ ਉਹਨਾਂ ਦੀ ਵੀ ਮੱਤ ਮਾਰੀ ਹੋਈ ਹੈ, ਉਹ ਵੀ 1000 ਕਰਦੇ ਆ। ਇਹ ਕੀ ਡਬਲ ਸਟੈਂਡਰਡ ਕਿਵੇਂ ਹੋ ਗਿਆ? ਆਪਾਂ ਤਾਂ ਦੇਖ ਹੀ ਰਹੇ ਹਾਂ ਨਾ ਜੀ। ਇਹਦੇ ਵਿੱਚ ਤਾਂ ਸਿਰਫ ਲਿਖਿਆ ਹੋਇਆ ਵੀ 1755 ਬਣਦਾ ਹੈ। ਤੇ ਅੱਗੇ ਜਿਹੜੀ ਆ ਹੈਗੀ ਹੈ ਦਸਮ ਭੀਚ ਸਭ ਭਾਗ ਸੁਣਾ, ਇਹਦੇ ਚ ਵੀ 11 ਸਹਿਸ ਲਿਖਿਆ। ਇਹ ਸਾਡੀ ਭਾਸ਼ਾ ਹੈ। 1192 ਮਤਲਬ 92, ਆ ਜਿਹੜਾ ਆਪਾਂ ਹਾਈਲਾਈਟ ਕੀਤਾ ਨਾ 1192 ਦੀ ਗੱਲ ਹੈ। ਇਹ ਕਲੀਅਰ ਹੋਣਾ ਚਾਹੀਦਾ ਸਾਨੂੰ ਵੀ ਇਹ ਸਾਡੀ ਭਾਸ਼ਾ ਹੈਗੀ ਹੈ। 1192 ਤਾਂ ਬਣਦਾ ਕਿਉਂਕਿ ਇਹ 11 into 100 is 1100 plus 92, ਔਰ ਇਹੀ ਭਾਸ਼ਾ ਆਦਿ 'ਚ ਵੀ ਚੱਲਦੀ ਹੈ। ਜੇ ਸਾਨੂੰ ਅਸੀਂ ਕਦੇ ਖੋਲ ਕੇ ਉਹਦੀ ਥੋੜੀ ਜਿਹੀ ਉਹ ਕੀਤੀ ਹੋਵੇ ਫਿਰ ਸਾਨੂੰ ਗੱਲ ਕਲੀਅਰ ਹੋਏਗੀ। ਹੁਣ ਇੱਥੇ ਆਉਂਦਾ 17 ਹੈ, ਸੈ ਲਿਖਤਾ। ਸੈ ਸ਼ਬਦ ਗੁਰਬਾਣੀ 'ਚ ਆਉਂਦਾ, ਊਡੇ ਉਡਾਵੇ ਸੈ ਕੋਸਾਂ। ਅਸੀਂ ਉੱਥੇ ਸੈ ਦੇ 100 ਹੀ ਕਰਦੇ ਹਾਂ ਅਰਥ। ਸਹਿਸ ਦੇ ਅਸੀਂ ਪਤਾ ਨਹੀਂ 1000 ਕਿਉਂ ਕਰਨ ਲੱਗ ਗਏ। ਸੋ ਦੋਹੇ ਪਾਸੇ ਉਹਨਾਂ ਨੇ ਦੱਸਿਆ, ਪਰ ਕਿਉਂਕਿ ਅਸੀਂ ਪੜ੍ਹਦੇ ਨਹੀਂ ਹੈ, ਸਾਨੂੰ ਪਹਿਲਾਂ ਹੀ ਰੋਕ ਦਿੱਤਾ ਜਾਂਦਾ ਵੀ ਜੇ ਪੜ੍ਹ ਲਿਆ ਤਾਂ ਅਸੀਂ ਫਸਾਂਗੇ, ਕੋਈ ਨਵਾਂ ਪਖੇੜਾ ਜਾਂ ਪਾ ਦਈਏ, ਇਹ ਵਿਚਾਰੇ ਆਪਸ ਖਹੀ ਜਾਣਗੇ, ਪੰਡਤ ਦਾ ਕੰਮ ਚੱਲੀ ਜਾਏਗਾ। ਹੁਣ ਇੱਥੇ ਵੀ ਦੇਖੋ ਲਿਖਿਆ ਆ ਅਖੀਰੀ ਹੈ 2492 ਛੰਦ ਬਣਦੇ ਆ। ਉਹ ਕਹਿੰਦੇ 1192 ਤਾਂ ਮੈਂ ਜਿਸ ਤਰ੍ਹਾਂ ਸੀ ਉਵੇਂ ਹੀ ਲੈ ਲਏ ਆ। ਟੋਟਲ 1300 ਦਸਮ ਪਾਤਸ਼ਾਹ ਦੇ ਆਪ ਲਿਖੇ ਹੈ। ਇਹ ਉਹਨਾਂ ਦੀ ਲਿਖਤ ਹੈ। ਉਹਨਾਂ ਨੇ ਜੋ ਲਿਖਿਆ ਸੀ ਤਾਂ ਉਹਨੂੰ ਸੱਚ ਮੰਨ ਕੇ ਉਹਦੇ ਤੇ ਖੋਜ ਕਰ ਰਹੇ ਹਾਂ ਵੀ ਇਹ ਹੂਬਹੂ ਸੱਚ ਹੈ। ਤੇ ਉਹਨਾਂ ਨੇ ਕੁਝ ਸਾਨੂੰ ਸਮਝਾਇਆ। ਸਾਡੀ ਬੁੱਧੀ ਉਨੀ ਨਹੀਂ ਹੈ, ਇਹ ਅਸੀਂ ਮੰਨ ਸਕਦੇ ਹਾਂ। ਉਹਨਾਂ ਨੇ ਗਲਤ ਲਿਖਿਆ, ਇਹ ਨਹੀਂ ਮੰਨਿਆ ਜਾ ਸਕਦਾ। ਹੁਣ ਦੇਖੋ ਆ ਦਸਮ ਗ੍ਰੰਥ ਦੇ ਅਰਥ, ਇਹ ਵੀ ਤਾਂ ਉਹੀ ਹੈ ਜੋ ਜਿਹਨਾਂ ਦਾ ਆਪਾਂ ਰੌਲਾ ਪਾ ਰਹੇ ਹਾਂ। ਇਹ ਉੱਥੇ 100 ਲਿਖੀ ਜਾਂਦੇ ਆ, ਇੱਥੇ 1000 ਲਿਖੀ ਜਾਂਦੇ ਆ। ਸ਼ੇਸ਼ ਨਾਗ ਸਿਰ ਸਹਿਸ ਬਣਾਏ ਵੀ ਵਾਈ ਨੋਟ 100, ਜਦ ਕਿ ਸਹਿਸ ਸ਼ਬਦ ਦਸਮ ਦਾ ਡਿਫਾਈਨ ਹੋਇਆ ਹੋਇਆ। ਸਹਿਸ ਰਾਜ ਜਾ ਕੇ ਸ਼ੁਭ, ਇੱਥੇ ਵੀ 1000। ਉਹ ਕੋਈ ਫਰਕ ਨਹੀਂ ਹੈ। ਜਿਹਨਾਂ ਨੇ ਦਸਮ ਦਾ ਟੀਕਾ ਲਿਖਿਆ ਉਹ ਵੀ ਇਹੋ ਜਿਹੀ ਸੀ, ਸਾਬਸੀ ਵਰਗੇ ਸੀ, ਉਹ ਵੀ ਕੋਈ ਫਰਕ ਨਹੀਂ ਸੀ। ਇਹਨਾਂ ਨੇ ਵੀ ਪੈਸੇ ਵੱਢਣ ਲਈ ਬਣਾਇਆ ਹੋਊਗਾ ਵੀ ਚਲੋ ਜੀ ਸਾਡੀ ਉਹ ਬਣ ਗਈ, ਭੱਲ ਬਣ ਜੂਗੀ। ਇੱਥੇ ਵੀ ਪਹਿਲਾਂ ਵੀ ਭੱਲ ਬਣਾਉਣ ਦਾ ਸਿਸਟਮ ਸੀ। ਗਿਆਨ ਲੋਕਾਂ ਨੂੰ ਨਹੀਂ ਹੋਇਆ,
ਲੋਕ ਅਗਿਆਨਤਾ 'ਚ ਫਸ ਗਏ। ਟੀਕਾ, ਅੱਜ ਮੈਂ ਬਹੁਤ ਲੋਕਾਂ ਨਾਲ ਗੱਲ ਕਰਦਾ, ਕਹਿੰਦੇ ਮਤਲਬ ਜੇ ਟੀਕਾ ਨਾ ਲਿਖਦੇ ਅਸੀਂ ਤਾਂ ਬਚ ਜਾਂਦੇ। ਟੀਕੇ 'ਚ ਤਾਂ ਅਸੀਂ ਬਹੁਤ ਬੁਰੀ ਤਰ੍ਹਾਂ ਫਸ ਗਏ, ਅਸੀਂ ਆਪਸ 'ਚ ਕਹਿਣ ਲੱਗ ਗਏ। ਉਹ ਕਿਉਂਕਿ ਅਸੀਂ ਪੜਾਂਗੇ ਹੁਣ, ਕਹੂੰ ਸਹਿਸਕ੍ਰਿਤ ਲਿਖਿਆ ਵਰਡ, ਆਹ ਵਰਡ ਆਉਂਦਾ ਨਹੀਂ ਹੈ ਸਹਿਸਕ੍ਰਿਤੀ ਸ਼ਲੋਕ, ਆਹ ਵਰਡ ਗੁਰਬਾਣੀ 'ਚ ਨਹੀਂ ਆਉਂਦਾ, ਕਿਉਂਕਿ ਉਹਨਾਂ ਨੇ ਪੜ੍ਹੀ ਹੈ। ਉਹ ਜੇ ਲਿਖਣ ਵਾਲੇ ਜਾਣ ਕੇ ਲਿਖਦਾ। ਇਹ ਸਹਿਸ ਮਤਲਬ ਹੈ ਜਿਹ 'ਚ 100 ਤੋਂ ਸੈਂਕੜੇ ਕ੍ਰਿਤਾਂ ਹੋਈਆਂ ਹੋਣ, ਉਹ ਵਿਓਮ ਬਾਣੀ ਹੁੰਦੀ ਹੈ। ਉਹ ਵਿਓਮ ਬਾਣੀ ਦਾ ਸਾਨੂੰ ਅਰਥ ਨਹੀਂ ਪਤਾ, ਵਿਓਮ ਬਾਣੀ ਵੀ ਸਾਨੂੰ ਸਮਝਣੀ ਪਏਗੀ ਵੀ ਵਿਓਮ ਬਾਣੀ ਕਿਹਾ ਕਿਹਨੂੰ ਹੈ। ਉਹ ਹੈ ਸੁਣੀਏ ਧਰਤ ਧਵਲ ਆਕਾਸ਼। ਸੋ ਇਹ ਸਾਰੀਆਂ ਜਿਹੜੀਆਂ ਹੈਗੀਆਂ ਗੱਲਾਂ ਹੁੰਦੀਆਂ ਰਿਲੇਟ, ਆਪਾਂ ਰਿਲੇਟ ਹੋ ਕੇ ਚੱਲਣਾ ਇਹਨਾਂ ਗੱਲਾਂ ਨਾਲ। ਸੋ ਅਜੇ ਤੱਕ ਚੱਲ ਰਹੀ ਹੈ ਵੀ ਮੀਟਿੰਗ ਦਾ ਟਾਈਮ, ਕੋਈ ਅਜੇ ਆਇਆ ਤਾਂ ਨਹੀਂ ਵਾਰਨਿੰਗ, ਦੱਸੋਗੇ? because we're getting close to 40 minutes. ਨਹੀਂ, ਵਿੱਚ ਇੱਕ ਉਹ ਆਇਆ ਸੀਗਾ ਵੀ this meeting does not have any limit, ਉਹ ਤਾਂ ਮੇਰੇ ਖਿਆਲ ਨਾਲ ਆ ਗਿਆ ਸੀਗਾ ਵੀ ਲਿਮਿਟ ਨਹੀਂ ਹੈ। ਬਸ ਤੁਸੀਂ ਜੁਆਇਨ ਹੋਏ ਹੋ, ਇਹਦਾ ਮਤਲਬ ਜੇ ਚੱਲੇ ਰਹੀ ਹੈ, ਠੀਕ ਹੈ ਨਾ ਜੀ? ਚੱਲ ਰਹੀ ਹਾਂ, ਠੀਕ ਹੈ, ਠੀਕ ਹੈ। ਇਹਦਾ ਹੁਣ ਆਪਾਂ ਅੱਗੇ ਜੋ ਖੋਲ ਲੈਂਦੇ ਆ, ਹੁਣ ਇਹ ਗੁਰਬਾਣੀ 'ਚ ਇਹੀ ਅਰਥ ਦੇਖੋ, ਦੋਹੇ ਪਾਸੇ ਵਾਲੇ ਟੀਕਾਕਾਰਾਂ ਦੀ ਗੱਲ ਹੈ। ਸੈ ਦੇ ਅਰਥ ਤਾਂ ਸੈਂਕੜੇ ਹੁੰਦੇ ਆ, ਕੋਈ ਡਾਊਟ ਨਹੀਂ ਹੈਗਾ, ਪਰ ਜਿੱਥੇ ਸਹੰਸ ਦੀ ਗੱਲ ਆਉਂਦੀ ਹੈ ਉੱਥੇ ਸਾਡਾ ਇਹ ਡਾਊਟ ਅਸੀਂ ਕਲੀਅਰ ਕਰ ਰਹੇ ਹਾਂ ਵੀ ਇਸ ਸ਼ਬਦ ਦੇ ਅਰਥ ਉੱਪਰ ਵਾਂਗੂ ਹੀ 100 ਸੀ, ਕੋਈ 100 ਕਹਿ ਕੇ ਅਸੀਂ ਕੋਈ ਕ੍ਰਾਈਮ ਨਹੀਂ ਕਰਾਂਗੇ। ਜੇ ਸਾਡੇ ਮਨ 'ਚ ਹੁੰਦਾ ਨਾ ਵੀ ਅਸੀਂ ਖਬਰੇ, ਉਹ ਵਰਡ 100 ਹੀ ਬਹੁਤਾ ਵਰਤਿਆ ਜਾਂਦਾ, ਔਰ 100 ਹੀ ਸਾਡਾ ਹਿੱਸਾ ਹੈਗਾ। 100 ਸਾਡਾ ਹਿੱਸਾ ਕਿਉਂ, ਆਪਾਂ ਖੋਜ ਲਾਂਗੇ। ਇਹੀ ਆਪਣਾ ਵਿਸ਼ਾ ਵੀ ਅਸੀਂ 100 ਨੂੰ 1000 ਕਹਿ ਕੇ ਅਸੀਂ ਓਵਰਲੁੱਕ ਨਾ ਕਰੀਏ ਗੱਲਾਂ ਨੂੰ। ਕਬੀਰ ਜੀ ਨੇ ਕਿਹਾ, ਗੱਲ ਤਾਂ ਉੱਥੋਂ ਸ਼ੁਰੂ ਹੋਈ ਹੈ। ਉਹ ਕਹਿੰਦੇ ਸਹੰਸ ਨਾਮ ਲੈ ਲੈ ਕਰੋ ਸਲਾਮ। ਹੁਣ ਉਹ ਸਹੰਸ ਨਾਮ ਕਿਹੜੇ ਆ, ਉਹ 10 ਗੁਰਾਂ 'ਚ ਪੜ੍ਹ ਲਓ ਤੁਸੀਂ, ਜਾਪ ਬਾਣੀ 'ਚ ਸਾਰੇ ਸਹੰਸ ਨਾਮ ਹੀ ਲਿਖੇ ਹੋਏ ਨੇ। ਸਹੰਸ ਤੋਂ ਵੀ ਗਾਹਾਂ ਕਰਤੀ, ਕਿਉਂਕਿ ਸਹੰਸ ਇਕੱਲਾ 100 ਨਹੀਂ ਹੈ, ਕਹਿੰਦਾ ਮਤਲਬ ਸੈਂਕੜੇ, ਪਰ ਹਜ਼ਾਰਾਂ ਨਹੀਂ ਹੈ। ਸੈਂਕੜੇ ਦੀ ਫਾਰਮ 'ਚ ਰੱਖਿਆ, ਕਿਉਂ ਰੱਖਿਆ ਇਹ ਉਹੀ ਜਾਣਦੇ ਆ। ਆਪਾਂ ਤਾਂ ਨੇੜੇ ਤੇੜੇ ਲੱਭ ਸਕਦੇ ਆ ਵੀ ਬਾਰ-ਬਾਰ ਕਿਉਂ ਆਉਂਦਾ ਹੈ। ਪੰਖੀ ਹੋਏ ਕਿ ਜੇ ਭਾਵੇਂ ਸੈ ਸਮਾਨੀ ਜਾਉ, ਨਾਨਕ ਲਹਿਰੀ ਲੱਖ ਸੈ, ਮਲ ਹੋਤੀ ਧੋਤੀ ਕਿਵੇਂ ਨਾ ਉਤਰੇ, ਜੇ 100 ਤੀਰਥ ਨਹਾਏ। 100 ਦਾ, ਇਹ 100 ਦੀ ਸੈਂਸ 'ਚ ਆਉਂਦਾ, ਮਤਲਬ ਜਿਹੜਾ ਮੈਟਾਫਰ ਹੈ ਉਹ 100 ਦੀ ਸੈਂਸ 'ਚ ਚੱਲਦਾ। ਉਹੀ ਸਹੰਸ ਤੇ ਚੱਲ ਰਿਹਾ, ਉਹੀ ਸੰਸਰਦਾਨ ਦੇ। ਹੁਣ ਸੰਸਰਦਾਨ ਦੇ ਅੰਦਰ ਰੁਆਇਆ ਦੇ ਅਰਥ ਜਿਹੜੇ ਕੀਤੇ ਹੈ, ਉਹ ਕਿਸੇ ਕਹਾਣੀ ਤੋਂ ਚੱਕ ਕੇ ਕੀਤੇ ਹੈ, ਉਹ ਕਹਾਣੀ ਪੁਰਾਣਿਕ ਹੈ, ਇਹ ਗੱਲ ਵੇਦ ਦੀ ਹੈ। ਤੁਹਾਡੇ ਉਹ ਅਰਥ ਕਦੇ ਵੀ ਫਿੱਟ ਨਹੀਂ ਹੋਣਗੇ ਇੱਥੇ, ਜਿੰਨਾ ਮਰਜ਼ੀ ਖਿੱਚਦੂ ਕਰ ਲਾਂਗੇ ਆਪਾਂ। ਹੁਣ ਸਹੰਸਰਦਾਨ ਦਾ ਮਤਲਬ ਹੈ ਵੀ 100 ਦਾਨ। ਇੰਦਰ ਕੌਣ ਹੈ? ਪੁਰਾਣ ਦਾ ਇੰਦਰ ਹੈ ਕਿ ਦੇਵ ਸਾਡਾ ਇੰਦਰ ਹੈ ਵੇਦ ਦਾ? ਇਹ ਤਾਂ ਗੱਲ ਸਮਝਣੀ ਪਊਗੀ ਵੀ ਇਹ ਜਿਹੜਾ ਸ਼ਲੋਕ ਹੈ ਇਹ ਵੇਦ ਦੇ ਹਿੱਸਿਓਂ ਚੱਲ ਰਿਹਾ। ਰੋਵੇ ਰਾਮ ਨਿਕਾਲਾ ਭਿਆ ਹੈ, ਇਹਦਾ ਅਰਥ ਇਹ ਸਾਡਾ ਆਪਣਾ ਜੋ ਤੁਮਰਾ ਨਹੀਂ ਹੈ, ਹਮਰਾ ਇੰਦਰ ਹੈ। ਜਿਵੇਂ ਕਿ ਤੁਮਰਾ ਰਾਮ ਹੈ, ਹਮਰਾ ਰਾਮ ਹੈ। ਤੁਮਰਾ ਲਕਸ਼ਮਣ ਹੈ, ਸਾਡਾ ਲਖਮਣ ਹੈ। ਤੁਮਰੀ ਲక్ష్ਮੀ ਹੈ, ਸਾਡੀ ਲਖਮੀ ਹੈ। ਇਹ ਵਰਡਸ ਐਨੇ ਨਾਲੇ ਫਰਕ ਪਈ ਜਾਂਦਾ, ਇੰਨਾ ਹੀ ਉਹਨਾਂ ਨੇ ਪਾਉਣਾ ਸੀ, ਐਨੇ ਨਾਲ ਗਿਆਨ ਸ਼ੁੱਧ ਹੋ ਜਾਂਦਾ। ਸੋ ਸੰਸਰਦਾਨ ਦੇ ਇੰਦਰ ਰਵਾਇਆ। ਦਾਨ ਕਿੰਨੇ ਦੇ ਰਹੇ ਹੈ? ਕਹਿੰਦੇ ਨਹੀਂ ਹੈ 10 ਵਸਤੂ ਲੈ ਪਾਛੇ ਪਾਵੈ, ਇਹ ਉਹ ਗੱਲ ਹੈ। 10 ਦਾ ਮਤਲਬ 10 ਥੋੜ੍ਹਾ ਦਿੱਤੀਆਂ, ਉਹ ਤਾਂ ਇੱਕ ਭਾਸ਼ਾ ਹੈ ਸਾਡੀ। ਏਕ ਵਸਤ ਕਾਰਨ ਆਹ ਕੰਮ ਹੈ ਇੱਥੇ। ਇਹਨੂੰ ਇੱਕ ਨਾ ਮਿਲੇ ਤਾਂ ਰੋਂਦਾ ਹੈ, ਜਿਹੜੇ ਮਿਲੇ ਆ ਉਹਦਾ ਇਹ ਨਹੀਂ ਕਰਦਾ। ਇਹ ਉਹਦੇ ਅਰਥ ਬਣਦੇ ਆ ਇੱਥੇ, ਆਪਾਂ ਗੌੜੀ 'ਚ ਪੜ੍ਹਦੇ ਹਾਂ। 10 ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਵਿਖੋਟ ਗਵਾਵੇ। ਏਕ ਵੀ ਨਾ ਲੈ, ਏਕ ਬੀਨਾ ਦੇ 10 ਵੀ ਹਿਰਲੇ ਤੋਂ ਮੂੜਾ ਕਾਹੂ ਕਾਹ ਕਰੇ। ਆਹ ਮੂੜਾ ਐ ਐਕਸਪਲੇਨ ਹੋਈਆਂ ਗੱਲਾਂ, ਐ ਰਿਲੇਟ ਹੁੰਦੀਆਂ। ਪਰ ਜਿੱਥੇ ਕੋਈ ਗੱਲ ਪੁਰਾਣਿਕ ਹੋਏਗੀ ਉਹ ਤੁਹਾਨੂੰ ਖੋਜਣੀ ਪਏਗੀ, ਇਹ ਗੱਲ ਵਾਕਈ ਪੁਰਾਣਿਕ ਹੈ ਕਿ ਵੈਦਿਕ ਹੈ। ਇਹਨੂੰ ਇਹ ਵਿਵੇਕ ਕਹਿੰਦੇ ਆ। ਪੁਰਾਣ ਵਿੱਚ, ਵੇਦ ਵਿੱਚ ਇਹ ਫਰਕ ਹੈ ਵੀ ਉੱਥੇ ਪੱਥਰ ਦੀ ਪੂਜਾ, ਪੁਰਾਣ 'ਚ ਪੁਰਾਣ ਦਾ ਰਾਮ ਜਿਹੜਾ ਹੈ ਪੱਥਰ ਪੂਜਾ 'ਚ ਹੈ, ਉਹ ਵੇਦ ਦਾ ਰਾਮ ਚੇਤਨ ਹੈ। ਵੇਦ ਦਾ ਰਾਮ ਪ੍ਰੈਜ਼ੈਂਟ ਕੰਟੀਨਿਊਸ 'ਚ ਹੈ, ਇਹ ਵੀ ਪ੍ਰੈਜ਼ੈਂਟ ਕੰਟੀਨਿਊਸ 'ਚ ਸਾਰਾ ਸ਼ਬਦ ਜਿੱਥੋਂ ਇਹ ਆਉਂਦਾ। ਇਹ ਗੁਰੂ ਨਾਨਕ ਜੀ ਦਾ ਜਿਹੜਾ ਸ਼ਲੋਕ ਹੈ ਰੋਵੇ ਰਾਮ ਨਿਕਾਲਾ ਪਿਆ, ਉਹਦੇ ਸੈਂਸ 'ਚ ਆਉਂਦਾ। ਸਾਹਿਬ ਸੀ ਇਹਨੂੰ ਪੁਰਾਣ 'ਚ ਕਰਤਾ, ਆਪਾਂ ਇਹਨੂੰ ਪੁਰਾਣ 'ਚੋਂ ਵੇਦ 'ਚ ਲਿਆਉਣਾ। ਇੰਨਾ ਆਪਣਾ, ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ। ਹੁਣ
ਜੇ ਤੁਸੀਂ ਰੱਖਣਾ ਇਹ ਜ਼ਿੰਮੇਵਾਰੀ 'ਚ ਆਪਣਾ ਰਹਿਣਾ ਚਾਹੁੰਦੇ ਹੋ, ਘੱਟੋ ਘੱਟ ਆਪਾਂ ਬਾਣੀ ਦੇ ਅਰਥ ਪਹਿਲਾਂ ਨਾਲੋਂ ਠੀਕ ਕਰ ਲਈਏ। ਮੰਨਣੀ ਜੀ ਨਹੀਂ ਹੈਗੀ ਆ, ਉਹ ਤਾਂ ਦਿਖ ਜਾਂਦਾ, ਉਹ ਦੱਸ ਕੇ ਨਹੀਂ ਮੰਨਦਾ ਵੀ ਮੈਂ ਦੱਸ ਕੇ ਮੰਨਦਾ। ਜਿਹੜਿਆਂ ਨੇ ਖੜੇ ਹੋਏ ਸੀ ਆਨੰਦਪੁਰ, ਉਹ ਘਰ ਨਹੀਂ ਜਾ ਕੇ ਪੁੱਛਣ ਗਏ ਸੀ ਵੀ ਮੈਂ ਸ਼ਾਮਲ ਹੋ ਜਾਵਾਂ 5 ਪਿਆਰਿਆਂ 'ਚ, ਮੈਂ ਤਾਂ ਸਿਰ ਦੇਣ ਆਊਂਗਾ। ਆਪਾਂ ਤਾਂ ਪੁੱਛਾਂਗੇ ਪਹਿਲਾਂ ਫੋਨ ਕਰਕੇ ਵੀ ਭਾਈ ਆਹ ਕੰਮ ਕਰਨ ਲੱਗੇ ਆ। ਇਹ ਐ ਨਹੀਂ ਹੁੰਦੀ ਗੱਲ। ਉਹ ਜਿਨ੍ਹਾਂ ਨੇ ਕਰਨਾ ਉਹ ਪੁੱਛਦੇ ਨਹੀਂ ਹੁੰਦੇ, ਫਿਰ ਉਹ ਕਰੇ ਦਿੰਦੇ ਹੁੰਦੇ ਆ। ਸੋ ਆਪਾਂ ਇਹਦਾ ਕਨਕਲੂਜਨ ਇਹ ਕੱਢਿਆ ਅੱਜ ਵੀ ਸਹਿਸ, ਸਹੰਸ, ਸਹੰਸਰ, ਸਹਿ ਸੋ ਸਹੀ ਇੱਕੇ ਸੈਂਸ ਦੇ ਵਰਡ ਹੈ ਸਾਰੇ, ਔਰ ਇਹ 100 ਲਈ ਆਉਂਦੇ ਹੈ। ਜੇ ਕਿਤੇ 1000 ਹੋਏ ਹੈ, ਸਾਨੂੰ ਉਹ 100 ਦੀ ਸੈਂਸ ਚ ਲੈਣਾ ਪਏਗਾ। ਇੰਨਾ ਹੀ ਮੇਰਾ ਏਮ ਸੀ। ਅਗਲੀ ਵਾਰ ਆਪਾਂ ਇਹਦੇ ਤੇ ਕਰਾਂਗੇ ਕਿ ਇਹਦੇ ਹੁਣ ਅਰਥ ਕੀ ਬਣਨਗੇ, ਇਹ ਪੰਕਤੀ ਦੇ ਅਰਥ ਕੀ ਬਣਨਗੇ। ਹੋਰ ਕੋਈ ਸਵਾਲ ਹੈ, ਕੋਈ ਡਿਸਕਸ਼ਨ ਆਪਾਂ ਕਰ ਸਕਦੇ ਹਾਂ। ਆਪਣਾ ਜਿਹੜਾ ਮੇਨ ਥੀਮ ਸੀ ਕਿ ਸਹਿਸ ਸ਼ਬਦ ਜੋ ਹੈ ਆਇਆ ਗੁਰਬਾਣੀ 'ਚ, ਉਹਨੂੰ ਸਾਡੀ ਲਿਟਰੇਚਰ 'ਚ 100 ਦੀ ਸੈਂਸ ਕਿਹਾ ਸੀ। ਸਾਨੂੰ ਭੁਲੇਖਾ ਲੱਗਿਆ ਸੀ, ਅਸੀਂ ਭੁਲੇਖਾ ਦੂਰ ਕਰਿਆ। ਹੁਣ ਸਹਿਸ ਔਰ ਲੱਖ ਦਾ ਆਪਾਂ ਰਿਲੇਸ਼ਨ ਅਗਲੀ ਵਾਰ ਲੱਭਣ ਦੀ ਕੋਸ਼ਿਸ਼ ਕਰਾਂਗੇ ਵੀ ਗੁਰਬਾਣੀ ਨੇ ਸਹਿਸ ਔਰ ਲੱਖ ਕਿਉਂ ਲਿਖੇ ਹੈ, ਕਿੰਨੀ ਕੁ ਸਾਡੀ ਸਮਝ ਹੈ ਵੀ ਅਸੀਂ ਇਹਨਾਂ ਦੋਹਾਂ ਸ਼ਬਦਾਂ ਦੀ ਨਿਖੇੜ ਕਰ ਸਕਦੇ ਹਾਂ। ਆਪਣਾ ਜਿੰਨਾ ਜਿੰਨਾ ਕਿਸੇ ਨੂੰ ਪਤਾ, ਕਿਉਂਕਿ ਅੱਜ ਤਾਂ ਮੈਂ ਦੱਸਿਆ ਨਹੀਂ ਸੀ, ਉਹ ਜੇ ਤੁਸੀਂ ਚਾਹੁੰਦੇ ਹੋ ਮੇਰੇ ਲਈ ਤਾਂ ਅੱਧਾ ਇੱਕ ਬੰਦਾ ਆ ਜਾਵੇ, ਨਾ ਵੀ ਕੋਈ ਆਵੇ, ਮੈਂ ਤਾਂ ਆਪ ਕਰਕੇ ਤੁਹਾਨੂੰ ਰਿਕਾਰਡਡ ਫਾਈਲ ਭੇਜ ਦੇਣੀ ਹੈ ਵੀ ਆਹ ਖੋਜ ਹੈ। ਜੇ ਕੋਈ ਹੋਰ ਕੰਟਰੀਬਿਊਟ ਕਰੇਗਾ ਉਹਦੀ ਸਿਆਣਪ ਹੈ। ਹੁਣ ਮੈਂ ਚਾਹੁੰਦਾ ਵੀ ਸਹਾਇਸ ਜਾਂ ਸਾਇੰਸ ਜਾਂ ਜਿਹੜਾ ਆਪਾਂ ਪੜ੍ਹਿਆ ਉਹਦੇ ਬਾਰੇ ਜੇ ਕੋਈ ਸਵਾਲ ਹੈ, ਆਪਾਂ ਤੁਸੀਂ ਅਨਮਿਊਟ ਕਰਕੇ ਆਪਸ 'ਚ ਆਪਾਂ ਉਹਨੂੰ ਡਿਸਕਸ ਕਰ ਸਕਦੇ ਹਾਂ। ਬਾਕੀ ਵਿਚਾਰਧਾਰਾ ਜਿਹੜੀ ਕਰਨੀ ਸੀ ਉਹ ਹੋ ਗਈ। ਅਗਲੇ ਹਫਤੇ ਦਾ ਤੁਹਾਨੂੰ ਆਹ ਟੌਪਿਕ ਹੈਗਾ ਸਹਿਸ ਔਰ ਲੱਖ ਸ਼ਬਦ ਦਾ ਆਪਸ 'ਚ ਰਿਸ਼ਤਾ ਕੀ ਹੈ, ਕਿੱਥੋਂ ਆਏ ਹੋਣਗੇ, ਪਹਿਲੀ ਪੌੜੀ 'ਚ ਦਰਜ ਕਿਉਂ ਹੋਏ ਹੈ, ਇਹ ਆਪਾਂ ਸਮਝਾਂਗੇ ਜਾਂ ਸਮਝਾਵਾਂਗੇ, ਦੋਵੇਂ ਗੱਲਾਂ ਕਰਾਂਗੇ। ਹਾਂਜੀ, ਹੁਣ ਸਾਰੇ ਵੀਰਾਂ ਨੂੰ ਉਹ ਹੈ, ਮੈਨੂੰ ਲੱਗਦਾ ਕਿੰਨੇ ਪਾਰਟੀਸੀਪੈਂਟਸ ਹੈ, ਮੈਂ ਤਾਂ 12 ਪਾਰਟੀਸੀਪੈਂਟਸ ਹੈ। ਥੋੜੀ ਥੋੜੀ ਕੰਟਰੀਬਿਊਸ਼ਨ ਚਾਹੀਦੀ ਹੈ ਹਰੇਕ ਦੀ, ਵੀ ਗੱਲ ਨਵੀਂ ਹੋਈ ਹੈ, ਇਹਨੂੰ ਡਾਈਜੈਸਟ ਕਰਨ ਨੂੰ ਟਾਈਮ ਲੱਗੇਗਾ। ਸਿੱਧੀ ਹਜਮ ਵੀ ਨਹੀਂ ਹੋਣੀ, ਕਿਉਂਕਿ ਜਿਹਨਾਂ ਨੂੰ ਅਸੀਂ ਸਿਆਣੇ ਸਮਝਦੇ ਸੀ ਉਹਨਾਂ ਨੇ ਸਿਆਣਪ ਦਿਖਾਈ ਤਾਂ ਸੀ, ਪਰ ਉਹ ਸਿਆਣਪ 'ਚ ਹਮੇਸ਼ਾ ਬਦਲਾਵ ਆ ਜਾਂਦਾ ਹੁੰਦਾ। ਇਹ ਖੋਜ ਦਾ ਕੰਮ ਇਹੀ ਹੁੰਦਾ। ਕੱਲ ਨੂੰ ਸਾਡੀ ਗੱਲ ਵੀ ਤੋਂ ਵੀ ਗਾਹਾਂ ਕੋਈ ਗੱਲ ਕਰੇਗਾ, ਇਹ ਸਾਨੂੰ ਗੱਲ ਖੁਸ਼ੀ ਹੋਏਗੀ ਜੇ ਇਹ ਤੋਂ ਲੋਕ ਕੋਈ ਹੋਰ ਅੱਗੇ ਗੱਲ ਕਰਦਾ। ਹਾਂਜੀ ਦੱਸੋ ਜੀ, ਫਿਰ ਆਪਣਾ ਕੋਈ ਵੀਰ ਹੋਵੇ। ਹਾਂਜੀ ਜੀ ਸੀ, ਨਹੀਂ ਬਸ ਠੀਕ ਹੈ, ਆਪਾਂ ਪਹਿਲਾਂ ਵਿਚਾਰ ਕੀਤੀ ਸੀਗੀ, ਇਹ ਵਧੀਆ ਹੈ। ਕਿਉਂਕਿ ਆਈ ਥਿੰਕ ਜੇ ਸਾਨੂੰ ਆਦਿ ਚੋਂ ਅਰਥ ਜਿੱਥੇ ਜਿੱਥੇ ਵੀ ਕਲੀਅਰ ਨਹੀਂ ਹੋਏ, ਦਸਮ ਚੋਂ ਜੇ ਕਲੀਅਰ ਹੋ ਜਾਂਦੇ ਆ ਤੇ ਉਹ ਕਰ ਲੈਣੇ ਚਾਹੀਦੇ ਆ। ਦਸਮ ਚ ਸਾਨੂੰ ਬਿਲਕੁਲ 100% ਹੈ ਜੀ ਡੈਫੀਨੇਸ਼ਨ 100 ਦਿੱਤੀ ਹੋਈ ਹੈ, ਤੇ ਆਈ ਗੈਸ ਵੀ ਉਸ ਤੋਂ ਬਾਅਦ ਤਾਂ ਸਾਨੂੰ ਹੋਰ ਕੋਈ ਟੀਕੇ ਜਾਂ ਹੋਰ ਕਿਸੇ ਪਾਸੇ ਦੇਖਣਾ ਨਹੀਂ ਚਾਹੀਦਾ। ਸਾਡੇ ਕੋਲ ਹੋਰ ਬਥੇਰੇ ਵਰਡ ਏਦਾਂ ਦੇ ਨੇ ਜਿਹੜੇ ਆਦਿ ਵਿੱਚ ਜਿਹਦੇ ਅਰਥ ਨਹੀਂ ਕਲੀਅਰ ਹੁੰਦੇ, ਉਹ ਦਸਮ ਚੋਂ ਸਾਨੂੰ ਮਿਲ ਜਾਂਦੇ ਆ। ਆਪਾਂ ਪਹਿਲਾਂ ਵੀ ਵਿਚਾਰ ਕੀਤੀ ਹੋਈ ਸੀ ਵੀ ਬਥੇਰੇ ਹੋਰ ਵਰਡ ਏਦਾਂ ਦੇ ਹੈਗੇ ਨੇ, ਤੇ ਠੀਕ ਹੈ, ਵਧੀਆ। ਆਪਾਂ ਸਾਇੰਸ ਦਾ ਜਿਹੜਾ ਅਰਥ ਨੇ ਠੀਕ ਨੇ, 100 ਦੇ ਹਿਸਾਬ ਨਾਲ 1000 ਨਹੀਂ ਬਣਦੇ, ਠੀਕ ਨੇ। ਠੀਕ ਹੈ ਜੀ, ਤੇ ਆਪਾਂ ਇਹਦਾ ਆਪਸ ਨੈਕਸਟ ਵੀਕ ਲੱਖ ਨਾਲ ਇਹਦਾ ਰਿਲੇਸ਼ਨਸ਼ਿਪ ਕੱਢਣ ਦੀ ਕੋਸ਼ਿਸ਼ ਕਰਾਂਗੇ ਵੀ ਲੱਖ ਵਰਡ ਵੀ ਕਿਤੇ ਮੱਤ ਤੋਂ ਆਇਆ ਹੋਇਆ, ਸਾਇੰਸ ਵੀ ਕਿਸੇ ਚੋਂ ਆਇਆ। ਐ ਦਿਖਦਾ ਇੱਥੋਂ ਵੀ ਉਹ ਦੋਹੇ ਵੇਦ ਮੱਤ ਨੇ ਰਿਜੈਕਟ ਕਰਤੇ ਹੈ। ਕਿਸੇ ਗ੍ਰੰਥ ਵਿੱਚ ਜਾਂ ਕਿਸੇ ਵਿਚਾਰਧਾਰਾ 'ਚ ਸਹਿਸ ਪ੍ਰਮਾਣ ਹੈ, ਕਿਸੇ 'ਚ ਲੱਖ ਪ੍ਰਮਾਣ ਹੈ। ਗੁਰੂ ਨਾਨਕ ਜੀ ਨੇ ਜਦੋਂ ਸਾਨੂੰ ਸਮਝਾਈ ਹੈ ਗੱਲ, ਉਹ ਕਹਿੰਦੇ ਨਾ ਆਪਾਂ ਸਹਿਸ ਵਾਲਿਆਂ ਦੀ ਮੰਨਣੀ ਹੈ, ਨਾ ਆਪਾਂ ਲੱਖ ਵਾਲਿਆਂ ਦੀ ਮੰਨਣੀ ਹੈ। ਜੋ ਗੁਰਬਾਣੀ ਦਾ ਫੈਸਲਾ ਹੈਗਾ ਉਹ ਅਸੀਂ ਮੰਨਾਂਗੇ। ਸੋ ਮੈਂ ਚਾਹੁੰਦਾ ਹੋਰ ਵੀ ਕੋਈ, ਜੇ ਤੁਹਾਡੀ ਸਮਝ ਆਈ ਹੈ ਇਹ ਗੱਲ, ਇਹਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਧਰਮਿੰਦਰ ਪੜਿਆ ਜੀ। ਹਾਂਜੀ ਧਰਮਿੰਦਰ। ਹਾਂਜੀ ਬਿਲਕੁਲ ਜੀ, ਤੁਸੀਂ ਬਹੁਤ ਵਧੀਆ ਨਿਖੇੜਾ ਕਰਕੇ ਦੱਸਿਆ, ਸਮਝਾਇਆ। ਪਹਿਲਾਂ ਤਾਂ ਅਸੀਂ ਤਾਂ ਸਾਇੰਸ ਦਾ ਹਜ਼ਾਰਾਂ ਜਾਂ ਅਣਗਿਣਤੀ ਸਮਝਦੇ ਰਹੇ, ਪਰ ਜਿੱਦਾਂ ਤੁਸੀਂ ਸ਼ਾਬਦਿਕ ਅਰਥ ਪੂਰਾ
ਪੰਕਤੀਆਂ ਲੈ ਕੇ ਜਾਂ ਦਸਮ ਦੀ ਬਾਣੀ ਲੈ ਕੇ ਸਮਝਾਇਆ, ਬਿਲਕੁਲ ਸਹਿਮਤ ਹਾਂ ਜੀ ਉਹਦੇ ਨਾਲ। ਬਿਲਕੁਲ ਬਹੁਤ ਵਧੀਆ ਜੀ, ਸ਼ੁਕਰੀਆ ਬਹੁਤ ਬਹੁਤ ਤੁਹਾਡਾ। ਠੀਕ ਹੈ, ਅਗਲੇ ਹਫਤੇ ਆਪਾਂ ਸਹਿਸ ਔਰ ਲੱਖ ਦਾ ਵੀ ਰਿਸ਼ਤਾ ਕਰਨਾ ਹਾਂਜੀ ਹੈ। ਸਭ ਦੀ ਕੰਟਰੀਬਿਊਸ਼ਨ ਚਾਹੀਦੀ ਹੈ ਉਹਦੇ ਚ। ਜ਼ਰੂਰ ਜੀ ਜ਼ਰੂਰ। ਹਾਂਜੀ ਹਾਂਜੀ ਭਾਈ ਸਾਹਿਬ, ਵਾਹਿ ਖਾਲਸਾ ਵਾਹਿ ਫਤਿਹ। ਕਵਲਜੀਤ ਸਿੰਘ ਬੋਲ ਰਿਹਾ ਜੀ, ਸਿਡਨੀ ਤੋਂ। ਹਾਂਜੀ ਵੀਰ ਜੀ। ਹਾਂਜੀ, ਆਪ ਦਾ ਬਹੁਤ ਧੰਨਵਾਦ ਜਿਹੜਾ ਆਪਨੇ ਸਮਾਂ ਕੱਢਿਆ। ਇੱਕ ਗੱਲ ਇਹਦੇ ਤੋਂ ਆਪਾਂ ਨੂੰ ਹੋਰ ਸਮਝ ਲੈਣੀ ਚਾਹੀਦੀ ਹੈ ਕਿ ਗੁਰਬਾਣੀ ਜਿਹੜੀ ਹੈ ਉਹਨੂੰ ਬਹੁਤ ਜ਼ਿਆਦਾ ਲੋਕ, ਇਨਕਲੂਡਿੰਗ ਆਵਰਸੈਲਫ, ਆਪਾਂ ਸਾਰੇ ਉੱਤੋਂ ਪੜ੍ਹ ਜਾਂਦੇ ਹਾਂ। ਤੇ ਇਹ ਬਹੁਤ ਬਰੀਕੀ ਦਾ ਵਿਸ਼ਾ ਹੈ। ਖੰਨਿਓ ਤਿੱਖੀ ਵਾੜੋ ਨਿੱਕੀ, ਇਹਨੂੰ ਹੀ ਕਿਹਾ। ਕਿਉਂਕਿ ਜੇ ਮਾੜਾ ਜਿਹਾ ਵੀ ਪੈਰ ਪੁੱਠਾ ਪੈ ਗਿਆ ਤੇ ਇਹਨੂੰ ਕਹਿ ਲਓ ਵੀ ਵੱਢ ਕੇ ਰੱਖ ਦਿੰਦੀ ਹੈ। ਤੇ ਇਸ ਕਰਕੇ ਬਹੁਤ ਬਰੀਕੀ ਦੇ ਨਾਲ ਇਹਨੂੰ ਸਮਝਣਾ ਪੈਂਦਾ ਹੈ। ਹਰ ਚੀਜ਼ ਜਿਹੜੀ ਹੈ ਉਹਨੂੰ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ ਇਹ ਚੀਜ਼, ਇੱਕ ਇੱਕ ਵਰਡ ਜਿਹੜਾ ਇਹਦੇ 'ਚ ਲਿਖਿਆ ਗਿਆ ਹੈ ਉਹਨੂੰ ਸਮਝਣਾ ਪੈਂਦਾ। ਐਂਡ ਆਈ ਥਿੰਕ ਮੈਜੋਰਟੀ ਆਫ ਜਿਹੜੀਆਂ ਸਿੱਖ ਪ੍ਰੋਬਲਮਸ ਨੇ ਅੱਜ ਦੀ ਡੇਟ ਦੇ ਵਿੱਚ, ਉਹ ਸਾਡੀ ਅਣਗਹਿਲੀ ਕਰਕੇ ਹੀ ਹੋਈਆਂ ਨੇ। ਵੀ ਅਸੀਂ ਜਦੋਂ ਇਹਨੂੰ ਪੜ੍ਹਨ ਲੱਗੇ ਹਾਂ, ਇਹਨੂੰ ਗੌਰ ਨਾਲ ਸਮਝਿਆ ਨਹੀਂ, ਤੇ ਜਿਹੜੀਆਂ ਦੂਜੀਆਂ ਮੱਤਾਂ ਦੇ ਪ੍ਰਭਾਵ ਦੇ ਹੇਠ ਅਸੀਂ ਆਪਣੀ ਜਿਹੜੀ ਮੱਤ ਹੈ ਉਹੀ ਵਿਗਾੜ ਕੇ ਬਹਿ ਗਏ। ਤੋ ਇਹਦੇ ਤੋਂ ਆਪਾਂ ਨੂੰ ਬਹੁਤ, ਇੱਕ ਭਾਵੇਂ ਛੋਟਾ ਜਿਹਾ ਪੁਆਇੰਟ ਹੀ ਸੀ ਸਹਿਸ, ਪਰ ਇਹਦੇ ਤੋਂ ਮੈਸੇਜ ਬਹੁਤ ਸਟਰੋਂਗ ਮਿਲਦਾ ਵੀ ਜਿਹੜੀ ਵੀ ਚੀਜ਼ ਅਸੀਂ ਕਰਦੇ ਹਾਂ ਉਹਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ, ਰੈਦਰ ਦੈਨ ਵੀ ਮਤਲਬ ਕਿ ਜਿਵੇਂ ਜੋ ਕਿਸੇ ਨੇ ਲਿਖਤਾ ਤੇ ਵਿਦਆਊਟ ਥਿੰਕਿੰਗ ਉਹਨੂੰ ਤੁਸੀਂ ਲੈ ਜਾਓ। ਦੂਜਾ ਗੁਰਮਤਿ ਦਾ ਉਪਦੇਸ਼ ਹੈ, ਗੁਰੂ ਸਾਹਿਬ ਦਾ ਉਪਦੇਸ਼ ਹੈ, ਕਹਿੰਦੇ ਗੁਰਮਤਿ ਸੁਣ ਕੁਛ ਗਿਆਨ ਨਾ ਉਪਜੈ, ਪਸ਼ੂ ਜੈਸੇ ਉਧਰ ਭਰੋ। ਜੇ ਗੁਰਮਤਿ ਸੁਣ ਕੇ ਕੋਈ ਗਿਆਨ ਦੀ ਗੱਲ ਨਹੀਂ ਉਪਜਦੀ ਤੇ ਉਹੀ ਗੱਲ ਹੈ ਜਿਵੇਂ ਪਸ਼ੂ ਆਪਣਾ ਪੇਟ ਭਰਦਾ। ਬਹੁਤ ਜ਼ਿਆਦਾ ਲੋਕ, ਇਨਕਲੂਡਿੰਗ ਆਵਰਸੈਲਫ, ਆਪਾਂ ਵੀ ਕਰਦੇ ਰਹੇ ਹਾਂ ਵੀ ਪਸ਼ੂ ਵਾਲਾ ਕੰਮ ਹੀ ਸੀਗਾ, ਵੀ ਆਪਣਾ ਪੇਟ ਭਰ ਲਿਆ। ਪਰ ਉਹਦੇ ਚੋਂ ਜਿਹੜਾ ਪੇਟ ਭਰਨ ਤੋਂ ਬਾਅਦ ਜਿਹੜੀ ਤਾਕਤ ਆਣੀ, ਉਹ ਤੇ ਆਪਾਂ ਲਈ ਕੋਈ ਨਹੀਂ। ਇਸ ਕਰਕੇ ਬਹੁਤ ਵਧੀਆ ਉਪਰਾਲਾ ਹੈ। ਐਂਡ ਅੱਗੇ ਵੀ ਆਈ ਥਿੰਕ ਜਿਹੜਾ ਸਹਿਜ ਸਿਆਣਪਾ ਲੱਖ ਹੋਇਆ ਤਾਂ ਇੱਕ ਨਾ ਚੱਲੇ ਨਾਲ, ਉੱਤੇ ਆਪਾਂ ਅਗਲੇ ਹਫਤੇ ਫਿਰ ਵਿਚਾਰ ਕਰਾਂਗੇ। ਠੀਕ ਹੈ ਜੀ। ਓਕੇ ਭਾਈ ਸਾਹਿਬ ਜੀ, ਠੀਕ ਹੈ ਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਹਾਂਜੀ, ਕਿਸੇ ਹੋਰ ਆਪਣਾ ਇਹ ਬਾਰੇ ਇੰਪਰੂਵਮੈਂਟ ਕਰਨੀ ਹੋਵੇ, ਕਿਉਂਕਿ ਮੇਰੇ ਕੋਲ ਤਾਂ ਇੰਨੀ ਕੁ ਲਿਮਿਟ ਹੈ, ਇਹ ਤੋਂ ਵੱਧ ਕੋਈ ਵੀ ਹੈ, ਆਪਣੀ ਸਭ ਦੀ ਇੱਕ ਲਿਮਿਟ ਹੈ। ਪਰ ਜੇ ਕੋਈ ਦੂਸਰਾ ਸਹਾਇ ਹੋ ਜਾਏ, ਜਿਵੇਂ ਗੋਰੇ ਕਹਿੰਦੇ 1 and 1 makes 11, ਆਪਾਂ ਕਹਿੰਦੇ ਹਾਂ, ਉਹ ਫਿਰ 11 ਗੁਣਾ ਸ਼ਕਤੀ ਹੋ ਜਾਂਦੀ ਹੈ, ਦੋ ਬੰਦੇ ਜੇ ਇਕੱਠੇ ਹੋ ਜਾਣ। ਤੇ ਉਹ 11 ਗੁਣਾ ਸ਼ਕਤੀ ਆਪਾਂ ਲੈਣੀ ਚਾਹੁੰਦੇ ਹਾਂ ਕਿ ਆਪਾਂ ਜੋ ਹੁਣ ਤੱਕ ਹੋ ਗਿਆ ਠੀਕ ਹੈ, ਆਪਾਂ ਨਹੀਂ ਕੁਝ ਕਹਿੰਦੇ, ਪਰ ਜੇ ਆਪਾਂ ਉਹਨੂੰ ਮੰਨੀ ਜਾਵਾਂਗੇ ਫਿਰ ਆਪਣੇ ਪਰ ਦੋਸ਼ ਲੱਗ ਜਾਏਗਾ, ਗੁਰਗੋਪੇ ਆਪਣਾ ਵਾਲੀ ਗੱਲ ਆ ਜਾਏਗੀ। ਜੇ ਗਿਆਨ ਹੈਗਾ, ਜੇ ਕੁਛ ਪਤਾ ਹੈਗਾ ਤੇ ਅੱਛਾ ਜੀ, ਮੈਸੇਜ ਕਿਸੇ ਦਾ ਆਇਆ, ਨਰਿੰਦਰ ਸਿੰਘ ਭੁੱਲਰ ਜੀ ਪਲੀਜ਼। ਅੱਛਾ ਜੀ, ਹਾਂਜੀ, ਕਿਸੇ ਹੋਰ ਦਾ ਵੀਰ ਅਜੇ ਹੈ 12, ਆਪਾਂ ਡਿਸਕਸ ਕਰ ਸਕਦੇ ਹਾਂ, ਕਿਉਂਕਿ ਮੇਨ ਆਪਾਂ ਉਹ ਜੋ ਹੈ ਉਹ ਕਰ ਲਈ ਸੀ। ਮੈਂ ਰਿਕਾਰਡਿੰਗ ਇੱਥੇ ਇਹਦੀ ਰੋਕ ਦਿੰਦਾ, ਤੇ ਕਿਉਂਕਿ ਫਾਈਲ ਵੱਡੀ ਹੋ ਜਾਂਦੀ ਹੈ। ਜੇ ਤੁਸੀਂ ਚਾਹੁੰਦੇ ਹੋ ਆਪਾਂ ਜਾਰੀ ਰੱਖਦੇ, ਮੈਨੂੰ ਕੋਈ ਫਰਕ ਨਹੀਂ, ਕਿਉਂਕਿ ਇਹ ਆਪਣੇ ਜਿੰਨੇ ਬੰਦੇ ਆ ਉਹਨਾਂ ਕੋਲੇ ਜਾਣੀ ਹੈ ਗੱਲ। ਤੇ ਜੇ ਇਹਦੇ 'ਚੋਂ ਕੋਈ ਹੋਰ ਗਿਆਨ ਦੀ ਗੱਲ ਹੋਰ ਅੱਗੇ ਦੀ ਹੈ, ਪਲੀਜ਼ ਕਰੋ, ਤਾਂ ਕਿ ਆਪਾਂ ਉਸ ਗੱਲ ਨੂੰ ਕੀ ਕਹਿੰਦੇ ਹੋਰ ਵਿਚਾਰ ਲਈਏ। ਕਹੇ ਜੀ ਵੀ ਵਿਚਾਰ ਹੋਵੇ, ਕੋਈ ਫਰਕ ਨਹੀਂ ਹੈ, ਕਿਉਂਕਿ ਹੋ ਸਕਦਾ ਬਹੁਤ ਚੰਗੀ ਗੱਲ, ਕੋਈ ਗੱਲ ਲੁਕੀ ਹੋਵੇ, ਕੋਈ ਆਪਾਂ ਇਹ ਨਹੀਂ ਸੋਚਣਾ ਵੀ ਜੇ ਮੈਂ ਬੋਲੂੰਗਾ ਕੁਛ ਹੋਏਗਾ, ਪਰ ਹੋ ਸਕਦਾ ਤੁਸੀਂ ਅੰਦਰ ਕੋਈ ਐਸੀ ਗੱਲ ਕੋਈ ਬੈਠੇ ਹੋ ਜਿਹਦੇ ਨਾਲ ਕਿੰਨਿਆਂ ਦਾ ਤੀਸਰਾ ਨੇਤਰ ਜਿਹੜਾ ਉਹ ਹੋਰ ਉਜਾਗਰ ਹੋ ਜਾਵੇ। ਸੋ ਹਾਂਜੀ, ਦੱਸੋ ਜੀ ਆਪਣਾ। ਜਸਪਾਲ ਸਿੰਘ ਜੀ, ਮੈਨੂੰ ਲੱਗਦਾ ਤੁਸੀਂ ਅਨਮਿਊਟ ਹੋ, ਮੈਂ ਹੁਣ ਦੇਖ ਰਿਹਾ।
ਤੇ ਤੁਹਾਡੀ ਵੀਡੀਓ ਉਹ ਵੀ ਮੈਨੂੰ ਲੱਗਦਾ ਚੱਲ ਰਹੀ ਹੈ ਇੱਥੋਂ ਮੈਨੂੰ ਜੋ ਪਤਾ ਲੱਗਦਾ ਕਿਉਂਕਿ ਮੈਂ ਕਦੇ ਐ ਹੋਸਟ ਨਹੀਂ ਕੀਤੀ ਪਹਿਲਾਂ। ਹਾਂਜੀ ਜੀਤ ਸਿੰਘ ਤੁਸੀਂ ਦੱਸੋ ਜੀ ਕੁਛ। ਜਸਪਾਲ ਸਿੰਘ ਜੀ ਬੋਲ ਰਹੇ ਸੀ ਆਈ ਥਿੰਕ, ਪਰ ਉਹ ਮਿਊਟ ਤੇ ਮੇਰੇ ਖਿਆਲ ਨਾਲ। ਨਹੀਂ ਉਹਨਾਂ ਨੇ ਹੁਣ ਕੈਮਰਾ ਆਫ ਕੀਤਾ ਹੈਗਾ ਤੇ ਜੋ ਮੈਨੂੰ ਦਿਖ ਰਿਹਾ ਹੈ ਜਸਪਾਲ ਸਿੰਘ ਜੀ ਦਾ ਹੁਣ ਮਾਈਕ ਤਾਂ ਆਨ ਹੈ ਪਰ ਮੈਨੂੰ ਨਹੀਂ ਸੁਣ ਰਹੀ ਉਹਦੀ ਆਵਾਜ਼। ਉਹਨਾਂ ਦਾ ਹੁਣ ਕੈਮਰਾ ਵੀ ਆਨ ਹੈ ਪਰ ਉਹਨਾਂ ਦੀ ਆਵਾਜ਼ ਜਿਵੇਂ ਤੁਹਾਡੀ ਮੈਨੂੰ ਸੁਣ ਰਹੀ ਉਹਨਾਂ ਦੀ ਮੈਨੂੰ ਸੁਣ ਨਹੀਂ ਰਹੀ। ਦੁਬਾਰਾ ਉਹ ਜੁਆਇਨ ਹੋ ਜਾਣ ਜੇ ਬਹੁਤ ਵਾਰੇ ਹੁੰਦਾ ਪਹਿਲੀ ਵਾਰ ਆਵਾਜ਼ ਨਹੀਂ ਆਉਂਦੀ। ਹਾਂ ਉਹ ਮੈਨੂੰ ਲੱਗਦਾ ਹੁਣ ਦੁਬਾਰਾ ਜੁਆਇਨ ਹੋਣਗੇ। ਹਾਂਜੀ ਠੀਕ ਹੈ ਭਾਜੀ ਬਹੁਤ ਵਧੀਆ ਹੋ ਗਿਆ ਜੀ। ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਹੋਰ ਕੁਐਸਚਨ ਹੈਗੇ ਆ ਅਨਲੈਸ ਜਸਪਾਲ ਸਿੰਘ ਜੁਆਇਨ ਕਰ ਲੈਣ, ਨਹੀਂ ਤਾਂ ਫਿਰ ਰਿਕਾਰਡਿੰਗ ਭਾਵੇਂ ਇਸ ਤੋਂ ਬਾਅਦ ਬੰਦ ਕਰ ਲਓ। ਠੀਕ ਹੈ ਉਹ ਐਡਮਿਟ ਕਰ ਦੇਣਾ। ਹਾਂਜੀ ਹੁਣ ਠੀਕ ਹੈ ਉਹ ਜੁਆਇਨ ਹੋ ਰਹੀ ਹੈ ਕਿਉਂਕਿ ਮੈਨੂੰ ਵੀ ਇਹ ਨਹੀਂ ਪਤਾ ਵੀ ਪਹਿਲਾਂ ਮੈਂ ਪਰਮਿਸ਼ਨ ਦੇਣੀ ਹੁੰਦੀ ਹੈ। ਉਹ ਨਾ ਦਿੱਲੀ ਕਰਕੇ ਥੋੜਾ ਜਿਹਾ ਨਾ ਮੈਨੂੰ ਲੱਗਦਾ ਕਨੈਕਸ਼ਨ ਇੰਡੀਆ ਤੋਂ। ਹੁਣ ਤਾਂ ਉਹ ਜੁਆਇਨ ਹੈ ਤੇ ਹਾਂਜੀ ਹੁਣ ਤੁਸੀਂ ਮਿਊਟ ਹੋ ਜੀ। ਹੈਲੋ ਹਾਂਜੀ 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 ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਹਾਂ ਵੀਰ ਜੀ ਮੈਂ ਇਹ ਪੁੱਛ ਰਿਹਾ ਸੀ ਜਿਵੇਂ ਆਪਾਂ ਸਹਿਸ ਦੇ ਅਰਥ ਕਰ ਰਹੇ ਹਾਂ ਵੀ ਹਜ਼ਾਰਾਂ ਨਹੀਂ ਕਰਕੇ ਸਹਿਸ ਸਿਆਣਪਾਂ ਦੀ ਗੱਲ ਕਰ ਰਹੇ ਹਾਂ। ਅਗਰ ਸੈਂਕੜੇ ਦੀ ਜਗ੍ਹਾ ਹਜ਼ਾਰਾਂ ਸਿਆਣਪਾਂ ਵੀ ਪੜ੍ਹ ਲਈਏ ਅਗਰ ਮੰਨ ਲਓ ਇਸ ਸ਼ਬਦ ਤੇ ਆਪਾਂ ਜ਼ੋਰ ਦੇ ਰਹੇ ਹਾਂ ਕਿਉਂਕਿ ਮੈਨੂੰ ਲੱਗਦਾ ਵੀ ਕਿਤੇ ਕੋਈ ਖਾਸ ਕਰਕੇ ਤੁਸੀਂ ਇਹ ਸ਼ਬਦ ਲਿਆ ਹੋਣਾ ਕਿਤੇ ਇਹ ਗੱਲ ਜਿਹੜੀ ਹੈ ਸਿਧਾਂਤ ਨੂੰ ਵਿਗਾੜਦਾ ਹੋਏਗਾ। ਉਹ ਸਮਝ ਨਹੀਂ ਆਈ ਵੀ ਕਿੱਥੋਂ ਇਸ ਸ਼ਬਦ ਨੂੰ ਆਪਾਂ ਹਟਾਉਣਾ ਆ। ਜਿਵੇਂ 10 ਵਸਤੂ ਲੈ ਪਾਛੇ ਪਾਵੇ ਆਪਾਂ ਕਹਿੰਦੇ ਵੀ 10 ਹੀ ਨਹੀਂ ਲੈਣਾਗਾ 10 ਇੱਕ ਕਿਹਾ ਗਿਆ ਕਹਾਵਤ ਰੱਖੀ ਆ। ਜੇ ਸਹਿਸ ਦੀ ਜਗ੍ਹਾ ਹਜ਼ਾਰ ਸਿਆਣਪਾਂ ਵੀ ਛੱਡ ਦੇਣੀਆਂ ਪੈਣ ਆਪਣੀਆਂ ਚਤਰਾਈਆਂ ਤੇ ਫਿਰ ਵੀ ਕੀ ਫਰਕ ਪੈਂਦਾ ਜੀ। ਮੇਰਾ ਤਾਂ ਇੱਕ ਇਹ ਸੀਗਾ ਜੀ। ਉਹ ਠੀਕ ਹੈ ਵੀਰ ਜੀ ਜਦ ਤੱਕ ਆਪਾਂ ਨੂੰ 1000 ਦਾ ਪਤਾ ਸੀ ਆਪਾਂ 1000 ਮੰਨਿਆ ਸੀ। ਜਦੋਂ ਆਪਾਂ ਨੂੰ 100 ਦਾ ਪਤਾ ਲੱਗ ਗਿਆ ਆਪਾਂ 100 ਮੰਨ ਲਓ। ਉਹਦੇ ਚ ਤਾਂ ਇਹ ਤਾਂ ਗਿਆਨ ਚ ਵਾਧਾ ਹੀ ਹੈ ਨਾ ਜੀ। ਕੋਈ ਇਹਦੇ ਚ ਨੁਕਸਾਨ ਤਾਂ ਹੈ ਨਹੀਂ। ਠੀਕ ਹੈ ਇਹ ਵੀ ਠੀਕ ਹੈ ਚਲੋ ਕੋਈ ਗੱਲ ਨਹੀਂ। ਔਰ ਦੂਸਰਾ ਜਿਵੇਂ ਆਪਾਂ ਕਹਿ ਰਹੇ ਹਾਂ ਵੀਰ ਹੋਰ ਵੀ ਕਹਿ ਰਹੇ ਨੇ ਆਪਾਂ ਤੁਹਾਡੇ ਨਾਲ ਗੁਰਜੀਤ ਸਿੰਘ ਜੀ ਕਾਫੀ ਸਮੇਂ ਤੋਂ ਤੁਹਾਨੂੰ ਪਤਾ ਹੈ ਵੀ ਆਪਾਂ ਸਿੱਖਣ ਵਾਸਤੇ ਹੁੰਦੇ ਹਾਂ। ਜਿਹਦੇ ਸਵਾਲ ਹੁੰਦੇ ਉਹ ਵੀ ਸਿੱਖਣ ਵਾਸਤੇ ਹੈ ਨਾ ਜੀ। ਤੇ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਉੱਥੇ ਇੱਕ ਸ਼ਬਦ ਲਿਆ ਵੀ ਜਿਹੜਾ ਸਹਿਸ ਦੇ ਅਰਥ ਆ ਜਦੋਂ ਆਪਾਂ ਕਹਿੰਦੇ ਆ ਵੀ ਸਾਹਿਬ ਸਿੰਘ ਕਹਿੰਦਾ ਵੀ ਦਸਮ ਗ੍ਰੰਥ ਚ ਉਹਨੇ ਅਰਥ ਕੀਤੇ ਆ 100 ਤੇ ਆਪਾਂ ਕਹਿੰਦੇ ਸਾਹਿਬ ਸਿੰਘ ਨੂੰ ਪੁੱਛੋ ਉਹਦੇ 100 ਅਰਥ ਕਰ ਰਿਹਾ ਦਸਮ ਚ ਕੀਤੇ ਜਾ ਕੇ ਕੋਡ ਹਨਾ। ਸਾਹਿਬ ਸਿੰਘ ਜੀ ਨੇ ਨਹੀਂ ਕੀਤੇ ਕਾਂਸੀ ਨਾਭਾ ਜੀ ਨੇ ਜਦੋਂ ਦਸਮ ਦੀ ਪੰਕਤੀ ਦਿੱਤੀ ਹੈ ਨਾ ਉਹਦੇ ਚ ਉਹਨਾਂ ਨੇ 100 ਕੀਤੇ ਆ। ਉਸ ਤੋਂ ਬਾਅਦ ਉਹਨਾਂ ਨੇ 10 ਮਤਲਬ 100 ਨੂੰ 10 ਨਾਲ ਗੁਣਾ ਕਰਤਾ। ਉਹ ਕਹਿੰਦੇ 10 100 ਦੇ ਅਰਥ ਬਣਦੇ ਆ। ਮੈਂ ਤਾਂ ਇਹ ਕਹਿੰਦਾ ਵੀ ਉਹਨਾਂ ਨੇ ਜਦੋਂ ਕੀਤੇ ਆ ਉਹਦਾ ਪ੍ਰਮਾਣ ਨਹੀਂ ਹੈ 100 ਦਾ ਪ੍ਰਮਾਣ ਉਹਨਾਂ ਨੇ ਦਿੱਤਾ ਆਪ ਹੀ ਵੀ 100 ਦੇ ਅਰਥ ਇੱਥੇ 100 ਬਣਦੇ ਆ। ਚਲੋ ਸਹਿਸ ਤੋਂ ਵੈਸੇ ਅਰਥ 100 ਹੀ ਲੱਗਦੇ ਮੈਨੂੰ ਵੀ ਕਿਉਂਕਿ ਸਹਿਸ ਮੈਂ ਪਹਿਲਾਂ ਵੀ ਕਰਦਾ ਸੀ 100 ਕਰਦਾ ਸੀ ਪਰ 1000 ਉਹਦੇ ਕਿਵੇਂ ਹੁੰਦੇ ਮੈਂ ਖਾਲੀ ਪੜ੍ਹੇ ਸੀਗੇ ਤੇ ਇਹ ਗੱਲ ਚਲੋ ਠੀਕ ਹੈ। ਬਾਕੀ ਜਿਹੜੀ ਗੱਲ ਆਪਾਂ ਕਹਿੰਦੇ ਵੀ ਜੇ ਇੱਥੇ ਅਰਥ ਨਹੀਂ ਹੋਏ ਤੇ ਉਹ ਦਸਮ ਬਾਣੀ 'ਚ ਜਾ ਕੇ ਹੋ ਗਏ ਆ ਸਹਿਸ ਦੇ 100 ਕਈ ਵਾਰੀ ਫਿਰ ਆਪਾਂ ਅੱਗੇ ਨਾਲ ਕਈ ਪ੍ਰਮਾਣ ਅੱਜ ਲਾਏ ਨੇ ਉਹਦੇ 'ਚ ਆਪਾਂ ਕਹਿ ਰਹੇ ਆ ਨਹੀਂ ਇੱਥੇ ਵੀ 100 ਹੀ ਕੀਤੇ ਆ ਜੀ ਇੱਥੇ ਵੀ 100 ਹੀ ਕੀਤੇ ਆ ਜੀ। ਉਹ ਫਿਰ ਆਪਾਂ ਇਸ ਤਰ੍ਹਾਂ ਕਹਿ ਰਹੇ ਆ ਤੇ ਜਦੋਂ ਆਪਾਂ ਕਹਿੰਦੇ ਜੇ ਇੱਥੋਂ ਨਹੀਂ ਪੂਰੇ ਹੁੰਦੇ ਦਸਮ ਬਾਣੀ 'ਚੋਂ ਪੂਰੇ ਹੋ ਜਾਂਦੇ ਵਧੀਆ ਅਰਥ ਤੇ ਨਾਲ ਉਹਦੇ 'ਚੋਂ ਵੀ ਨਾ ਹੋਣ ਤੇ ਮੈਂ ਕਹਿੰਦਾ ਰਾਮਾਇਣ 'ਚੋਂ ਵੀ ਹੋ ਜਾਣੇ ਫਿਰ ਮਹਾਭਾਰਤ 'ਚੋਂ ਵੀ ਹੋ ਜਾਣੇ ਫਿਰ ਸਾਨੂੰ ਕਿਤੋਂ ਵੀ ਲੈ ਲੈਣੇ ਚਾਹੀਦੇ। ਇੱਕ ਮਿੰਟ ਵੀਰ ਜੀ ਰਾਮਾਇਣ ਮਹਾਭਾਰਤ ਸਿਮਰਤੀਆਂ ਸਿਮਰਤੀ ਸਾਡੇ ਅਰਥ ਨਹੀਂ ਪੂਰੀ ਕਰੇਗੀ ਕਦੇ ਵੀ। ਇਹ ਆਪਾਂ ਗੱਲ ਨੂੰ ਮੂਹਰੇ ਪ੍ਰਮੁੱਖ ਰੱਖ ਕੇ ਚੱਲੀਏ। ਜਿਹੜੇ ਹਿੰਦੂ ਹੈ ਨਾ ਵੀਰ ਸਾਡੇ ਉਹ ਵੀ ਰਾਮਾਇਣ ਔਰ ਮਹਾਭਾਰਤ ਨੂੰ ਸਿਮਰਤੀ ਕਹਿੰਦੇ ਆ। ਵੇਦ ਚ ਮਹਾਭਾਰਤ ਔਰ ਰਾਮਾਇਣ ਨਹੀਂ ਆਈ ਕਦੇ ਵੀ। ਈਵਨ ਗੀਤਾ ਵੀ ਵੇਦ ਨਹੀਂ ਹੈ। ਉਹ ਮੰਨਦੇ ਆ ਇਹ ਤੁਸੀਂ ਪੜ੍ਹ ਕੇ ਦੇਖ ਲਿਓ। ਉਹ ਤਿੰਨੇ ਗ੍ਰੰਥਾਂ ਨੂੰ ਆਪਣਿਆਂ ਨੂੰ ਵੇਦ ਨਹੀਂ ਮੰਨਦੇ। ਹਾਂ ਉਹ ਸਿਮਰਤੀ ਮੰਨਦੇ। ਅੱਛਾ ਚਲੋ ਠੀਕ ਹੈ ਵੀਰ ਜੀ ਚਲੋ ਮੈਂ ਇਹਦੇ ਨਾਲ ਸਹਿਮਤ ਹੋ ਜਾਣਾ। ਦੂਜੀ ਗੱਲ ਜਿਵੇਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਵੀ ਵੇਦ ਦਾ ਮਤਲਬ ਗਿਆਨ ਆ ਹਨਾ ਜੀ ਤੇ ਗਿਆਨ ਦੀ ਗੱਲ ਤੇ ਜਦੋਂ ਫਿਰ ਆਪਾਂ ਇੱਥੇ ਜਦੋਂ ਮਤਲਬ ਅੱਗੇ ਤੋਂ ਕਦੀ ਵੀ ਗੱਲ ਕੀਤੀ ਜਾਵੇ ਵੇਦ ਦਾ ਅਰਥ ਗਿਆਨ ਹੀ ਮੰਨਿਆ ਜਾਏ ਨਾ ਵੇਦ ਮਤ ਨਾ ਮੰਨਿਆ ਜਾਵੇ ਨਾ। ਨਹੀਂ ਮਤ ਔਰ ਗਿਆਨ ਦਾ ਤੁਸੀਂ ਮੈਨੂੰ ਨਖੇੜਾ ਕਰਕੇ ਦੱਸੋ ਵੀ ਗਿਆਨ ਔਰ ਮਤ ਦਾ ਆਪਸ ਚ ਰਿਸ਼ਤਾ ਕੀ ਹੈ ਤੁਹਾਨੂੰ ਕੀ ਸਮਝ ਆਇਆ ਇਹ ਦੱਸੋ। ਉਹ ਤੇ ਸਿਮਰਤ ਸ਼ਾਸਤਰ ਵੇਦ ਉਹਦੇ ਚ ਹੈਗਾ
ਸ਼ਾਇਦ ਮੈਨੂੰ ਸ਼ਬਦ ਭੁੱਲ ਗਿਆ, ਮੈਂ ਯਾਦ ਕਰ ਲਵਾਂ। ਮੈਂ ਗਿਆਨ ਔਰ ਮਤ ਦੀ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਆਪਾਂ ਇੱਕ ਪਾਸੇ ਗਿਆਨ ਸ਼ਬਦ ਲੈ ਲੈਂਦੇ ਆ, ਇੱਕ ਪਾਸੇ ਮਤ। ਆਪਸ ਚ ਤੁਹਾਨੂੰ ਕੀ ਲੱਗਦਾ ਵੀ ਰਿਸ਼ਤਾ ਕਿਵੇਂ ਹੈ, ਕਿਵੇਂ ਜੁੜੇ ਹੋਏ ਇੱਕ ਦੂਜੇ ਨਾਲ? ਹਾਂਜੀ ਹਾਂਜੀ ਵੀਰ ਜੀ, ਮਤ ਜਿਵੇਂ ਹੁਣ ਇਹਦੇ ਇਹ ਗਿਆਨ ਦੇ ਨਾਲ ਹੀ ਜੈਨ ਮਤ ਬਣਿਆ, ਗਿਆਨ ਵਾਲਿਆਂ ਨੇ ਹੀ ਜਿਹੜਾ ਅਸੀਂ ਬੁੱਧ ਮਤ ਬਣਾਇਆ, ਗਿਆਨ ਵਾਲਿਆਂ ਨੇ ਹੀ ਵੇਦ ਮਤ, ਉਹ ਵੀ ਵੇਦੀ ਆਪਾਂ ਆਪ ਨੂੰ ਵੇਦੀ ਤ੍ਰਿਵੇਦੀ ਚਤੁਰਵੇਦੀ ਉਹ ਵੀ ਗਿਆਨ ਹੀ ਮੰਨਦੇ ਰਹੇ ਨਾ। ਫਿਰ ਵੀਰ ਜੀ ਮਤ ਤੇ ਉਹਨਾਂ ਨੇ ਧਾਰਨ ਕਰ ਲਿਆ, ਇੱਕ ਪੱਖਾ ਕਰ ਲਿਆ ਨਾ। ਤੁਸੀਂ ਇੱਕ ਮਿੰਟ ਰੁਕੋ ਵੀਰ ਜੀ, ਦੋਹਾਂ ਦਾ ਰਿਲੇਸ਼ਨਸ਼ਿਪ ਦੱਸੋ ਵੀ ਪ੍ਰਮੁੱਖ ਕੀ ਹੈ, ਮਤ ਪ੍ਰਮੁੱਖ ਹੈ ਕਿ ਗਿਆਨ ਪ੍ਰਮੁੱਖ ਹੈ? ਚਲੋ ਗਿਆਨ ਪ੍ਰਮੁੱਖ। ਉਹਦੇ ਨਾਲ ਮੈਂ ਤੁਹਾਨੂੰ ਉਹੀ ਤਾਂ ਪੁੱਛਿਆ ਵੀ ਜਿਵੇਂ ਤੁਸੀਂ ਕਹਿ ਦਿੰਦੇ ਹੋ ਵੀ ਇੱਥੇ ਗਿਆਨ ਦੀ ਗੱਲ ਹੈ, ਤੇ ਉਹਦੇ ਨਾਲ ਮੈਂ ਕਹਿੰਦਾ ਜੀ ਸਹਿਮਤੀ ਆ, ਉਹਦੇ ਨਾਲ ਕੋਈ ਦਿੱਕਤ ਨਹੀਂ ਹੈਗੀ। ਹਾਂਜੀ ਨਹੀਂ, ਪਰ ਗਿਆਨ ਗੁਰਬਾਣੀ ਨੇ ਕਿਹਨੂੰ ਮੰਨਿਆ ਵੀ ਗਿਆਨ ਹੋਇਆ ਕਿਹਨੂੰ ਹੈ? ਕਿਆ ਗੁਰਬਾਣੀ ਨੇ ਮੰਨਿਆ ਵੀ ਪੰਡਿਤ ਨੂੰ ਗਿਆਨ ਹੋਇਆ? ਕਿਆ ਗੁਰਬਾਣੀ ਨੇ ਮੰਨਿਆ ਮੁੱਲਾ ਨੂੰ ਗਿਆਨ ਹੋਇਆ? ਕਿਆ ਗੁਰਬਾਣੀ ਨੇ ਮੰਨਿਆ ਜੋਗੀ ਕੋਲ ਗਿਆਨ ਹੈ? ਇਹ ਤੁਸੀਂ ਮੈਂ ਸਰਟੀਫਿਕੇਟ ਲੱਗਦਾ ਗੁਰਬਾਣੀ ਨੇ ਸਰਟੀਫਿਕੇਟ ਕਿਸੇ ਨੂੰ ਵੀ ਨਹੀਂ ਦਿੱਤਾ ਜੀ। ਦਿੱਤਾ ਹੋਇਆ ਜੀ। ਕਿਹਨੂੰ? ਤੀਨੇ ਉਜਾੜੇ ਦਾ ਬੰਦ ਨਹੀਂ ਲਿਖਿਆ ਹੋਇਆ? ਹਾਂ ਇਹ ਠੀਕ ਹੈ ਜੀ, ਇਧਰ ਨੈਗੇਟਿਵ ਚ ਲਿਆ, ਠੀਕ ਹੈ ਜੀ। ਨਹੀਂ ਮਤਲਬ ਕੁਛ ਇਸ਼ਾਰਾ ਤਾਂ ਦਿੱਤਾ ਹੈ ਨਾ, ਮਤਲਬ ਗੁਰਬਾਣੀ ਦਾ ਜਿਹੜਾ ਏਮ ਹੈ ਕਿਸੇ ਨੂੰ ਕੰਡਮ ਕਰਨਾ ਨਹੀਂ ਹੈ, ਉਹ ਹੈਗਾ ਜਿਵੇਂ ਤੁਸੀਂ ਅੰਦਰ ਹੱਥ ਰੱਖ ਕੇ ਉੱਪਰੋਂ ਸੱਟ ਮਾਰਦੇ ਹੋ, ਘੜਾ ਵੱਧਦਾ। ਉਹ ਜ਼ਰੂਰੀ ਹੈ ਵੀ ਅੰਦਰੋਂ ਉਹਨੂੰ ਸਪੋਰਟ ਚਾਹੀਦੀ ਹੈ, ਬਾਹਰੋਂ ਉਹਦੇ ਪਰ ਉਹ ਚਾਹੀਦਾ। ਗੁਰਬਾਣੀ ਨੇ ਕਿਸੇ ਦੀ ਨਿੰਦਿਆ ਨਹੀਂ ਕੀਤੀ, ਸੱਚ ਬੋਲਿਆ। ਜਿਹੜਾ ਝੂਠਾ ਹੈ ਉਹਨੂੰ ਸੱਚ ਨਿੰਦਿਆ ਲੱਗਦਾ, ਜਿਹੜਾ ਸੱਚਾ ਹੈ ਉਹਨੂੰ ਸੱਚ ਪਿਆਰਾ ਲੱਗਦਾ। ਇਹ ਫਰਕ ਹਮੇਸ਼ਾ ਰਹੇਗਾ। ਇਹ ਸਾਡੀ ਜਿਹੜੀ ਮਨ ਦੀ ਬਣਤਰ ਹੈ ਨਾ ਜੀ, ਉਹਦੇ 'ਚ ਸਮੱਸਿਆ ਹੈ ਕਿ ਅਸੀਂ ਜਿਹੜੀ ਗੱਲ ਤਾਂ ਸਾਡੇ ਫੇਵਰ 'ਚ ਜਾਂਦੀ ਹੈ, ਕੁਦਰਤੀ ਹੈ ਨਾ, ਆਪਾਂ ਉਹਨੂੰ, ਮੈਂ ਵੀ ਤੁਹਾਡੇ 'ਚ ਹੀ ਹਾਂ, ਆਪਾਂ ਨੂੰ ਚੰਗੀ ਲੱਗਦੀ ਹੈ। ਜਿਹੜੀ ਗੱਲ ਆਪਾਂ ਨੂੰ ਲੱਗਦਾ ਆਪਣੇ ਅਗੇਂਸਟ ਜਾਂਦੀ ਹੈ, ਉਹ ਸਾਡੇ ਮਨ ਨੂੰ ਨਹੀਂ ਚੰਗੀ ਲੱਗਦੀ, ਕਿਉਂਕਿ ਮਨ ਕੋਲ ਗਿਆਨ ਘੱਟ ਹੈ। ਉਹੀ ਤਾਂ ਗਿਆਨ ਦੇਣਾ ਸੀ ਮਨ ਨੂੰ। ਉਹ ਸੋਧਿਆ ਹੋਇਆ ਗਿਆਨ ਵੇਦ ਹੁੰਦਾ ਹੈ। ਗਿਆਨ ਰਾਮ, ਜਿੰਨੇ ਸ਼ਬਦ ਗੁਰਬਾਣੀ ਚਾਹੇ ਤਾਂ ਸਾਰੇ ਸਿਮਰਤ ਸ਼ਾਸਤਰ 'ਚ ਦਰਜੇ ਹੋਏ। ਕਿਹੜਾ ਅੱਖਰ ਜਿਹੜਾ ਹੈਗਾ ਤੁਸੀਂ ਮੰਨਦੇ ਹੋ ਵੀ ਜਿਹੜਾ ਵੇਦ 'ਚ ਸੀਗਾ ਔਰ ਸਿਮਰਤ ਸ਼ਾਸਤਰ ਨੇ ਨਹੀਂ ਅਪਣਾਇਆ, ਪਰ ਅਪਣਾਉਣ ਵੇਲੇ ਉਹਨੂੰ ਮੂਲ ਰੂਪ ਵਿੱਚ ਜੜ ਮੰਨ ਲਿਆ, ਉਹਨੂੰ ਮੂਰਤੀ ਦੀ ਸੈਂਸ 'ਚ ਲੈ ਗਏ, ਅਕਾਲ ਮੂਰਤੀ ਛੱਡ ਕੇ ਕਾਲ ਮੂਰਤੀ 'ਚ ਲੈ ਗਏ ਉਹਨੂੰ। ਉਹ ਕੱਕੇ ਦੇ ਮੂਹਰੇ ਆੜਾ ਹੀ ਲਵਾਇਆ ਗੁਰਬਾਣੀ ਨੇ ਵੀ ਭਾਈ ਕਾਲ ਨਹੀਂ ਹੈ, ਉਹ ਕਾਲ ਦੇ ਅੰਦਰ ਨਹੀਂ ਹੈ। ਜਿਹਦੀ ਆਪਾਂ ਪੂਜਾ ਕਰਨੀ ਆ ਉਹ ਅਕਾਲ ਹੈ, ਚਾਹੇ ਆਪਾਂ ਹੀ ਹੈ। ਆਪਣਾ ਮੂਲ ਅਕਾਲ ਹੀ ਹੈ ਜੀ। ਮਨ ਆਪਣਾ ਕਾਲ ਵਸ ਹੈ, ਮਨੇ ਕਾਲ 'ਚ ਹੈ, ਮੂਲ ਸਾਡਾ ਕਾਲ 'ਚ ਨਹੀਂ ਆਇਆ ਹੋਇਆ। ਮੂਲ ਨਾਲ ਤਾਂ ਹੀ ਤਾਂ ਕਹਿੰਦੇ ਜੁੜ ਜਾਓ ਤੁਸੀਂ ਅਕਾਲ ਹੋ ਜਾਓਗੇ। ਉਹਨੇ ਆਪਣਾ ਅਕਾਲਪਨ ਨਹੀਂ ਛੱਡਿਆ, ਮਨ ਨੇ ਛੱਡਿਆ ਹੋਇਆ। ਮਨ ਦੀ ਸਮੱਸਿਆ ਆਪਾਂ ਐਡਰੈਸ ਕਰਨੀ ਹੈ ਵੀ ਮਨ ਨੂੰ ਕਿਵੇਂ ਉਹ ਗਿਆਨ ਮਿਲੇ। ਗਿਆਨ ਹਰੇਕ ਕੋਲੇ ਹੈ। ਜੋਗੀ ਆਪਾਂ ਪੜ੍ਹਦੇ ਨਹੀਂ ਹੈ, ਪੜ੍ਹ ਲਓ ਸ਼ਬਦ, ਜੋਗੀ ਗੋਰਖ ਗੋਰਖ ਕਰੇ, ਹਿੰਦੂ ਰਾਮ ਰਾਮ ਉਚਰੇ, ਮੁਸਲਮਾਨ ਕਾ ਏਕ ਖੁਦਾਏ, ਕਬੀਰ ਕਾ ਸਵਾਮੀ ਰਹਾ ਸਮਾਏ। ਫਰਕ ਹੋ ਗਿਆ ਉਹਦੇ 'ਚ। ਉਹ ਵੇਦ ਹੈ, ਉਧਰ ਵੇਦ ਤੋਂ ਥੱਲੇ ਦੀ ਗੱਲ ਹੈ, ਚਾਹੇ ਉਹਨੂੰ ਉਹ ਅੱਖਰ ਕਹਿਣ 'ਚ ਨਹੀਂ ਹੈ, ਉਹ ਅਵੇਦਿਕ ਕਹਿ ਲਓ ਮੱਤਾਂ। ਅਵੇਦਿਕ ਮੱਤਾਂ ਨੂੰ ਸਮਝਾਇਆ ਵੀ ਤੁਹਾਡਾ ਜਿਹੜਾ ਘੇਰਾ ਹੈ ਨਾ ਉਹ ਬਹੁਤ ਛੋਟਾ ਹੈ। ਤੁਸੀਂ ਸੋਚਦੇ ਹੋ ਮੁਸਲਮਾਨ ਲਈ ਖੁਦਾ ਸ਼ਬਦ ਹੈ, ਅਸੀਂ ਸੋਚਦੇ ਹਾਂ ਵਾਹਿਗੁਰੂ ਸ਼ਬਦ ਸਾਡੇ ਲਈ ਹੈ। ਇਹ ਨਹੀਂ ਹੈ। ਇਹ ਤਾਂ ਪਰਮੇਸ਼ਰ ਦੀ ਇੱਕ ਵਿਆਪਕਤਾ ਦੱਸਦਾ। ਉਹ ਸਾਡੇ ਲਈ ਕਿਵੇਂ ਹੋ ਜਾਊਗਾ ਜੀ? ਅਸੀਂ ਆਪਣਾ ਦਿਮਾਗ ਖੋਲਣਾ ਹੈ ਵੀ ਸਿਰਫ ਪੰਜਾਬ ਜਾਂ ਹਰਿਆਣਾ ਜਾਂ ਦਿੱਲੀ ਤੱਕ ਨਹੀਂ ਹੈ ਸਿੱਖੀ। ਸਿੱਖੀ ਤਾਂ ਇੱਕ ਯੂਨੀਵਰਸਲ ਥਾਟ ਪ੍ਰੋਸੈਸ ਦੱਸਦੀ ਹੈ। ਉਹ ਅਸੀਂ ਅਜੇ ਤੱਕ ਨਾਕਾਮਯਾਬ ਹੈ, ਕਿਉਂਕਿ ਅਸੀਂ ਰੀਜਨਲ ਏਰੀਏ 'ਚ, ਉਹ ਰੀਜਨ ਤੋਂ, ਗਰੁੱਪ ਤੋਂ, ਸਬ ਗਰੁੱਪ ਤੋਂ ਗਾਹਾਂ ਸਾਨੂੰ ਆਪਣੀ ਸੋਚ ਖੋਲਣੀ ਪਊਗੀ। ਇਹਨੂੰ ਇਹ ਕਹਿੰਦੇ ਆ ਵੀ ਆਪਾਂ ਨਾ ਕੋ ਮੇਰਾ ਦੁਸ਼ਮਣ ਰਿਹਾ, ਨਾ ਹਮ ਕਿਸਕੇ ਬਹਿਰਾ ਹੈ, ਕਿਉਂਕਿ ਅਸੀਂ ਤਾਂ ਮੱਤ ਦੇ ਰਹੇ ਹਾਂ। ਪਰ ਸੱਚ ਬੋਲਣ ਦੀ ਕੀਮਤ ਦੇਣੀ ਪੈਂਦੀ ਹੈ ਭਵ ਸਾਗਰ 'ਚ, ਉਹ ਦੇਣੀ ਪਏਗੀ। ਅੱਜ ਤਾਈਂ ਭਗਤਾਂ ਨੇ ਦਿੱਤੀ ਹੈ, ਜੇ ਆਪਾਂ ਬੋਲਾਂਗੇ ਆਪਾਂ ਨੂੰ ਵੀ ਦੇਣੀ ਪਏਗੀ। ਇਹ ਕੋਈ ਨਵੇਕਲੀ ਗੱਲ ਨਹੀਂ ਹੈ। ਉਹ ਮਰਜ਼ੀ ਹੈ, ਜੇ ਬੋਲਣਾ ਤੁਸੀਂ ਤਾਂ ਉਹਦੇ ਨਾਲ ਕੁਛ ਨਾ ਕੁਛ ਤੁਹਾਨੂੰ, ਜਿਹਨੂੰ ਦੁਨੀਆ ਵਾਲੇ ਸੋਚਦੇ ਆ ਹਾਨੀ ਹੈ, ਉਹਨੂੰ ਸੁਖ ਸਾਗਰ ਵਾਲੇ ਹਾਨੀ ਨਹੀਂ ਮੰਨਦੇ। ਸੁਖ ਸਾਗਰ ਵਾਲੇ ਤਾਂ ਉਹਨੂੰ ਪ੍ਰੋਗਰੈਸ ਮੰਨਦੇ ਆ। ਦੁਨੀਆ 'ਚੋਂ ਹਾਨੀ ਹੈ ਕਿ ਜੀ ਆਹ ਹੋ ਗਿਆ, ਕਿਸੇ ਨੂੰ ਕਹਿਤਾ ਵੀ ਤੂੰ ਸੱਚ ਬੋਲਤਾ, ਤੇਰੀ ਨੌਕਰੀ ਤੇਰੀ ਉੱਥੇ ਕਰਤੀ। ਇਹ ਗੱਲਾਂ ਜ਼ਰੂਰ ਹੈ, ਪਰ ਗਿਆਨ ਔਰ ਮਤ ਦਾ ਮਤਲਬ ਇਹੀ ਹੈ, ਸੁਣੀਏ ਤੁਸੀਂ। ਆਪਾਂ ਇਹਨੂੰ ਕਲੀਅਰ ਕਰ ਲਓ। ਸੁਰਤ ਮਤ ਮਨ ਬੁੱਧ ਤੁਸੀਂ ਗੱਲ ਕਰਦੇ ਸੀ ਉਦੋਂ, ਇਹਨੂੰ ਅੱਜ ਕਲੀਅਰ ਕਰ ਲਓ ਇੱਥੇ ਆਪਾਂ ਵੀ ਤੁਸੀਂ ਕੀ ਸਮਝਿਆ ਹੋਇਆ ਵੀ ਇਹਦਾ ਅਰਥ ਕੀ ਹੈ। ਕਿਹਦਾ ਜੀ? ਘੜੀ ਹੈ, ਸੁਰਤ, ਮਤ, ਮਨੀ ਬੁੱਧੀ, ਇਹਦਾ ਤੁਸੀਂ ਕੀ ਭਾਵ ਸਮਝਿਆ ਹੋਇਆ?
ਵੀਰ ਜੀ ਸੁਰਤ ਜਿਹੜੀ ਹੈ ਧਿਆਨ ਜਿਹੜਾ ਜਦੋਂ ਸੱਚ ਦੇ ਵਿੱਚ ਧਿਆਨ ਲਾ ਕੇ ਜੜਨਾ ਤੇ ਮੱਤ ਉੱਚੀ ਹੋਣੀ ਮੱਤ ਘੜੀ ਜਾਣੀ ਹੈ ਮੱਤ ਜਿਹੜੀ ਬਦਲ ਜਾਣੀ ਹੈ ਜਿਹੜਾ ਨਹੀਂ ਸਾਡਾ ਮੱਤ ਅੱਖਰ ਨਾ ਬਣਿਆ ਬਦਲੋ, ਅੱਖਰ ਉੱਥੇ ਰਹੋ। ਘੜੀ ਹੈ, ਘੜੀ ਦਾ ਮਤਲਬ ਹੈ ਘੜੀ ਜਾ ਰਹੀ ਹੈ, ਘੜੀ ਜਾਂਦੀ ਹੈ। ਹਾਂਜੀ ਘੜੀ ਜਾਂਦੀ ਹੈ, ਹੁਣ ਵੀ ਜਾ ਰਹੀ ਹੈ, ਉਹ ਘੜਦੀ ਹੋ ਰਹਿੰਦੀ ਹੈ। ਕਦੋਂ ਤੱਕ ਜਾਂਦੀ ਦਾ ਮਤਲਬ ਪ੍ਰੈਜ਼ੈਂਟ ਤੇ ਆ ਗਿਆ ਜੀ, ਉਹਦੇ ਚ ਟੈਂਸ ਦੇ ਨਾਲ ਕਿਰਿਆ ਸਮਾਂ ਨਹੀਂ ਦਿੱਤਾ, ਲਗਾਤਾਰ ਉਹ ਲਗਾਤਾਰ ਹਾਂਜੀ ਉਹ ਪ੍ਰੈਜ਼ੈਂਟ ਇਨਡੈਫੀਨਿਟ ਚ ਆ ਗਿਆ, ਘੜੀ ਜਾ ਰਹੀ ਹੈ, ਇਨਡੈਫੀਨਿਟ ਚ ਆ ਗਿਆ, ਡੈਫੀਨਿਟ ਟਾਈਮ ਨਹੀਂ ਆਇਆ, ਡੈਫੀਨਿਟ ਨਹੀਂ ਆਇਆ, ਇਨਡੈਫੀਨਿਟ ਚ ਪ੍ਰੈਜ਼ੈਂਟ ਚ ਆ ਗਿਆ ਜੀ। ਠੀਕ ਹੈ ਘੜੀ ਹੈ, ਘੜੀ ਜਾਂਦੀ ਹੈ, ਸੁਰਤ ਘੜੀ ਜਾਂਦੀ ਹੈ। ਠੀਕ ਹੈ ਜੀ, ਸੁਰਤ ਜਿਹੜੀ ਆ ਉਹ ਵੀ ਬੰਦੇ ਦੀ ਉੱਪਰ ਹੁੰਦੀ ਆ, ਮੱਤ ਜਿਹੜੀ ਆ ਉਹ ਵੀ ਬਦਲਦੀ ਆ। ਹੁਣ ਐ ਕਰੋ, ਸੁਰਤ ਤੇ ਰੁਕ ਜਾਓ, ਸੁਰਤ ਨੂੰ ਡਿਫਾਈਨ ਕੀਤਾ ਗਾ। ਘੜੀ ਹੈ, ਸੁਰਤ ਤੇ ਕੌਮਾ ਜੇ ਲਾਓਗੇ ਨਾ ਤੁਸੀਂ, ਸੁਰਤ ਹੈ ਕੀ, ਸੁਰਤ ਡਿਫਾਈਨ ਕੀਤੀ ਅੱਗੇ, ਸੁਰਤ ਨੂੰ ਡਿਫਾਈਨ ਕੀਤਾ, ਘੜੀ ਹੈ, ਸੁਰਤ ਤੇ ਰੁਕੋ। ਵੀਰ ਜੀ ਸੁਰਤ ਵੀ ਅੱਛਾ, ਤੇ ਹੁਣ ਜਿਵੇਂ ਆਪਾਂ ਦੋ ਸ਼ਬਦ ਲਏ ਸੀ, ਸਹਿਸ 18 ਦੋਨਾਂ ਦੇ ਵੱਖਰੇ ਲਏ ਸੀ, ਉਹਦੇ ਆਪਾਂ ਅਗਲੀ ਵਾਰੀ ਚਲੋ ਮੈਂ ਕਰਾਂਗਾ, ਉਹਨੂੰ ਹੋਰ ਦੇਖਾਂਗਾ। ਤੇ ਮੱਤ ਵੀ ਜਿਹੜੀ ਹੈ ਸੁਰਤ ਵੀ ਆ ਤੇ ਮੱਤ ਵੀ ਆ, ਦੋਨੋਂ ਇਸਤਰੀ ਲਿੰਗ ਨੇ, ਇਸ ਕਰਕੇ ਦੋਨਾਂ ਨਾਲ ਸਿਆਰੀ ਆਈ ਹੈ। ਨਹੀਂ ਤੁਸੀਂ ਸਿਆਰੀ ਦੇ ਚੱਕਰ ਚ ਨਾ ਪਾਓ ਜੀ, ਤੁਸੀਂ ਕਨਸੈਪਟ ਸਮਝੋ, ਫਿਰ ਆਪਾਂ ਸਿਆਰੀ ਨੂੰ ਵੀ ਸੈਟੀਸਫਾਈ ਕਰ ਲਾਂਗੇ। ਸੁਰਤ ਘੜੀ ਜਾਂਦੀ ਤੇ ਮੱਤ ਬਦਲ ਜਾਂਦੀ ਹੈ, ਮੱਤ ਬਦਲਣੀ ਹੈ, ਮੱਤ ਬਦਲੀ ਜਾਣੀ ਆਟੋਮੈਟਿਕਲੀ। ਤੁਹਾਡੇ ਪਹਿਲਾਂ ਨਾਲੋਂ ਅਰਥ ਡਿਫਰੈਂਟ ਹੋ ਗਏ ਨਾ। ਮੈਂ ਉਹੀ ਕਰ ਰਿਹਾ ਜੀ, ਸੁਰਤ ਧਿਆਨ ਲਾਉਣਾ, ਜਦੋਂ ਸੱਚ ਤੇ ਧਿਆਨ ਲੱਗੇਗਾ ਸੱਚ ਵਾਲੀ ਮੱਤ ਹੋ ਜਾਣੀ ਹੈ। ਨਹੀਂ ਹੁਣ ਇੰਨੇ ਪੱਖਰ ਨਾ ਪਾਓ, ਸੁਰਤ ਤੇ ਰਹੀਏ, ਘੜੀ ਹੈ, ਸੁਰਤ ਤੇ ਰਹੀਏ। ਉਹਨੂੰ ਡਿਫਾਈਨ ਕਰਤਾ ਵੀ ਸੁਰਤ ਨੂੰ ਘੜਨ ਦਾ ਅਰਥ ਕੀ ਹੈ। ਸੁਰਤ ਕੁਛ ਨਹੀਂ ਹੁੰਦੀ, ਮਨ ਦੀ ਬੁੱਧੀ ਹੁੰਦੀ ਹੈ, ਜਿਹੜੀ ਮਨ ਨੇ ਮੱਤ ਲਈ ਹੋਈ ਹੈ। ਉਹ ਜਦੋਂ ਬੁੱਧੀ ਉਹਨੂੰ ਨਵਾਂ ਗਿਆਨ ਦੇਏਗੀ ਤਾਂ ਉਹਦੀ ਮੱਤ ਡਿਫਰੈਂਟ ਹੋ ਜਾਏਗੀ। ਇੱਕ ਮੱਤ ਆਪਾਂ ਮੰਨ ਕੇ ਚੱਲਦੇ ਹਾਂ, ਉਹ ਕਹਿੰਦੇ ਤ੍ਰਿਗੰਤ ਮਾਤ ਪਿਤਾ ਸਨੇਹੰ। ਮੰਨਦੇ ਹੋ ਤੁਸੀਂ ਇਹ ਗੱਲ ਗੁਰਬਾਣੀ ਚ ਲਿਖੀ ਹੋਈ ਹੈ? ਪਰ ਸਾਡਾ ਤਾਂ ਮਾਤਾ ਪਿਤਾ ਨਾਲ ਬਹੁਤ ਸਨੇਹ ਹੈ। ਇਹਦਾ ਮਤਲਬ ਘੜੀ ਕਦੋਂ ਜਾਊਗੀ ਸਾਡੀ ਸੁਰਤ? ਜਦੋਂ ਇਸ ਗੱਲ ਨੂੰ ਅਸੀਂ ਪ੍ਰਵਾਨ ਕਰਾਂਗੇ ਵੀ ਇੱਕ ਹੋਰ ਮਾਤਾ ਪਿਤਾ ਹੈਗਾ, ਉਹਦੇ ਨਾਲ ਜੁੜਨਾ ਸੀ, ਇਹਦਾ ਨਾਲ ਜੁੜ ਕੇ ਮੋਹ ਪੈਦਾ ਹੋ ਰਿਹਾ, ਮੋਹ ਦੇ ਨਾਲ ਭਵਸਾਗਰ ਨਹੀਂ ਛੁੱਟਣਾ। ਕਿਸੇ ਹੋਰ ਦੇ ਮਾਤਾ, ਮੇਰੇ ਪਿੱਛੇ ਇੱਕ ਲੇਡੀ ਰਹਿੰਦੀ ਹੈ, 90 ਸਾਲਾਂ ਦੀ ਹੈ, ਉਹ ਹਸਪੀਟਲ ਚਲੇਗੀ, ਮੈਨੂੰ ਮਾੜਾ ਮੋਟਾ ਉਹਦਾ ਹੈਗਾ, ਕਿਉਂਕਿ ਉਹ ਮੈਨੂੰ ਦੇਖਦਾ ਸੀ ਹਫ਼ਤੇ 'ਚ ਇੱਕ ਵਾਰ। ਜੇ ਮੇਰੇ 4 ਘਰਾਂ ਤੋਂ ਦੂਰ ਕੋਈ ਹਸਪੀਟਲ ਚਲ ਜਾਵੇ, ਮੈਨੂੰ ਕੀ ਪਤਾ ਵੀ ਕੌਣ ਗਿਆ ਕੌਣ ਮਰ ਗਿਆ, ਕਿਉਂਕਿ ਮੇਰਾ ਉਹਦੇ ਨਾਲ ਤਾਂ ਕੋਈ ਜੋੜ ਨਹੀਂ ਹੈ। ਪਰ ਜਿੱਦਣ ਮੇਰੀ ਆਪਣੀ ਮਾਂ ਬਿਮਾਰ ਹੋਏਗੀ, ਮੈਨੂੰ ਉਦਣ ਦਾ ਪਤਾ ਲੱਗੇਗਾ ਨਾ। ਉਹ ਤੁਹਾਡੀ ਐਸੋਸੀਏਸ਼ਨ ਹੈ, ਤੁਹਾਡਾ ਉਹ ਮੋਹ ਹੈ, ਉਹ ਮੋਹ ਤੁਹਾਡਾ ਹੀ ਤੁਹਾਨੂੰ ਫਸਾਏਗਾ। ਇਹ ਗੁਰਬਾਣੀ ਦਾ ਫੈਸਲਾ ਮੇਰਾ ਨਹੀਂ ਹੈ। ਉਹ ਆਪਾਂ ਇਹ ਗੱਲ ਨੂੰ ਪ੍ਰਚਾਰ ਕਰ ਲਾਂਗੇ, ਤ੍ਰਿਗੰਤ ਮਾਤ ਪਿਤਾ ਸਨੇਹ, ਇਹ ਗੱਲ ਨੂੰ ਡਿਫਾਈਨ ਕਰ ਲਾਂਗੇ ਆਪਾਂ ਦੁਨਿਆਵੀ ਪੱਧਰ ਤੇ। ਮੁਸ਼ਕਲ ਹੈ, ਪਰ ਮੱਤ ਘੜਨ ਲਈ ਇਹ ਜ਼ਰੂਰੀ ਹੈ, ਇਹ ਗੱਲ ਮੰਨਣੀ ਪਏਗੀ ਤਾਂ ਮੱਤ ਘੜ ਹੋਏਗੀ। ਮੈਂ ਤੁਹਾਨੂੰ ਇੱਕ ਮੋਟਾ ਜਿਹਾ ਐਗਜ਼ਾਮਪਲ ਦੇ ਰਿਹਾ। ਜਦ ਤਾਈਂ ਅਸੀਂ ਪ੍ਰੇਮ ਚ ਮੋਹ ਚ ਫਸੇ ਹਾਂ, ਸਾਡੀ ਮੱਤ ਨਹੀਂ ਘੜ ਹੋ ਰਹੀ। ਪੂਰੇ ਵੀਰ ਜੀ ਕਰ ਦਿਓ, ਸੁਰਤ ਮੱਤ ਮਨ ਬੁੱਧ ਦੇ ਪੂਰੇ ਕਰਨਾ ਜੀ। ਮਨ ਤੇ ਸਿਹਾਰੀ ਹੈ, ਤੁਸੀਂ ਕੱਢ ਲਓ। ਹਾਂਜੀ ਉਹੀ ਤਾਂ ਮੈਂ ਤੁਹਾਨੂੰ ਪੁੱਛ ਰਿਹਾ। ਹੁਣ ਤੁਸੀਂ ਮੇਰੇ ਤੇ ਕੱਟ ਹੀ ਦਿੱਤੇ ਤੇ ਮੈਂ ਤੇ ਅੱਗੇ ਕਰਾਂਗਾ ਤੁਹਾਡੇ ਕੋਲੋਂ ਸੁਣ ਕੇ, ਜੇ ਮੈਨੂੰ ਸਮਝ ਆ ਗਈ ਤੇ ਮੈਂ ਯੈਸ ਕਹਿ ਦੇਣਾ। ਘੜੀ ਹੈ, ਸੁਰਤ ਤੇ ਰੁਕੋਗੇ ਕਿ ਨਹੀਂ? ਪਹਿਲਾਂ ਤਾਂ ਇਹ ਵੀ ਕੋਮਾ ਲੱਗੇਗਾ ਨਾ ਜੀ। ਬਿਲਕੁਲ ਰੁਕ ਜਾਓ, ਵੱਖਰੇ ਵੱਖਰੇ ਸ਼ਬਦ ਨੇ, ਰੁਕ ਸਕਦੇ ਆ, ਕਿਉਂਕਿ ਇਹ ਪੁਲਿੰਗ ਇੱਕ ਵਚਨ ਨਹੀਂ ਗਾ, ਇਸ ਕਰਕੇ ਔਂਕੜ ਵਿਸ਼ਰਾਮ ਨਹੀਂ ਬਣਨਾ ਇੱਥੇ, ਸਿਹਾਰੀ ਹੀ ਵਿਸ਼ਰਾਮ ਬਣ ਜਾਂਦੀ ਹੈ। ਮੱਤ ਆਪਣੇ ਆਪ ਤੋਂ, ਸੁਰਤ ਆਪਣੇ ਆਪ ਤੋਂ ਰੁਕਣਾ ਪਏਗਾ ਜੀ। ਠੀਕ ਹੈ, ਉਹ ਸੁਰਤ ਨੂੰ ਡਿਫਾਈਨ ਕੀਤਾ ਵੀ ਉਹ ਕੀ ਹੈ। ਮੱਤ ਹੈ ਉਹ ਜਿਹੜੀ ਤੁਹਾਡੀ ਮੱਤ ਲੈ ਕੇ ਤੁਸੀਂ ਪੈਦਾ ਹੋਏ ਹੋ। ਮੱਤ ਕੁਛ ਨਹੀਂ, ਮਨ ਦੀ ਬੁੱਧੀ ਹੈ। ਮਨ ਦੇ ਅੰਦਰ ਬੇਅਕਲੀ ਹੈ ਜਿਹੜੀ, ਉਹ ਦੂਰ ਹੋ ਜਾਏਗੀ ਜਦੋਂ ਤੁਸੀਂ ਇਸ ਅਵਸਥਾ ਤੇ ਪਹੁੰਚਦੇ ਹੋ। ਜਦੋਂ ਤੁਹਾਨੂੰ ਸੁਣੀਏ ਦਾ ਅਰਥ ਮੈਨੂੰ ਲੱਗਦਾ ਇਹ ਘੜੀ ਹੈ ਨਾ, ਘੜੀਏ ਤੋਂ ਬਾਅਦ ਸੁਣੀਏ ਹੋਏਗੀ ਨਾ, ਪਹਿਲਾਂ ਘੜੀ ਜਾਣੀ ਹੈ। ਇਹ ਘੜਦੇ ਘੜਦੇ ਕੀ ਹੋਊਗਾ, ਜਿਹੜੀ ਮਨ ਕੀ ਮੱਤ ਤੂੰ ਕੀ ਹੈਗਾ, ਉਹ ਤਿਆਗ ਹੈ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਉ ਜਿਉ, ਉਸ ਵੱਲ ਨੂੰ ਇਸ਼ਾਰਾ ਕਰ ਰਹੀ ਹੈ ਵੀ ਮਨ ਦੀ ਇੱਕ ਮੱਤ ਬਣੀ ਹੋਈ ਹੈ, ਉਹਨੇ ਇਹਨੂੰ ਜਕੜਿਆ ਹੋਇਆ। ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਔਰ ਮੰਨਦੇ ਹੋ, ਪੜ੍ਹਦਾ ਤਾਂ ਮੈਂ ਵੀ ਹਾਂ ਪਰ ਮੈਂ ਤ੍ਰਿਗੰਤ ਨਹੀਂ ਸਮਝਦਾ ਅਜੇ ਤੱਕ, ਮੈਂ ਮੰਨਦਾ ਨਹੀਂ ਹੈ, ਪਰ ਲਿਖੀ ਹੋਈ ਹੈ ਗੱਲ, ਉਹ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਵੀ ਇਹ ਗੱਲ ਹੈ। ਹਮੇ ਤੋਂ ਨਹੀਂ ਮੰਨ ਹੁੰਦੀ ਬਈ ਮੇਰੇ ਹੱਥ ਖੜੇ ਆ, ਮੈਂ ਨਹੀਂ ਅਜੇ ਮੋਹ ਛੱਡਿਆ ਹੋਇਆ। ਪਰ ਇੱਕ ਗੱਲ ਹੈ ਵੀ, ਪਰ ਉਹ ਕਹਿੰਦੇ ਜਿਹੜਾ ਛੱਡ ਜਾਏਗਾ
ਉਹਦੀ ਮੱਤ ਘੜੀ ਜਾਣੀ, ਮੰਨੀ ਜਾਏਗੀ, ਕਿਉਂਕਿ ਉਹ ਦੁਨੀਆ ਦੀ ਮਾਇਆ ਤੋਂ ਉੱਪਰ ਉੱਠ ਗਿਆ। ਉਹਨੂੰ ਇਹ ਪਤਾ ਨਹੀਂ ਹੈ ਵੀ ਪਰਮੇਸ਼ਰ ਤਾਂ ਸੈਲ ਪੱਥਰ ਵਿੱਚ ਜੰਤੂ ਪਾਏ ਵਾਲਿਆਂ ਦੀ ਵੀ ਰੱਖਿਆ ਕਰਦਾ। ਜਿਹਨੂੰ ਤੂੰ ਮਾਤਾ ਪਿਤਾ ਮੰਨਦਾ ਉਹਨੂੰ ਉਹ ਪਰਮੇਸ਼ਰ ਨੈਗਲੈਕਟ ਕਰ ਦੇਗਾ, ਛੱਡ ਦੇਗਾ। ਵੀ ਤੂੰ ਰਜਨੀਸ਼ ਵਾਲੀ ਗੱਲ ਹੋ ਜੂ ਵੀ आओ जी सैर पे चले, कहनी सैर पे तो चले जाए, किरली कहनी पर पीछे से तो शतीर गिर जाएगा, भी मैं तो शतीर ਨੂੰ ਥੰਮਿਆ ਹੋਇਆ। ਇਹ ਸਾਡੇ ਅੰਦਰ ਇਹ ਕਹਾਣੀ ਚੱਲਦੀ ਹੈ ਜੀਵ ਦੇ ਅੰਦਰ ਅਗਿਆਨਤਾ ਕਰਕੇ ਵੀ ਮੈਂ ਜੇ ਮੈਂ ਨਹੀਂ ਹੋਊਂਗਾ ਕੁਝ ਵੀ ਨਹੀਂ ਹੋਊਗਾ, ਸਾਰਾ ਕੁਝ ਹੋਊਗਾ ਤੁਹਾਡੇ ਤੋਂ ਬਿਨਾਂ, ਚਾਹੇ ਵਧੀਆ ਹੀ ਹੋ ਜਵੇ। ਇਹਦਾ ਸਾਨੂੰ ਅਭਿਆਸ ਨਹੀਂ ਹੈ। ਅਸੀਂ ਸੋਚਦੇ ਜੇ ਮੈਂ ਨਹੀਂ ਹੋਊਂਗਾ, ਮੈਂ ਮਰ ਗਿਆ, ਮੇਰੇ ਤਾਂ ਮਾਂ ਬਾਪ ਭੁੱਖੇ ਮਰ ਜਾਣਗੇ। ਤੂੰ ਥੋੜਾ ਪਾਲਦਾ, ਪਾਲਣ ਵਾਲਾ ਤਾਂ ਹੈਗਾ। ਮਨ ਬੁੱਧ, ਮਨ ਦੇ ਨੰਨੇ ਨੂੰ ਸਿਹਾਰੀ ਲਾ ਕੇ ਤੇ ਬੁੱਧ ਮਨ ਦੀ ਬੁੱਧੀ। ਅੱਛਾ, ਮਨ ਦੀ ਬੁੱਧੀ ਬਣ ਗਈ ਨਾ ਅਰਥੀ ਦੇ ਸਿਹਾਰੀ ਦੇ। ਮਨ ਦੀ ਬੁੱਧੀ ਮੈਂ ਹੁਣ ਇਹਦੇ ਚਲੋ ਵੈਸੇ ਤੁਹਾਡੇ ਨਾਲ ਅਰਥਾਂ ਦੇ ਨਾਲ ਮੇਰਾ ਕੋਈ ਵੱਖਰਾ ਨਹੀਂ ਹੋਣਾ। ਜੇ ਮਨ ਦੀ ਲਿਖਣਾ ਹੁੰਦਾ ਤੇ ਨੰਨੇ ਨੂੰ ਉੱਪਰ ਹਟਾ ਕੇ ਹੀ ਮਨ ਦੀ ਬਣ ਜਾਣਾ ਸੀ, ਮਨ ਮੁਕਤ ਆ ਜਾਣਾ ਸੀ। ਪਰ ਜੇ ਇਹਦੇ ਨਾਲ ਵੀ ਕੋਈ ਫਰਕ ਨਹੀਂ, ਮਨ ਵਿੱਚ ਬੁੱਧ ਬਣ ਗਈ ਜਾਂ ਮਨ ਦੀ ਬੁੱਧੀ ਬਣ ਗਈ, ਇਹ ਕਲੀਅਰ ਆ ਜੀ। ਇਹਦੇ ਨਾਲ ਮੇਰੇ ਤੁਹਾਡੇ ਅਰਥ ਬਰਾਬਰ ਨੇ, ਮੈਂ ਮੰਨਦਾ ਪਿਆ ਜੀ ਇਹਨਾਂ ਨੂੰ। ਹਾਂਜੀ ਬਿਲਕੁਲ ਠੀਕ ਹੈ ਜੀ। ਮਨ ਨੂੰ ਇਹ ਘੜਨਾ ਸੀ। ਮਨ ਕੋਲ ਇੱਕ ਬੁੱਧ ਹੈ ਜਿਹਨੂੰ ਮਨਮਤ ਕਹਿੰਦੇ ਆ, ਇਹਨੂੰ ਬੇਅਕਲੀ ਵੀ ਕਹਿੰਦੇ ਆ। ਅਕਲੀ ਸਾਹਿਬ ਸੇ ਵੀ ਇਹ ਕਿਹਾ ਇਹਨੂੰ ਆਪਣੇ ਬੁੱਧੀ ਦੇ ਪੱਧਰ ਤੇ ਲੈ ਕੇ ਆਉਣਾ, ਵਿਵੇਕ ਬੁੱਧ ਬਣਨੀ ਹੈ। ਇਹ ਜਿੱਦਣ ਵਿਵੇਕ ਬੁੱਧ ਬਣ ਗਈ ਮੁਕਤ ਹੋ ਗਿਆ। ਮਨ ਦੀ ਮੱਤ ਛੁੱਟਣੀ ਹੈ, ਮਨ ਵਿੱਚ ਵਿਵੇਕ ਆ ਜਾਣੀ ਹੈ, ਵਿਵੇਕ ਬੁੱਧ ਹੋ ਜਾਣੀ, ਦੁਰਮਤ ਜਾ ਕੇ ਗੁਰਮਤ ਆ ਜਾਣੀ ਹੈ ਜੀ। ਇਹੀ ਅਰਥ ਮੈਂ ਕਰਦਾ ਗੁਰੂ ਜੀ ਦੇ। ਠੀਕ ਹੈ, ਬਹੁਤ ਬਹੁਤ ਹਾਂਜੀ। ਹੋਰ ਦੱਸੋ ਕੋਈ ਤੁਸੀਂ ਕਲੀਅਰ ਕਰਨਾ ਹੋਵੇ ਜਿਹੜਾ ਸਾਨੂੰ ਸ਼ਬਦ। ਬਹੁਤ ਵਧੀਆ ਜੀ, ਬਹੁਤ ਵਧੀਆ, ਧੰਨਵਾਦ ਤੁਹਾਡਾ। ਸੁਣਦੇ ਆ ਜੀ, ਅੱਗੇ ਤੋਂ ਵੀ ਸੁਣਦੇ ਨਾ। ਹਾਂ ਠੀਕ ਹੈ। ਅੱਜ ਫਿਰ ਜੇ ਕਿਸੇ ਦਾ ਸਵਾਲ ਹੈ ਤਾਂ ਦੱਸੋ, ਨਹੀਂ ਅੱਜ ਆਪਾਂ ਫਿਰ ਸਮਾਪਤੀ ਕਰਦੇ। ਮੇਰੇ ਵੱਲੋਂ ਸਮਾਪਤੀ। ਠੀਕ ਹੈ ਜੀ, ਠੀਕ ਹੈ ਜੀ, ਕਰੋ ਜੀ ਸਮਾਪਤੀ। ਠੀਕ ਹੈ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।